नहीं जी, तुसी पहली गल तां मैनूं तुहाडे ते इतराज़ है इस गल दा जी। तुसी अज सानूं कल्लिआं नूं श्रोमणी अकाली दल दा कल्ला नुमाइंदा बुलाया, पर कांग्रेस पार्टी ਦੇ ਤੁਸੀਂ 2 ਨੁਮਾਇੰਦੇ ਬੁਲਾ ਲਏ ਜੀ। ਇਹਦੇ ਮੈਂ ਇਤਰਾਜ਼ ਵਾਲੀ ਕੋਈ ਨਹੀਂ ਗੋਗੀ ਜੀ, ਅਸੀਂ ਗੱਲ ਇੱਕ ਨਾਲ ਹੀ ਕਰਨੀ ਆ, ਗੱਲ ਇੱਕ ਨਾਲ ਹੀ ਕਰਾਂਗੇ। ਤੁਹਾਡੇ ਹੁਣ 2 ਬੋਲਣਗੇ। ਨਹੀਂ, ਅਸੀਂ ਇੱਕ ਨਾਲ ਹੀ ਗੱਲ ਕਰਾਂਗੇ। ਬੋਲਣਗੇ ਰਣਜੀਤ ਸਿੰਘ ਪਟਿਆਲਾ ਬੋਲਣਗੇ, ਉਹ ਕਾਂਗਰਸ ਦੇ ਆ, ਦੋਨੇ ਇੱਕੋ ਟੀਮ ਹੈ ਜੀ। ਦਲਜੀਤ ਸਿੰਘ ਚੀਮਾ ਟੀਵੀ ਚੈਨਲਾਂ ਤੇ, ਨੈਸ਼ਨਲ ਟੀਵੀ ਚੈਨਲਾਂ ਤੇ ਹੁਬ ਕੇ ਕਹਿ ਰਹੇ ਸੀ ਕਿ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਗੁੰਮਰਾਹ ਹੋ ਗਈਆਂ। ਇਹ ਜਿਹੜਾ ਆਰਡੀਨੈਂਸ ਪਾਸ ਕੀਤਾ ਗਿਆ, ਕਾਨੂੰਨ ਬਣਾਇਆ ਹੈ ਮੋਦੀ ਸਾਹਿਬ ਨੇ, ਇਹ ਕਿਸਾਨਾਂ ਨੂੰ ਇੰਨਾ ਅਮੀਰ ਕਰ ਦੇਗਾ, ਕਿਸਾਨ ਤੰਗਲੀਆਂ ਗਲ ਪੈਸੇ ਇਕੱਠੇ ਕਰਕੇ ਪੰਡਾਂ ਭਰੂਗੇ। ਨਹੀਂ ਹੁਣ ਉਹ ਰੁਪਈਏ ਭਾਨ ਬਣ ਗਏ ਨਹੀਂ ਛੇਤੀ। ਸੁਖਬੀਰ ਸਿੰਘ ਬਾਦਲ ਤਾਂ ਪਰਮਾਤਮਾ ਦੇ ਭਾਣੇ ਵਿੱਚ ਆ, ਪਰ ਬੀਬੀ ਹਰਸਿਮਰਤ ਕੌਰ ਨੂੰ ਤਾਂ ਮਹਾਰਾਜ ਨੇ ਸਾਰੀ ਸੂਝੀ ਬੂਝੀ ਦਿੱਤੀ ਵੀ ਆ। ਸੁਖਦੇਵ ਜੀ, ਇੱਕ ਆਰੋਪ ਇਹ ਵੀ ਲੱਗ ਰਿਹਾ ਕਿ ਹਾਈ ਪਾਵਰ ਜਿਹੜੀ ਕਮੇਟੀ ਬਣੀ ਸੀ ਇਸ ਆਰਡੀਨੈਂਸਾਂ ਨੂੰ ਪਾਸ ਕਰਨ ਦੇ ਲਈ, ਉਹਦੇ 'ਚ ਮੁੱਖ ਮੰਤਰੀ ਜੀ ਸੀਗੇ ਸ਼ਾਮਲ, ਉਸ ਤੋਂ ਬਾਅਦ ਮਨਪ੍ਰੀਤ ਬਾਦਲ ਵੀ ਸ਼ਾਮਲ ਹੋਏ ਆ। ਪਰ ਇਸ ਕਰਕੇ ਕਿਤੇ ਵੀ ਕੰਸਲਟ ਕੀਤਾ ਹੋਵੇ, ਕਿਤੇ ਵੀ ਸਾਈਨ ਹੋਣ, ਕਿਤੇ ਮੀਟਿੰਗਾਂ ਦੇ ਮਿੰਟਸ ਹੁੰਦੇ ਆ, ਜਦੋਂ ਇਦਾਂ ਦੀਆਂ ਕੋਈ ਮੀਟਿੰਗਾਂ ਹੁੰਦੀਆਂ ਉਹਦੇ ਮਿੰਟਸ ਹੁੰਦੇ ਆ, ਜਨਤਕ ਕਰ ਦੇਣ। ਮੈਂ ਇੱਥੇ ਕਾਂਗਰਸ ਦਾ ਬੁਲਾਰਾ ਇਹ ਗੱਲ ਦੀ ਜ਼ਿੰਮੇਵਾਰੀ ਨਾਲ ਕਹਿਣਾ, ਮੈਂ ਇਹਨਾਂ ਦੇ ਭਰੀ ਪੰਚਾਇਤ ਇਸੇ ਪਿੰਡ 'ਚ ਆ ਕੇ ਅਕਾਲੀ ਦਲ ਜੁਆਇਨ ਕਰੂੰਗਾ ਜੇ ਇਹ ਗੱਲ ਜਨਤਕ ਹੋ ਕੇ ਸਹੀ ਹੋਵੇ ਤਾਂ। ਮੈਂ ਪੁੱਛਣਾ ਚਾਹਨਾ ਬੀਜੇਪੀ ਸਰਕਾਰ ਤੋਂ ਵੀ, ਅਕਾਲੀ ਪਾਰਟੀ ਤੋਂ ਵੀ, ਕਿ ਕਿਸਾਨਾਂ ਨੇ ਕਦੇ ਮੰਗ ਕੀਤੀ ਸੀ ਨਾ ਤਿੰਨਾਂ ਕਾਨੂੰਨਾਂ ਦੀ? ਨਾ ਉਹ ਰੱਖਿਆ ਮੰਤਰੀ, ਨਾ ਖੇਡ ਮੰਤਰੀ, ਨਾ ਕੋਈ ਚੱਜ ਦਾ ਮੰਤਰੀ। ਇਹ ਚਟਣੀ ਅਚਾਰ ਪਾਉਣੇ ਦੀ ਵਜ਼ੀਰੀ ਹੈ ਇਹਦੇ ਕੋਲ। ਜਿੱਦਾਂ ਮਰਾਰਜੀ ਦੇਸਾਈ ਦੀ ਸਰਕਾਰ ਵੇਲੇ ਇੰਡਸਟਰੀਅਲ ਰਿਲੇਸ਼ਨ ਬਿੱਲ ਰੱਦੀ ਦੀ ਟੋਕਰੀ 'ਚ ਸਿੱਟ ਦਿੱਤਾ ਸੀ ਲੋਕਾਂ ਨੇ, ਐਦਾਂ ਹੀ ਪੰਜਾਬ ਦੇ ਲੋਕ, ਦੇਸ਼ ਦੇ ਲੋਕ ਮੋਦੀ ਵੱਲੋਂ ਪਾਸ ਕੀਤੇ ਇਹਨਾਂ ਤਿੰਨਾਂ ਹੀ ਕਾਨੂੰਨਾਂ ਨੂੰ ਰੱਦੀ ਦੀ ਟੋਕਰੀ ਸੁੱਟ ਦੇਣਗੇ। ਮੈਂ ਕਿਹਾ ਜੀ, ਪਹਿਲਾਂ ਤਾਂ ਮੈਂ ਗੱਲ ਕੀਤੀ ਸੀ ਵੀ ਸ਼ਾਇਦ 2 ਪਾਰਟੀਆਂ ਇਕੱਠੀਆਂ ਹੋ ਗਈਆਂ, ਪਰ ਹੁਣ ਮੈਨੂੰ ਲੱਗਦਾ 3 ਹੀ ਹੋ ਗਈਆਂ। ਇਹਨਾਂ ਨੇ ਗੱਲ ਤਾਂ ਕਿਸਾਨੀ ਦੀ ਕੀਤੀ ਨਹੀਂ, ਨਾ ਹੀ ਕਰਨੀ ਹੈ। ਪਰ ਮੈਂ ਇੱਕ ਮਿੰਟ ਬਾਈ ਜੀ, ਇੱਕ ਮਿੰਟ ਠੰਡਾ ਰੱਖੋ, ਕੀ ਗੱਲ ਖਾਸ ਗੱਲ, ਫੇਰ ਵਾਰੀ ਆ ਜਾਊਗੀ, ਇਹ ਮੁੱਕ ਗਿਆ ਕੰਮ। ਅੱਜ ਇਹ ਸਾਨੂੰ ਕਹਿੰਦੇ ਬੀਜੇਪੀ ਦੇ ਬਾਹਰ ਹੋ ਜਾਓ। ਕਿਆ ਮਹਾਰਾਸ਼ਟਰ ਦੇ ਵਿੱਚ ਸ਼ਿਵ ਸੈਨਾ ਨੂੰ ਸਮਰਥਨ ਕਾਂਗਰਸ ਨੇ ਦਿੱਤਾ ਨਹੀਂ ਹੋਇਆ? ਸ਼ਿਵ ਸੈਨਾ ਨੇ ਸ਼ਰੇਆਮ ਬਿੱਲ ਦੀ ਹਮਾਇਤ ਕੀਤੀ ਆ, ਕਿ ਇਹਨਾਂ ਨੇ ਉਹ ਤਾਂ ਸਮਰਥਨ ਵਾਪਸ ਲੈ ਲਿਆ। 5 ਜੂਨ ਨੂੰ ਆਰਡੀਨੈਂਸ ਹੁੰਦਾ, 6 ਜੂਨ ਨੂੰ ਘੰਟਾ ਬੀਬਾ ਹਰਸਿਮਰਤ ਦੀ 2 ਟੀਵੀ ਚੈਨਲਾਂ ਤੇ ਘੰਟੇ ਦੀ ਇੰਟਰਵਿਊ ਚੱਲਦੀ ਹੈ ਵੀ ਇਹ ਆਰਡੀਨੈਂਸ ਤਾਂ ਕਿਸਾਨਾਂ ਨੂੰ ਖੁਸ਼ਹਾਲ ਕਰ ਦੇਣਗੇ, ਇਹਦੀ ਆਹ ਮੱਦ ਵੀ ਠੀਕ ਹੈ। ਹੁਣ ਇਹਨਾਂ ਨੂੰ ਮੱਦਾਂ ਗਲਤ ਲੱਗਣ ਲੱਗ ਗਈਆਂ। ਜੇ ਅਸਤੀਫਿਆਂ ਦੀ ਗੱਲ ਕਰਦੇ ਆ, ਅਸਤੀਫੇ ਉਦੋਂ ਆਉਣੇ ਸ਼ੁਰੂ ਹੋਏ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਕੋਠੀ ਮੂਹਰੇ ਸਾਰੇ ਪੰਜਾਬ ਦਾ ਕਿਸਾਨ ਬਹਿ ਗਿਆ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਾ ਕੇ ਬਾਲਾਸਰ ਫਾਰਮ ਬਹਿ ਗਿਆ। ਕਾਂਗਰਸ ਦੇ ਬੁਲਾਰੇ ਸੁਖਦੇਵ ਸਿੰਘ ਨੇ ਗੱਲ ਕੀਤੀ ਆ ਜੀ, ਜੇ ਧਰਨਾ ਪਿੰਡ ਬਾਦਲ ਲੱਗਿਆ ਤਾਂ ਬੀਬੀ ਨੇ ਅਸਤੀਫਾ ਦਿੱਤਾ। ਧਰਨਾ ਤਾਂ ਪਟਿਆਲੇ ਅਮਰਿੰਦਰ ਸਿੰਘ ਦੇ ਉੱਥੇ ਵੀ ਲੱਗੇ ਹੋਏ, ਅਮਰਿੰਦਰ ਸਿੰਘ ਅਸਤੀਫਾ ਕਿਉਂ ਨਹੀਂ ਦਿੱਤਾ ਜੀ? ਜੇ ਪਟਿਆਲੇ ਜਿਹੜਾ ਮੋਰਚਾ ਲੱਗਿਆ, ਉਹ ਪਟਿਆਲੇ ਵਾਲਾ ਮੋਰਚਾ ਵੀ ਮੋਦੀ ਦਾ ਹੀ ਰਿਜ਼ਾਈਨ ਮੰਗਦਾ ਹੈ, ਉਹ ਮੋਦੀ ਤੋਂ ਹੀ ਮੰਗਦਾ ਹੈ, ਉਹ ਕੈਪਟਨ ਅਮਰਿੰਦਰ ਸਿੰਘ ਤੋਂ ਨਹੀਂ ਮੰਗਦਾ। ਤੁਸੀਂ ਕਿਸਾਨ ਇੱਕ 2022 ਚ ਅਕਾਲੀ ਦਲ ਨੇ ਆਉਣਾ, ਮੇਰਾ ਇੱਕ ਮਿੰਟ, ਇਹਨਾਂ ਦੇ ਸੁਪਨੇ ਸਾਫ਼ ਹੋਣੇ ਆ। ਇਹ ਰੋਪ ਲਾ ਰਹੇ ਆ ਅਕਾਲੀ ਦਲ ਤੇ, ਕਿਸਾਨ ਕੋਈ ਰੋਪ ਨਹੀਂ ਲਾ ਰਿਹਾ। ਧੱਕੇ ਨਾਲੇ ਸਾਡੇ ਧਰਨਿਆਂ ਵਿੱਚ ਘੁਸਦੇ ਆ ਕੇ, ਕੋਈ ਆ, ਚਾਹੇ ਕਾਂਗਰਸੀ ਆ, ਚਾਹੇ ਅਕਾਲੀ ਆ, ਚਾਹੇ ਆਮ ਆਦਮੀ ਪਾਰਟੀ ਆ। ਲੰਗਰ ਦੇ GST ਦੀ ਗੱਲ ਆਈ ਨਾ, ਜਦੋਂ ਕਾਂਗਰਸ ਦੇ MP ਲੜੇ, ਹੋਰ ਪਾਰਟੀਆਂ ਦੇ MP ਲੜੇ, ਉਸ ਤੋਂ ਬਾਅਦ ਇਹ ਕਹਿੰਦੇ ਕਰਾ ਕੇ ਕੌਣ ਲਈ ਬੀਬਾ, ਆਹ ਕੰਮ ਸੜਕਾਂ ਕੌਣ ਲਈ ਬੀਬਾ। ਜੇ ਸਾਰਾ ਕੁਝ ਬੀਬਾ ਲਈ ਤਾਂ ਇਹ ਵੀ ਬੀਬਾ ਹੀ ਲਿਆਈ ਆ, ਫਿਰ ਹੋਰ ਕੌਣ ਲੈ ਆਇਆ? ਇੱਕ ਮਿੰਟ ਜੀ, ਹੈਲੋ, ਇੱਕ ਮਿੰਟ ਯਾਰ, ਇੱਕ ਮਿੰਟ ਜੀ। ਤਾਂ ਇਹ ਵੀ ਦੱਸ ਦੇਣ ਕਿ ਕੇਜਰੀਵਾਲ ਦਾ ਇੱਕ ਵੀ ਬਿਆਨ ਕਿਸਾਨਾਂ ਦੇ ਹੱਕ 'ਚ ਆਇਆ ਕੋਈ? ਨਹੀਂ, ਕੇਜਰੀਵਾਲ ਲਗਾਤਾਰ ਬੋਲ ਰਿਹਾ, ਗੋਗੀ ਜੀ ਨੂੰ ਹੁਣ ਸੁਣਦਾ ਨਹੀਂ ਹੈਗਾ, ਕਿਆ ਕਰੇ, ਇਹਨਾਂ ਨੂੰ ਇਕੱਲਾ ਬਾਦਲੇ ਸੁਣਦਾ। ਆ ਜਿਹੜੀ ਗੱਲ ਕੀਤੀ ਕਿ ਜੀ ਅਸੀਂ ਆ ਸੜਕਾਂ ਲੈ ਜਾਂਦੀਆਂ, ਮੈਂ ਤਾਂ ਪੁੱਛਣਾ ਚਾਹਨਾ ਸਾਰੀਆਂ ਪਾਰਟੀਆਂ ਨੂੰ, ਇਹ ਟੋਲ ਪਲਾਜ਼ੇ ਕੌਣ ਲੈ ਕੇ ਆਏ? ਅਸੀਂ ਕਹਿੰਦੇ ਸਿਆਸੀ ਪਾਰਟੀਆਂ ਵੀ ਅਸੀਂ ਆਪਣੇ ਧਰਨੇ 'ਚ ਨਹੀਂ ਆਉਂਗੀਆਂ, ਸਾਡੇ ਸਿਆਸੀ ਪਾਰਟੀਆਂ ਜਿਹੜੇ ਬਿੱਲ ਦੀ ਅੱਜ ਵਿਰੋਧ ਕੀਤਾ ਜਾ ਰਿਹਾ, 14/8/2017 ਨੂੰ ਪੰਜਾਬ ਵਿਧਾਨ ਸਭਾ ਜੇ ਕਾਂਗਰਸ ਪਾਰਟੀ ਨੇ ਬਿੱਲ ਪਾਸ ਕੀਤਾ ਹੋਇਆ,
ਉਹ 2000 ਇਹ ਪਾਸ ਹੋ ਗਿਆ ਉਹ ਵੀਰੇ ਕਾਨੂੰਨ ਆ ਤੁਹਾਡਾ। ਉਹ ਵੀਰੇ ਆ 2013 ਦੀ ਚਿੱਠੀ ਕਿ ਮੇਰੇ ਕੋਲ ਵੀ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ ਮੇਰੀ ਗੱਲ ਤੋਂ ਮੈਂ ਚਿੱਠੀਆਂ ਉਹ ਯਾਰ ਗੋਗੀ ਉਹ ਤੂੰ ਚਿੱਠੀਆਂ ਦਿਖਾਏ ਆ ਮੈਂ ਤੈਨੂੰ ਬੋਲਿਆ ਤਾਂ ਨਹੀਂ ਉਹ ਮੈਨੂੰ ਹੁਣ ਬੋਲ ਤਾਂ ਲੈਣ ਦੇ। ਸੋ ਜਿੰਨਾ ਚਿਰ ਅਸੀਂ ਇਹਨੂੰ ਕਾਨੂੰਨੀ ਪੱਖ ਦੇ ਵਿੱਚ ਦੇਖਦੇ ਹਾਂ, ਸਾਡੇ ਕੋਲ ਇਸ ਸਮੇਂ ਸਿਰਫ ਇੱਕੋ ਹੀ ਰਾਹ ਜਿਹੜਾ ਕਾਨੂੰਨੀ ਪੱਖ ਦਾ ਰਹਿ ਜਾਂਦਾ ਹੈ। ਪੰਜਾਬ ਔਰ ਹਰਿਆਣੇ ਤੋਂ ਕੋਈ ਐਸਾ ਲੀਡਰ ਨਹੀਂ ਜਿਹੜਾ ਦਿੱਲੀ ਦੀ ਧੌਣ ਤੇ ਗੋਡਾ ਰੱਖ ਕੇ ਕਦੇ ਨਾ ਕਦੇ ਆਪਣੇ ਜ਼ਰੂਰਤ ਦੀ ਗੱਲ ਮਨਵਾ ਸਕੇ। ਨੰਗਲ ਜਿਹੜਾ ਫਾਟਕਾਂ ਦੇ ਨਾਲ ਹੈਗਾ ਕ੍ਰੋਸਿੰਗ, ਉੱਥੇ ਕਿਸਾਨ ਯੂਨੀਅਨ ਵੱਲੋਂ ਧਰਨਾ ਲਾਇਆ ਜਾਣਾ 4 ਵਜੇ ਤੱਕ। ਮੈਂ ਕਿਸੇ ਪਾਰਟੀ ਦਾ ਨੁਮਾਇੰਦਾ ਨਾ ਹੁੰਦਾ ਹੋਇਆ ਰਣਜੀਤ ਸਿੰਘ ਪਟਿਆਲਾ ਇੱਥੇ ਅੱਜ ਐਲਾਨ ਕਰਦਾ ਹੈ, ਜਿੰਨੀ ਸੰਗਤ ਉੱਥੇ ਹੋਏਗੀ 500 ਬੰਦਾ ਹੋਵੇ 400 ਹੋਵੇ, ਉਹਦੇ ਪ੍ਰਸ਼ਾਦੇ ਪਾਣੀ ਦਾ ਇੰਤਜ਼ਾਮ ਮੈਂ ਨਿੱਜੀ ਤੌਰ ਤੇ ਕਰਾਂਗਾ। ਅੱਜ ਪੰਜਾਬ ਦੇ ਵਿੱਚ ਅਗਰ ਸਭ ਤੋਂ ਵੱਡੇ ਮੁੱਦੇ ਦੀ ਗੱਲ ਕੀਤੀ ਜਾਵੇ ਤਾਂ ਉਹ ਹੈ ਕਿਸਾਨ ਆਰਡੀਨੈਂਸਾਂ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਜੋ ਨਵੇਂ ਬਿੱਲ ਲਿਆਂਦੇ ਜਾ ਰਹੇ ਨੇ ਉਸ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਕਿਸਾਨਾਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਜੋ ਕਿਸਾਨ ਜਥੇਬੰਦੀਆਂ ਅਲੱਗ-ਅਲੱਗ ਹੋ ਕੇ ਲੜਦੀਆਂ ਸੀ ਆਪਣੇ ਹੱਕਾਂ ਦੇ ਲਈ, ਅੱਜ ਉਹਨਾਂ ਨੂੰ ਪਤਾ ਲੱਗ ਚੁੱਕਾ ਹੈ ਕਿ ਇਹ ਕਿਸਾਨ ਆਰਡੀਨੈਂਸ ਕਿਸਾਨਾਂ ਦੇ ਲਈ ਸਹੀ ਨਹੀਂ ਹੈ, ਜਿਸ ਨੂੰ ਲੈ ਕੇ ਅੱਜ ਕਿਸਾਨ ਜਥੇਬੰਦੀਆਂ ਏਕਾ ਕਰਕੇ ਕੇਂਦਰ ਸਰਕਾਰ ਦੇ ਖਿਲਾਫ ਲੜਾਈ ਲੜ ਰਹੀਆਂ ਨੇ। ਗੱਲ ਕੀਤੀ ਜਾਵੇ ਸਿਆਸੀ ਪਾਰਟੀਆਂ ਦੀ ਤਾਂ ਸਿਆਸੀ ਪਾਰਟੀਆਂ ਵੀ ਕਿਸਾਨਾਂ ਦੇ ਵੱਡੇ ਵੋਟ ਬੈਂਕ ਨੂੰ ਦੇਖਦੇ ਹੋਏ ਕਿਸਾਨਾਂ ਦੇ ਨਾਲ ਖੜਨ ਦੀ ਗੱਲ ਕਰ ਰਹੀਆਂ ਨੇ। ਕਿਸਾਨਾਂ ਦੀ ਹਤੈਸ਼ੀ ਬਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰਾਜਨੀਤਿਕ ਪਾਰਟੀਆਂ ਵੱਲੋਂ। ਅਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ 3 ਮਹੀਨੇ ਪਹਿਲਾਂ ਅਕਾਲੀ ਦਲ ਦੇ ਜੋ ਲੀਡਰ ਇਸ ਬਿੱਲ ਦਾ ਸਮਰਥਨ ਕਰ ਰਹੇ ਸੀ, ਅੱਜ ਉਹ ਲੀਡਰ ਕਹਿ ਰਹੇ ਨੇ ਕਿ ਬਿੱਲ ਸਹੀ ਨਹੀਂ ਹੈ, ਅਸੀਂ ਕਿਸਾਨਾਂ ਦੇ ਨਾਲ ਖੜ ਰਹੇ ਹਾਂ। ਕਾਂਗਰਸ ਵੱਲੋਂ ਵੀ ਬਿੱਲ ਦਾ ਵਿਰੋਧ ਕੀਤਾ ਜਾ ਰਿਹਾ, ਪਰੰਤੂ ਕੁਝ ਦਿਨ ਪਹਿਲਾਂ ਮੀਡੀਆ ਤੇ ਜੋ ਰਿਪੋਰਟਾਂ ਆਈਆਂ ਨੇ ਤਾਂ ਉਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਮੁੱਖ ਮੰਤਰੀ ਪੰਜਾਬ ਉਸ ਕਮੇਟੀ ਦੇ ਮੈਂਬਰ ਸੀ ਜਿਹੜੀ ਕਮੇਟੀ ਇਸ ਬਿੱਲ ਨੂੰ ਪਾਸ ਕਰਨ ਦੇ ਲਈ ਬਣਾਈ ਗਈ ਸੀ। ਇਸ ਨੂੰ ਲੈ ਕੇ ਅੱਜ ਅਸੀਂ ਚਰਚਾ ਕਰਨ ਪਹੁੰਚੇ ਹਾਂ ਪਿੰਡ ਖਵਾਸਪੁਰਾ ਦੇ ਵਿੱਚ। ਵੱਖ-ਵੱਖ ਸਿਆਸੀ ਪਾਰਟੀਆਂ ਦੇ ਲੀਡਰ ਵੀ ਸਾਡੇ ਨਾਲ ਮੌਜੂਦ ਨੇ, ਕਿਸਾਨ ਵੀ ਮੌਜੂਦ ਨੇ। ਅਗਰ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਸਾਡੇ ਨਾਲ ਕਿਸਾਨਾਂ ਦੇ ਵਿੱਚ ਰੁਪਿੰਦਰ ਸਿੰਘ ਰੂਪਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਤੋਂ ਬਲਾਕ ਪ੍ਰਧਾਨ ਜਿਹੜੇ ਹੈਗੇ ਆ ਉਹ ਮੌਜੂਦ ਨੇ। ਆਮ ਆਦਮੀ ਪਾਰਟੀ ਤੋਂ ਰਣਜੀਤ ਸਿੰਘ ਪਟਿਆਲਾ, ਕਾਮਰੇਡ ਰਘੁਨਾਥ ਸਿੰਘ ਕਾਂਗਰਸ ਤੋਂ ਸੁਖਦੇਵ ਸਿੰਘ ਜੀ ਤੇ ਅਕਾਲੀ ਦਲ ਤੋਂ ਗੁਰਿੰਦਰ ਸਿੰਘ ਗੋਗੀ ਅਤੇ ਐਡਵੋਕੇਟ ਕਮਲ ਜੀ ਸਾਡੇ ਨਾਲ ਮੌਜੂਦ ਨੇ ਕਾਨੂੰਨੀ ਪਹਿਲੂਆਂ ਤੇ ਗੱਲ ਕਰਨ ਦੇ ਲਈ। ਸਭ ਤੋਂ ਪਹਿਲਾਂ ਕਿਸਾਨਾਂ ਦੇ ਨਾਲ ਗੱਲ ਕਰਾਂਗੇ ਕਿ ਇਸ ਬਿੱਲ ਦੇ ਵਿੱਚ ਕੀ ਅਜਿਹਾ ਗਲਤ ਲੱਗਿਆ ਜਿਸ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਹੈ, ਤੇ ਪਹਿਲਾਂ ਜਿਹੜਾ ਪਾਰਟੀਆਂ ਵੱਲੋਂ ਇਸ ਦੇ ਹੱਕ ਦੇ ਵਿੱਚ ਗੱਲ ਕੀਤੀ ਜਾ ਰਹੀ ਸੀ ਹੁਣ ਵਿਰੋਧ ਕੀਤਾ ਜਾ ਰਿਹਾ। ਰੁਪਿੰਦਰ ਸਿੰਘ ਜੀ, ਬਿੱਲ ਦੇ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਵਿਰੋਧ ਕੀਤਾ ਜਾ ਰਿਹਾ, ਕੀ ਤੁਹਾਨੂੰ ਲੱਗ ਰਿਹਾ ਅਗਰ ਬਿੱਲ ਆ ਗਿਆ ਤਾਂ ਕਿਸਾਨਾਂ ਦੇ ਲਈ ਕੀ ਮਾੜਾ ਹੋਵੇਗਾ? ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਜਿਹੜੇ ਬਿੱਲ ਹੈ 3 ਜੇ ਲਾਗੂ ਹੋ ਗਏ ਤਾਂ ਕਿਸਾਨ ਜਮਾਂ ਹੀ ਖਤਮ ਹੋ ਜਾਊਗਾ। ਪਹਿਲਾਂ ਹੀ ਕਿਸਾਨ ਤਾਂ ਖਤਮ ਹੋਇਆ ਵਾ, ਇਹਨਾਂ ਨਾਲ ਤਾਂ ਜਮਾਂ ਹੀ ਖਤਮ ਹੋ ਜਾਣਾ, ਇੱਕ ਡੱਬਾ ਚੱਕਣ ਵਾਲਾ ਕੰਮ ਹੋ ਜਾਣਾ। ਜਿੱਕਣਾ ਬਿਹਾਰ ਤੋਂ ਬਈਏ ਕਈ ਬੰਦਿਆਂ ਕੋਲ ਜ਼ਮੀਨਾਂ ਵੀ ਹੈਗੀਆਂ, ਉਹਨਾਂ ਨੇ ਵਿਹਲੀਆਂ ਛੱਡੀਆਂ ਵੀ ਜ਼ਮੀਨਾਂ ਉੱਥੇ ਆਪਣੀਆਂ, ਉਹ ਉਰੇ ਮਜ਼ਦੂਰੀ ਕਰਨ ਆਉਂਦੇ ਆ ਦਿੱਲੀ ਹੋਰ ਪਾਸੇ ਪੰਜਾਬ 'ਚ। ਇਸੀ ਕਰਕੇ ਆਉਂਦੇ ਆ ਕਿ ਉੱਥੇ ਉਹਨਾਂ ਨੂੰ ਭਾਅ ਨਹੀਂ ਮਿਲਦਾ। 500-600 ਰੁਪਏ ਕੁਆਂਟਲ ਕਣਕ ਉਹਨਾਂ ਦੀ ਵਿਕਦੀ, ਉਹ ਖਰਚਾ ਨਹੀਂ ਪੂਰਾ ਹੁੰਦਾ। ਸਾਡੇ ਜਿਹੜਾ ਤਾਂ ਕਣਕ ਜੀਰੀ ਇਹਦਾ ਮਤਲਬ ਚਲੋ ਰੇਟ ਤਾਂ ਬੰਨਿਆ ਵਾ, ਸਾਨੂੰ ਕੋਈ ਦਿੱਕਤ ਨਹੀਂ ਤੀ ਆਉਂਦੀ ਹੈਗੀ, ਚੱਕ ਹੁੰਦਾ ਤਾਂ। ਜੇ ਲਾਗੂ ਹੋ ਗਿਆ, ਰਾਸ਼ਟਰਪਤੀ ਨੇ ਸਾਈਨ ਕਰਤੇ ਤਾਂ ਇਹ ਸਮਝ ਲਓ ਵੀ ਕਿਸਾਨ ਜਮਾਂ ਹੀ ਖਤਮ ਹੋ ਜਾਊਗਾ, ਟੋਲਿਆ ਬਣੇ ਲੱਜੂਗਾ। ਜਿੱਕਣਾ ਮੱਕੀ ਦਾ ਰੇਟ ਹੈ 650 ਰੁਪਏ ਮੱਕੀ ਵਿਕਦੀ ਆ, ਹੁਸ਼ਿਆਰਪੁਰ ਵਿਕੀ 500 ਚੌਥੇ, ਵੀ ਜ਼ਿਮੀਂਦਾਰ ਖਤਮ ਹੋ ਜਾਣਾ। ਇਸ ਕਰਕੇ ਅਸੀਂ ਵਿਰੋਧ ਕਰਦੇ ਹਾਂ, ਕਰਦੇ ਰਵਾਂਗੇ। ਦਿੱਲੀ ਨੂੰ ਜਾਣਾ ਪਵੇ, ਜਿੱਥੇ ਮਰਜ਼ੀ ਜਾਣਾ ਪਵੇ। ਹੁਣ 25 ਤਰੀਕ ਨੂੰ ਰੇਲਾਂ ਰੋਕਣੀਆਂ, ਅਸੀਂ ਵੀ ਰੋਪੜ ਰੋਕਣੀਆਂ ਹੈ, ਵੀ ਇਹਦੇ ਕਰਕੇ ਵੀ ਮਤਲਬ ਜ਼ਿਮੀਂਦਾਰ ਖਤਮ ਹੋ ਜਾਊਗਾ। ਕੇਂਦਰੀ ਮੰਤਰੀ ਦਾ ਬਿਆਨ ਸੁਣਿਆ ਸੀ, ਉਹ ਕਹਿੰਦੇ ਕਿ ਸਿਆਸੀ ਪਾਰਟੀਆਂ ਜਿਹੜੀਆਂ ਵਿਰੋਧੀ ਪਾਰਟੀਆਂ, ਚਾਹੇ ਕਾਂਗਰਸ ਹੋਵੇ, ਅਕਾਲੀ ਦਲ ਹੋਵੇ ਜਾਂ ਆਮ ਆਦਮੀ ਪਾਰਟੀ, ਉਹ ਗੁੰਮਰਾਹ ਕਰ ਰਹੀਆਂ ਕਿਸਾਨਾਂ ਨੂੰ ਵੀ ਅਸੀਂ ਹਲੇ 4 ਸਾਲ ਸਾਡੇ 24 ਤੱਕ ਸਰਕਾਰ ਜਿਹੜੀ ਹੈਗੀ ਆ 24 ਤੱਕ ਅਸੀਂ MSP ਹਰ ਸਾਲ ਲਗਾਤਾਰ ਦੇਣਾ ਤੇ ਇਹਨਾਂ ਦੇ ਜਿਹੜੀ ਹੈਗੀ ਆ ਬੇਨਕਾਬ ਕਰਾਂਗੇ, ਜਿਹੜੀ ਇਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਕਿਸਾਨਾਂ ਨੂੰ। ਕੀ ਲੱਗਦਾ ਕਿ ਜਿਹੜਾ ਮੰਤਰੀ ਦਾ ਬਿਆਨ ਆ ਉਸ ਤੋਂ ਸੰਤੁਸ਼ਟ ਨਹੀਂ ਤੁਸੀਂ? ਨਹੀਂ, ਬਿਲਕੁਲ ਨਹੀਂ। ਉਹਨਾਂ ਨੂੰ ਲਾਗੂ ਕਰਨੇ ਦੀ ਕਿਆ ਲੋੜ ਪਈ ਵੀ ਆ? ਜੋ ਕਹਿੰਦੇ 24 ਥਾਣੀ ਅਸੀਂ ਹੈ ਤਾਂ ਮਤਲਬ ਉਹਨਾਂ ਦਾ ਤਾਂ ਕੋਈ ਭਰੋਸਾ ਹੀ ਨਹੀਂ। ਸਰਾਸਰ ਝੂਠ ਬੋਲਦੇ ਆ, ਜ਼ਿਮੀਂਦਾਰਾਂ ਨੂੰ ਗੁੰਮਰਾਹ ਕਰਦੇ ਆ ਵੀ ਇਹ ਟਿੱਕੇ ਬਹਿ ਜਵੇਂ।
ਕਰੋਨਾ ਦੀ ਆੜ ਲੱਤੀ ਜਾਂਦੀ ਆ ਵੀ ਕੋਈ ਧਰਨਾ ਨਹੀਂ ਲਾਊਂਗਾ, ਪਰ ਜ਼ਿਮੀਂਦਾਰਾਂ ਨੂੰ ਕਾਹਦਾ ਕਰੋਨੇ ਦਾ ਡਰ ਆ। ਜੇ ਇਹੀ ਕੰਮ ਹੋ ਗਿਆ ਨਾ, ਹੁਣ ਅਸੀਂ ਇਕੱਠੇ ਹੋਏ ਫਿਰ ਤਾਂ ਅਸੀਂ ਸਾਰੀ ਉਮਰ ਮਾਰੇ ਜਾਣੇ। ਨਿਆਣੇ ਬੱਚੇ ਵੀ ਸਾਡੀਆਂ ਆਉਣ ਵਾਲੀ ਪੀੜ੍ਹੀਆਂ ਵੀ ਸਾਨੂੰ ਪੁੱਛੂਗੀਆਂ ਵੀ ਤੁਸੀਂ ਕਿਆ ਕਰਦੇ ਤੇ। ਇਸ ਕਰਕੇ ਹਰੇਕ ਬੰਦੇ ਨੂੰ ਜਿਹੜੀ 2 ਰੁਪਏ ਕਿਲੋ ਕਣਕ ਮਿਲਦੀ ਆ ਉਹ ਵੀ ਬੰਦ ਹੋ ਜਾਣੀ ਆ। ਬਿਲਕੁਲ ਜੀ, ਅਕਾਲੀ ਦਲ ਤੋਂ ਸਾਡੇ ਨਾਲ ਖੜੇ ਨੇ ਗੁਰਿੰਦਰ ਸਿੰਘ ਗੋਗੀ। ਗੋਗੀ ਸਾਹਿਬ, ਜਿਹੜਾ ਹੈਗਾ ਕਿਸਾਨਾਂ ਦਾ ਕਹਿਣਾ ਕਿ ਜਿਹੜਾ ਅਸਤੀਫਾ ਦਿੱਤਾ ਗਿਆ, ਇੱਕ ਦਿਖਾਵਾ ਕੀਤਾ ਗਿਆ, ਗੱਠਜੋੜ ਬਰਕਰਾਰ ਹੈ, ਲਗਾਤਾਰ ਆਪਣੇ ਅਹੁਦੇ ਵੀ ਬਰਕਰਾਰ ਹੈ, ਕਿਵੇਂ ਦੇਖਦੇ ਹੋ? ਸਭ ਤੋਂ ਪਹਿਲਾਂ ਤਾਂ ਪੰਜਾਬੀ ਲੋਕ ਚੈਨਲ ਦੇਖ ਰਹੇ ਸਰੋਤਿਆਂ ਦਾ ਅਤੇ ਜਿੰਨੇ ਵੀ ਇੱਥੇ ਸਾਰੇ ਮੇਰੇ ਬਹੁਤ ਹੀ ਸਤਿਕਾਰਯੋਗ ਸੱਜਣ ਖੜੇ ਆ, ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਅਸਤੀਫੇ ਦੀ ਗੱਲ ਆ ਰਹੀ ਆ, ਜਦੋਂ ਬਿੱਲ ਦੀ ਡਰਾਫਟਿੰਗ ਹੋਈ ਉਹ ਕੈਬਨਿਟ ਹਰੇਕ ਮਿਨਿਸਟਰ ਕੋਲ ਜਾਂਦਾ ਐਜ ਪਰ ਕਾਨੂੰਨ। ਜਦੋਂ ਇਹ ਬਿੱਲ ਆਰਡੀਨੈਂਸ ਦੀਆਂ ਡਰਾਫਟਿੰਗ ਜਿਹੜੀ ਕਾਪੀਆਂ ਬੀਬਾ ਹਰਸਿਮਰਤ ਕੌਰ ਕੋਲ ਗਈਆਂ ਤਾਂ ਉਹਨਾਂ ਨੇ ਉਹਦੇ ਉੱਤੇ ਕੁਝ ਆਬਜੈਕਸ਼ਨ ਲਗਾਏ। ਜਦੋਂ ਆਬਜੈਕਸ਼ਨ ਲਾ ਕੇ ਦੁਬਾਰਾ ਉਹ ਕੈਬਨਿਟ 'ਚ ਪੇਸ਼ ਹੋਇਆ ਤਾਂ ਉਦੋਂ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਵੀ ਜਦੋਂ ਅਸੀਂ ਇਹ ਬਿੱਲ ਪੇਸ਼ ਕਰਾਂਗੇ ਤਾਂ ਉਸ ਵੇਲੇ ਜਿਹੜੇ ਤੁਹਾਡੇ ਇਤਰਾਜ਼ ਹੈ ਦੂਰ ਕਰਕੇ ਪੇਸ਼ ਕਰਾਂਗੇ। ਪਰ ਅਫਸੋਸ ਦੀ ਗੱਲ ਹੈ ਕਿ ਉਹ ਵਿਸ਼ਵਾਸ ਜਿਹੜਾ ਸਿਰਫ ਵਿਸ਼ਵਾਸ ਰਹਿ ਗਿਆ, ਉਹ ਵਿਸ਼ਵਾਸ ਵੀ ਵਿਸ਼ਵਾਸਘਾਤ ਹੋ ਗਿਆ। ਪਰ ਜਦੋਂ ਬਿੱਲ ਪੇਸ਼ ਕੀਤਾ ਉਦੋਂ ਜਿਹੜਾ ਕੋਈ ਆਬਜੈਕਸ਼ਨ ਜੋ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਉਸ ਫਾਈਲ ਦੇ ਉੱਤੇ ਲਗਾਏ ਗਏ ਸੀ ਉਹ ਦੂਰ ਨਹੀਂ ਕੀਤੇ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਫੈਸਲਾ ਕਰਕੇ ਜਿਹੜਾ ਹੈਗਾ ਉਹਦਾ ਬਾਈਕਾਟ ਵੀ ਕੀਤਾ, ਉਹਦਾ ਵਿਰੋਧ ਵੀ ਕੀਤਾ ਔਰ ਬੀਬਾ ਜੀ ਨੇ ਉਦੋਂ ਅਸਤੀਫਾ ਵੀ ਦਿੱਤਾ। ਕਿਉਂਕਿ ਤੁਸੀਂ ਦੱਸਿਆ ਕਿ ਵਿਸ਼ਵਾਸਘਾਤ ਕੀਤਾ ਹੈ ਬੀਜੇਪੀ ਵੱਲੋਂ ਅਕਾਲੀ ਦਲ ਦੇ ਨਾਲ, ਜੋ ਕਿਹਾ ਸੀ ਪੂਰਾ ਨਹੀਂ ਕੀਤਾ। ਫਿਰ ਗੱਠਜੋੜ ਕਿਉਂ ਬਰਕਰਾਰ ਆ? ਗੱਠਜੋੜ ਵੀ ਬਰਕਰਾਰ ਆ ਤੇ ਐਮਪੀ ਦਾ ਉਹਦੇ ਵੀ ਜਿਹੜੀ ਹੈਗੀਆਂ ਸਹੂਲਤਾਂ ਮਾਣੀਆਂ ਜਾ ਰਹੀਆਂ। ਗੱਲ ਇਹ ਹੈ ਜੀ, ਜਿੱਥੋਂ ਤੱਕ ਤੁਸੀਂ ਐਮਪੀ ਦੇ ਉਹਦੇ ਸਹੂਲਤਾਂ ਮਾਣੀਆਂ, ਪੰਜਾਬ 'ਚ 13 ਐਮਪੀ ਆ, 13 ਦੇ 13 ਐਮਪੀ 'ਚੋਂ ਕਿਸੇ ਨੇ ਕੋਈ ਅਸਤੀਫਾ ਨਹੀਂ ਦਿੱਤਾ। ਐਮਪੀ ਤਾਂ ਸਾਰੇ ਹੀ ਐਜ ਇਟ ਇਜ਼ ਹੈਗੇ ਆ। ਬਾਕੀ ਜਿਹੜੀ ਗੱਠਜੋੜ ਦੀ ਸਵਾਲ ਆ ਕਿ ਤੁਸੀਂ ਪਹਿਲਾਂ ਵੀ ਸਵਾਲ ਕਰਦੇ ਸੀ ਕਿ ਬੀਬੀ ਅਸਤੀਫਾ ਦੇਊਗੀ ਨਹੀਂ, ਅਸੀਂ ਉਦੋਂ ਵੀ ਗੱਲ ਕਹੀ ਸੀ ਸਮਾਂ ਆਉਣ ਦੇ ਦੱਸਾਂਗੇ। ਜਿਹੜੀ ਤੁਸੀਂ ਅੱਜ ਗੱਠਜੋੜ ਦੀ ਗੱਲ ਕੀਤੀ ਆ, ਇਹ ਸਮਾਂ ਆਉਣ ਦਿਓ, ਤੁਹਾਨੂੰ ਸਮੇਂ ਮੁਤਾਬਕ ਪਤਾ ਲੱਗੂਗਾ ਹੁੰਦਾ ਕੀ ਆ। ਮਤਲਬ ਸਮਾਂ ਦੇਖੇਗਾ ਕਿ ਕਿੱਧਰ ਨੂੰ ਜ਼ਿਆਦਾ ਵੋਟ ਬੈਂਕ ਜ਼ਿਆਦਾ ਉੱਧਰ ਨੂੰ ਝੁਕਾਊਗਾ। ਨਹੀਂ, ਸਾਨੂੰ ਪਤਾ ਅਸੀਂ ਕਰਨਾ ਕੀ ਆ, ਪਰ ਸਾਡੀ ਸੀਕ੍ਰੇਸੀ ਆ ਪਾਰਟੀ ਦੀ। ਕੋਈ ਪਾਰਟੀ ਆਪਣੀ ਸੀਕ੍ਰੇਸੀ ਡਿਸਕਲੋਜ਼ ਨਹੀਂ ਕਰਦੀ ਹੁੰਦੀ। ਸਮੇਂ ਤੇ ਤੁਹਾਨੂੰ ਉਹਦਾ ਜਿਹੜਾ ਹੈਗਾ ਉਹ ਵੀ ਖੋਲ੍ਹ ਦਿੱਤਾ ਜਾਊਗਾ। ਤੁਸੀਂ ਕਿਹਾ ਕਿ 13 ਦੇ 13 ਐਮਐਲਏ ਨੇ ਅਸਤੀਫਾ ਨਹੀਂ ਦਿੱਤਾ, ਐਮਪੀ ਨੇ। ਗੱਠਜੋੜ ਤਾਂ ਜਿਹੜਾ ਹੈਗਾ ਅਕਾਲੀ ਦਲ ਦਾ, ਬਾਕੀਆਂ ਦਾ ਗੱਠਜੋੜ ਤਾਂ ਨਹੀਂ, ਉਹ ਕਿਉਂ ਅਸਤੀਫਾ ਦੇਣਗੇ? ਨਹੀਂ ਜੀ, ਤੁਸੀਂ ਪਹਿਲੀ ਗੱਲ ਤਾਂ ਮੈਨੂੰ ਤੁਹਾਡੇ ਤੇ ਇਤਰਾਜ਼ ਹੈ ਇਸ ਗੱਲ ਦਾ ਜੀ। ਤੁਸੀਂ ਅੱਜ ਸਾਨੂੰ ਇਕੱਲਿਆਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਇਕੱਲਾ ਨੁਮਾਇੰਦਾ ਬੁਲਾਇਆ, ਪਰ ਕਾਂਗਰਸ ਪਾਰਟੀ ਦੇ ਤੁਸੀਂ 2 ਨੁਮਾਇੰਦੇ ਬੁਲਾ ਲਏ ਜੀ। ਉਹ ਅਸੀਂ ਗੱਲ ਸਹੀ ਇੱਕ ਨਾਲ ਹੀ ਕਰਾਂਗੇ। ਤੁਹਾਡੇ ਵੀ ਮੈਂਬਰ, ਤੁਹਾਡੇ ਨਾਲ ਮੈਡਮ ਜੀ ਖੜੇ ਹੋ। ਨਹੀਂ, ਉਹ ਮੈਂ ਜਿਹੜੇ ਬੁਲਾਰੇ ਗੱਲ ਕਰਨਾ ਹੁਣ ਅਸੀਂ ਗੱਲ ਇਹਦੇ ਮੈਂ ਇਤਰਾਜ਼ ਵਾਲੀ ਕੋਈ ਨਹੀਂ ਗੋਗੀ ਜੀ, ਅਸੀਂ ਗੱਲ ਇੱਕ ਨਾਲ ਹੀ ਕਰਨੀ ਆ। ਗੱਲ ਇੱਕ ਨਾਲ ਹੀ ਕਰਾਂਗੇ। ਤੁਹਾਡੇ ਹੁਣ 2 ਬੋਲਣਗੇ। ਨਹੀਂ, ਅਸੀਂ ਇੱਕ ਨਾਲ ਹੀ ਗੱਲ ਕਰਾਂਗੇ। ਬੋਲਣਗੇ ਰਣਜੀਤ ਸਿੰਘ ਪਟਿਆਲਾ ਬੋਲਣਗੇ। ਉਹ ਕਾਂਗਰਸ ਦੇ ਆ, ਦੋਨੇ ਇੱਕੋ ਟੀਮ ਹੈ ਜੀ। ਨਹੀਂ, ਇਹ ਤੁਹਾਡੇ ਦੋਸ਼ ਹੈ ਨਾ, ਤੁਹਾਡੇ ਦੋਸ਼। ਚਲੋ ਉਹ ਵੀ ਗੱਲ ਕਰਾਂਗੇ। ਉਹ ਤੁਹਾਡੇ ਸਾਹਮਣੇ ਆ ਜਾਊਗਾ। ਦੋਨੇ ਪਾਰਟੀਆਂ ਇੱਕੋ ਹੀ ਆ ਜੀ। ਲੋਕਾਂ ਨੂੰ ਦਿਖਾਉਣ ਦੇ ਲਈ ਇਹ 2 ਆ, ਪਰ ਅੰਦਰ ਦੇ ਇੱਕ ਆ। ਤੁਸੀਂ ਗੱਲ ਦੱਸੋ ਮੈਨੂੰ ਪਹਿਲਾਂ, ਤੁਹਾਡੇ ਕੋਲ ਸੱਚੀ ਮੈਂ ਗੱਲ ਪੁੱਛਦਾ ਕਿ ਅੱਜ ਆਮ ਆਦਮੀ ਪਾਰਟੀ ਦੇ ਲੀਡਰ ਸਾਹਿਬਾਨਾਂ ਵੱਲੋਂ ਬਾਰ-ਬਾਰ ਪ੍ਰਚਾਰ ਕੀਤਾ ਗਿਆ ਕਿ ਜਿਹੜਾ ਬਿੱਲ ਆਇਆ ਜੀ, ਇਹਨੂੰ ਬਿੱਲ ਲਿਆਉਣ 'ਚ 2 ਪਾਰਟੀਆਂ ਦੋਸ਼ੀ ਆ ਜੀ। ਪੰਜਾਬ ਦੀ ਕਾਂਗਰਸ ਪਾਰਟੀ ਦੋਸ਼ੀ ਆ ਜੀ। ਉਹ ਕਹਿੰਦੇ ਇਸ ਕਰਕੇ ਦੋਸ਼ੀ ਆ ਜੀ, ਅਮਰਿੰਦਰ ਸਿੰਘ ਹਾਈ ਪਾਵਰ ਕਮੇਟੀ ਦਾ ਮੈਂਬਰ ਸੀਗਾ, ਉਹਨੇ ਜਿਹੜਾ ਹੈਗਾ ਉੱਥੇ ਸਹਿਮਤੀ ਦਿੱਤੀ। ਬੀਬਾ ਹਰਸਿਮਰਤ ਕੌਰ ਬਾਦਲ ਕੈਬਨਿਟ ਦੀ ਮੰਤਰੀ ਸੀਗੀ, ਉਹਨੇ ਸਹਿਮਤੀ ਦਿੱਤੀ। ਇਹੀ ਗੱਲ ਕਹਿੰਦੇ ਆ ਨਾ ਜੀ। ਪਰ ਜਦੋਂ ਅਸਤੀਫਾ ਮੰਗਣ ਦੀ ਆਈ ਗੱਲ ਆਈ, ਉਦੋਂ ਆਮ ਆਦਮੀ ਪਾਰਟੀ ਨੇ ਬੀਬਾ ਹਰਸਿਮਰਤ ਕੌਰ ਦਾ ਅਸਤੀਫਾ ਮੰਗਿਆ, ਕੈਪਟਨ ਅਮਰਿੰਦਰ ਸਿੰਘ ਦਾ ਅਸਤੀਫਾ ਅੱਜ ਤੱਕ ਨਹੀਂ ਮੰਗਿਆ। ਵੀ 2 ਕਿੱਦਾਂ ਹੋਏ? ਇੱਕੋ ਹੀ ਹੋਏ ਨਾ। ਬਿਲਕੁਲ ਜੀ। ਹਾਂਜੀ ਰਣਜੀਤ ਸਿੰਘ ਜੀ, ਬੀ ਟੀਮ ਕਿਹਾ ਜਾ ਰਿਹਾ ਗੋਗੀ ਜੀ ਵੱਲੋਂ, ਤਾਂ ਕਹਿੰਦੇ ਕਾਂਗਰਸ ਦੀ ਬੀ ਟੀਮ ਆ, ਕੀ ਕਹਿਣਾ ਚਾਹੁੰਦੇ ਹੋ? ਦੇਖੋ, ਇਹ ਤਾਂ ਇਹਨਾਂ ਨੂੰ ਅਧਿਕਾਰ ਆ, ਜੋ ਮਰਜ਼ੀ ਕਹੇ, ਇਹਦੇ ਵਿੱਚ ਆਪਾਂ ਨਹੀਂ ਕਹਿ ਸਕਦੇ। ਗੱਲ ਇਹ ਆ ਕਿ ਜਿਹੜੇ ਅਸਤੀਫੇ ਨੂੰ ਦੇ ਕੇ ਇਹ ਸਮਝਦੇ ਆ ਵੀ ਜਿਵੇਂ ਕਿਤੇ ਰੰਗਜੇਬ ਨੂੰ ਮਾਰਤਾ ਬੀਬੀ ਹਰਸਿਮਰਤ ਕੌਰ ਨੇ। ਪਹਿਲੀ ਗੱਲ, ਉਹਨਾਂ ਨੇ ਸਿਰਫ ਜਿਹੜਾ ਉਹਨਾਂ ਨੂੰ ਇੱਕ ਵਜ਼ੀਰੀ ਮਿਲੀ ਵੀ ਸੀ ਉਹ ਤੋਂ ਅਸਤੀਫਾ ਦਿੱਤਾ ਹੈ। ਇਹ ਐਂ ਨਹੀਂ ਲੱਗਦਾ ਵੀ ਜਿਵੇਂ ਘਰ ਵਾਲੇ ਨੂੰ ਤਾਂ ਤਲਾਕ ਦੇ ਦਿੱਤਾ ਪਰ ਰਹਿੰਦੀ ਸਹੁਰਿਆਂ ਵਿੱਚ ਆ। ਇਹ ਬਿਲਕੁਲ ਇਹੀ ਹਾਲ ਹੋਇਆ ਵਾ ਇਹਨਾਂ ਦਾ। ਇਹ ਮੌਕਾ ਦੇਖ ਰਹੇ ਆ, ਜੇ ਕੱਲ੍ਹ ਨੂੰ ਪੁੱਠੀ ਗੱਲ ਆਉਂਦੀ ਹੈ ਤਾਂ ਉੱਧਰ ਨੂੰ ਛਾਲ ਮਾਰ ਦੂੰਗੇ, ਨਹੀਂ ਉੱਧਰ ਨੂੰ ਮਾਰ ਦੂੰਗੇ। 15 ਦਿਨ ਪਹਿਲਾਂ
ਦਲਜੀਤ ਸਿੰਘ ਚੀਮਾ ਟੀਵੀ ਤੇ ਗੋਗੀ ਜੀ ਵਿੱਚ ਨਹੀਂ ਪਲੀਜ਼, ਵਿੱਚ ਨਹੀਂ ਬੋਲਣਾ, ਉਹਨਾਂ ਨੂੰ ਗੱਲ ਕਰਨ ਦਿਓ ਆਪਣੀ, ਕਿਸੇ ਨੇ ਪਲੀਜ਼ ਬੋਲਣਾ। 15 ਦਿਨ ਪਹਿਲਾਂ ਦਲਜੀਤ ਸਿੰਘ ਚੀਮਾ ਟੀਵੀ ਚੈਨਲਾਂ ਤੇ, ਨੈਸ਼ਨਲ ਟੀਵੀ ਚੈਨਲਾਂ ਤੇ ਹੁਬ ਕੇ ਕਹਿ ਰਹੇ ਸੀ ਕਿ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਗੁੰਮਰਾਹ ਹੋ ਗਈਆਂ। ਇਹ ਜਿਹੜਾ ਆਰਡੀਨੈਂਸ ਪਾਸ ਕੀਤਾ ਗਿਆ, ਕਾਨੂੰਨ ਬਣਾਇਆ ਹੈ ਮੋਦੀ ਸਾਹਿਬ ਨੇ, ਇਹ ਕਿਸਾਨਾਂ ਨੂੰ ਇੰਨਾ ਅਮੀਰ ਕਰ ਦੇਗਾ, ਕਿਸਾਨ ਤੰਗਲੀਆਂ ਗਲ ਪੈਸੇ ਇਕੱਠੇ ਕਰਕੇ ਪੰਡਾਂ ਭਰੂਗੇ। ਨਹੀਂ ਹੁਣ ਉਹ ਰੁਪਈਏ ਬਣ ਗਏ ਨਹੀਂ ਛੇਤੀ। ਜਿੱਦਣ ਇਹਨਾਂ ਨੇ ਦੇਖਿਆ ਕਿ ਸਾਰੇ ਦਾ ਸਾਰਾ ਪੰਜਾਬ ਉਲਟ ਹੋ ਗਿਆ, ਹਰ ਕਿਸਾਨ ਜਥੇਬੰਦੀ, ਹਰ ਮਜ਼ਦੂਰ ਜਥੇਬੰਦੀ, ਹਰ ਆੜ੍ਹਤੀਆਂ ਦੀ ਜਥੇਬੰਦੀਆਂ ਇਹਨਾਂ ਦੇ ਖਿਲਾਫ ਹੋ ਗਈਆਂ। ਇਹਨਾਂ ਨੇ ਰਾਤੋਂ ਰਾਤ ਸਕੀਮ ਬਣਾਈ ਕਿ ਐਂ ਕਰੋ ਜੀ, ਹੁਣ ਬੀਬੀ ਨੂੰ ਕਹੋ ਵੀ ਅਸਤੀਫਾ ਦੇਵੇ ਤਾਂ ਕਿ ਪੰਜਾਬ ਦੇ ਵਿੱਚ ਸਾਡਾ ਵਜੂਦ ਬਚ ਜਾਵੇ। ਤੇ ਹੁਣ ਚੀਮਾ ਜੀ ਕਹਿੰਦੇ ਵੀ ਇਹ ਵੀ ਗੋਗੀ ਜੀ ਵੀ ਕਹਿ ਰਹੇ, ਸਾਰੇ ਕਹਿ ਰਹੇ ਆ ਕਿ ਜੀ ਇਹ ਜਿਹੜਾ ਆਰਡੀਨੈਂਸ ਆ ਇਹ ਕਿਸਾਨਾਂ ਦੇ ਖਿਲਾਫ ਆ। ਚਲੋ ਜਦ ਤੁਹਾਨੂੰ ਪਤਾ ਕਿ ਭਾਜਪਾ ਨੇ ਤੁਹਾਡੇ ਕੋਲ ਵਿਸ਼ਵਾਸਘਾਤ ਕੀਤਾ ਹੈ, ਇਹ ਤਾਂ ਮੰਨਦੇ ਆ ਨਾ, ਤਾਂ ਅਸਤੀਫਾ ਦਿੱਤਾ ਹੈ। ਫਿਰ ਇੱਥੇ ਇਕੱਲੇ ਇਹਦੇ ਗੱਲ ਨਹੀਂ ਹੈਗੀ, ਤੁਹਾਨੂੰ ਪਤਾ ਕਿ ਉਹਨੇ ਵਿਸ਼ਵਾਸਘਾਤ ਕੀਤਾ ਹੈ। ਜਿਹੜਾ ਦੋਸਤ ਮਿੱਤਰ ਵਿਸ਼ਵਾਸਘਾਤ ਕਰੇ ਉਹਦੇ ਨਾਲ ਤਾਂ ਬੰਦਾ ਮੂੰਹ ਨਹੀਂ ਦੇਖਦਾ ਉਹਦਾ। ਤਾਂ ਤੁਸੀਂ 2 ਵਜੇ ਹੀ ਪਾਰਲੀਮੈਂਟ ਮੈਂਬਰ ਤੋਂ ਸੁਖਬੀਰ ਸਿੰਘ ਬਾਦਲ ਅਸਤੀਫਾ ਦੇਵੇ, ਪਾਰਲੀਮੈਂਟ ਮੈਂਬਰ ਤੋਂ ਬੀਬੀ ਹਰਸਿਮਰਤ ਕੌਰ ਅਸਤੀਫਾ ਦੇਵੇ, ਛੱਡੇ ਸਾਰਿਆਂ ਨੂੰ। ਔਰ ਅੱਜ ਜਨਤਕ ਤੌਰ ਤੇ ਐਲਾਨ ਕਰੇ ਕਿ ਸਾਡਾ ਭਾਜਪਾ ਦੇ ਨਾਲ ਕੋਈ ਵੀ ਜਿਹੜਾ ਰਾਜਨੀਤਿਕ ਜੋੜ ਨਹੀਂ ਹੈਗਾ ਕਿਸੇ ਤਰ੍ਹਾਂ ਦਾ, ਔਰ ਪੂਰੀ ਜ਼ਿੰਦਗੀ ਨਹੀਂ ਰਹੂੰਗਾ ਕਿਉਂਕਿ ਇਹਨਾਂ ਨੇ ਕਿਸਾਨਾਂ ਦੇ ਪਿੱਠ ਦੇ ਵਿੱਚ ਛੁਰਾ ਮਾਰਿਆ। ਇਹਨਾਂ 'ਚ ਹਿੰਮਤ ਹੈ ਕਿਸੇ 'ਚ? ਨਹੀਂ ਕਹਿਣਾ ਇਹਨਾਂ ਨੇ। ਅੱਜ ਲਿਖਾ ਲਿਓ, 4 ਦਿਨ ਰੌਲਾ ਪੈਣਾ ਹੈ। ਲੋਕਾਂ ਦਾ ਗੁੱਸਾ ਦੂਰ ਕਰਨ ਵਾਸਤੇ, ਮਾਹੌਲ ਦਾ ਹਾਲਾਤ ਦੇਖਣ ਵਾਸਤੇ ਇਹ ਡਰਾਮਾ ਕੀਤਾ ਗਿਆ ਹੈ। ਪਹਿਲੀ ਗੱਲ ਤਾਂ ਮੈਂ ਤੁਹਾਨੂੰ ਦੱਸ ਦੇਵਾਂ, ਬੀਬੀ ਚਲੋ ਸਰਦਾਰ ਸੁਖਬੀਰ ਸਿੰਘ ਬਾਦਲ, ਸਰਦਾਰ ਸੁਖਬੀਰ ਸਿੰਘ ਬਾਦਲ ਤਾਂ ਪਰਮਾਤਮਾ ਦੇ ਭਾਣੇ ਵਿੱਚ ਆ, ਪਰ ਬੀਬੀ ਹਰਸਿਮਰਤ ਕੌਰ ਨੂੰ ਤਾਂ ਮਹਾਰਾਜ ਨੇ ਸਾਰੀ ਸੂਝੀ ਬੂਝੀ ਦਿੱਤੀ ਵੀ ਆ। ਪਹਿਲੀ ਗੱਲ ਤਾਂ ਉਹਨਾਂ ਨੂੰ ਆ ਜਿਹੜੇ ਕਹਿੰਦੇ ਆ ਨਾ ਵੀ ਅਸੀਂ ਬਹੁਤ ਬੜਾ ਕਿਤੇ ਕੁਰਬਾਨੀ ਦੇ ਦਿੱਤੀ, ਇਹ ਉਹਦਾ ਹੈ ਕਿਆ ਸੀ? ਨਾ ਉਹ ਰੱਖਿਆ ਮੰਤਰੀ, ਨਾ ਖੇਡ ਮੰਤਰੀ, ਨਾ ਕੋਈ ਚੱਜ ਦਾ ਮੰਤਰੀ। ਇਹ ਚਟਣੀ ਅਚਾਰ ਪਾਉਣੇ ਦੀ ਵਜ਼ੀਰੀ ਹੈ ਇਹਦੇ ਕੋਲ। ਚਲੋ ਆਮ ਆਦਮੀ ਪਾਰਟੀ ਵੱਲੋਂ ਕੀ ਕੀਤਾ ਕਿਸਾਨਾਂ ਦੇ ਇਸ ਸੰਘਰਸ਼ ਦੇ ਲੈ ਕੇ, ਕਿਵੇਂ ਖੜੀ ਆਮ ਆਦਮੀ ਪਾਰਟੀ? ਆਮ ਆਦਮੀ ਪਾਰਟੀ ਸਿਰੇ ਤੱਕ ਖੜੀ ਆ। ਅੱਜ ਸਾਡੇ ਆਮ ਆਦਮੀ ਪਾਰਟੀ ਦੇ ਸੰਜੇ ਸਿੰਘ ਨੂੰ ਬਾਹਰ ਕੱਢਿਆ ਗਿਆ, ਸਭ ਨੂੰ ਪਤਾ ਹੈ। ਬਾਹਰ ਬੈਠੇ ਔਰ ਰਾਜ ਸਭਾ ਦੇ ਮੈਂਬਰ ਤੋਂ, ਔਰ ਡਟ ਕੇ ਬੋਲ ਰਹੇ ਆ, ਡਟ ਕੇ ਬੋਲੂਗੇ। ਇਹ ਇਕੱਲੇ ਨਹੀਂ ਕਿ ਰਾਜਨੀਤਿਕ ਤੌਰ ਤੇ ਆ, ਕਿਉਂਕਿ ਆਮ ਆਦਮੀ ਪਾਰਟੀ ਦੇ ਵਿੱਚ ਆਮ ਲੋਕ ਆ, ਆਮ ਲੋਕ ਕਿਸਾਨ ਆ। ਬਿਲਕੁਲ ਜੀ, ਬਿਲਕੁਲ ਜੀ, ਬਿਲਕੁਲ ਜੀ। ਸੁਖਦੇਵ ਜੀ ਕੋਲ ਜਾਂਦੇ। ਸੁਖਦੇਵ ਜੀ ਬੀ ਟੀਮ ਕਿਹਾ ਜਾ ਰਿਹਾ ਗੋਗੀ ਜੀ ਵੱਲੋਂ ਜਿਹੜਾ ਹੈ ਕਾਂਗਰਸ ਦੀ ਆਮ ਆਦਮੀ ਪਾਰਟੀ ਨੂੰ, ਕਿਵੇਂ ਦੇਖਦੇ ਹੋ? ਦੇਖੋ, ਪਹਿਲੀ ਤਾਂ ਜੀ ਮੇਰੀ ਪੰਜਾਬੀ ਲੋਕ ਦੇ ਸਾਰੇ ਸਰੋਤਿਆਂ ਨੂੰ ਤੇ ਮੇਰੇ ਸਾਰੇ ਜਿੰਨੇ ਇੱਥੇ ਪਤਵੰਤੇ ਸੱਜਣ ਆਏ ਨੇ, ਮੇਰਾ ਸਿਰ ਨਵਾ ਕੇ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਦੇਖੋ, ਅੱਜ ਗੱਲ ਇੱਥੇ ਆਰੋਪ ਪ੍ਰਤਿਆਰੋਪਾਂ ਦੀ ਨਾ ਆਪਾਂ ਕਰੀਏ, ਗੱਲ ਇੱਥੇ ਆਪਾਂ ਕਿਸਾਨੀ ਦੀ ਕਰੀਏ। ਬਿਲਕੁਲ ਜੀ, ਬਿਲਕੁਲ ਗੱਲ ਕਿਸਾਨੀ ਦੀ ਕਰੀਏ। ਇਸ ਵੇਲੇ ਕਿਸਾਨੀ ਸੰਕਟ 'ਚ ਹੈ, ਪੰਜਾਬ ਸੰਕਟ 'ਚ ਹੈ, ਪੰਜਾਬ ਦਾ ਹਰ ਇੱਕ ਬੱਚਾ ਸੰਕਟ 'ਚ ਹੈ, ਕਿਉਂਕਿ ਗੱਲ ਇਕੱਲੀ ਕਿਸਾਨੀ ਦੀ ਨਹੀਂ। ਜੇ ਅੱਜ ਪੰਜਾਬ ਬਚਿਆ ਹੋਇਆ, ਪੰਜਾਬ ਖੁਸ਼ਹਾਲ ਹੈ, ਤਾਂ ਉਹ ਜਿਹੜੀ ਸਾਡੀ MSP ਤੇ ਖਰੀਦ ਹੁੰਦੀ ਹੈ ਝੋਨੇ ਤੇ ਕਣਕ ਦੀ, ਉਹਦੇ ਸਿਰ ਤੇ ਹੈ। ਕਿਉਂਕਿ ਸਾਡੇ 70-75 ਹਜ਼ਾਰ ਕਰੋੜ ਰੁਪਈਆ ਜਿਹੜੀ ਸਰਕੂਲੇਸ਼ਨ ਇਸ ਸੂਬੇ ਦੇ ਵਿੱਚ ਉਹ ਸਾਲ ਭਰ 'ਚ ਹੁੰਦੀ ਹੈ, ਉਹਦੇ ਸਿਰ ਤੇ ਅਸੀਂ ਰੋਟੀ ਖਾਂਦੇ ਹਾਂ। ਵਪਾਰੀ, ਟਰਾਂਸਪੋਰਟਰ, ਪੱਲੇਦਾਰ, ਮਜ਼ਦੂਰ, ਫਿਰ ਆਪਣੇ ਆੜ੍ਹਤੀਏ ਤੇ ਹੋਰ ਜਿਹੜਾ ਸਾਰਾ ਕਿਸਾਨ ਆਪ ਸਾਰੇ ਪੰਜਾਬ ਦਾ ਢਿੱਡ ਭਰ ਰਿਹਾ। ਇਸ ਕਰਕੇ ਮੈਂ ਤਾਂ ਇਸ ਆਰੋਪ ਪ੍ਰਤਿਆਰੋਪ 'ਚ ਪੈਣਾ ਨਹੀਂ। ਮੇਰੀ ਤਾਂ ਇਹ ਗੱਲ ਹੈ ਵੀ ਅਸੀਂ ਕਾਂਗਰਸ ਵੱਲੋਂ ਇੱਕ ਗੱਲ ਬੜੀ ਤੁਹਾਨੂੰ ਸਪਸ਼ਟ ਦੱਸਦੇ ਹਾਂ, ਫਰੋਮ ਡੇ 1 ਜਿੱਦੇ ਤੋਂ 5 ਜੂਨ ਤੋਂ ਇਹ ਹਮਲਾ ਹੋਇਆ, ਕਾਂਗਰਸ ਪਾਰਟੀ ਟੇਕੇ ਨਹੀਂ ਬੈਠੀ। ਚਾਹੇ ਵਿਧਾਨ ਸਭਾ 'ਚ ਮਤਾ ਲਿਆ ਕੇ ਮਤਾ ਪਵਾ ਕੇ ਉਹਨੂੰ ਮਤੇ ਨੂੰ ਨਿੰਦਣ ਦੀ ਗੱਲ ਹੋਵੇ, ਚਾਹੇ ਸਾਨੂੰ ਚੰਡੀਗੜ੍ਹ ਵੱਲ ਜਾ ਕੇ ਟਰੈਕਟਰ ਮਾਰਚ ਕਰਨ ਦੀ ਗੱਲ ਪਈ ਹੋਵੇ। ਸਾਰੇ ਪਿੰਡਾਂ ਦੇ ਵਿੱਚ ਪਰਸੋਂ ਅਸੀਂ ਰੈਲੀਆਂ ਕੀਤੀਆਂ ਨੇ, ਅੱਜ ਵੀ ਸਾਡੇ ਟਰੈਕਟਰ ਮਾਰਚ ਪਿੰਡਾਂ 'ਚ ਹੋਏ ਆ। ਅਸੀਂ ਪਿੰਡਾਂ ਦੇ ਵਿੱਚ ਨਾਲ ਖੜੇ ਹਾਂ ਔਰ ਅਸੀਂ ਇਹ ਜਿਹੜਾ ਹੈਗਾ ਕਿਸਾਨੀ ਦੇ ਨਾਲ ਪੂਰਾ ਹੋ ਖੜਾਂਗੇ। ਪਰ ਮੈਂ ਇੱਕ ਗੱਲ ਕਹਿਣ ਵੱਲੋਂ ਜ਼ਰੂਰ ਮੈਨੂੰ ਉਹ ਗਰੇਜ ਕਰੂੰਗਾ, ਜਿਵੇਂ ਕੋਈ B ਟੀਮ A ਟੀਮ ਕਹੇ, ਕੋਈ ਨਹੀਂ। ਹਰ ਇੱਕ ਪੋਲੀਟੀਕਲ ਪਾਰਟੀ ਦਾ ਆਪਣਾ ਸਟੈਂਡ ਹੁੰਦਾ, ਹਰ ਇੱਕ ਪੋਲੀਟੀਕਲ ਪਾਰਟੀ ਨੇ ਆਪਣੀ ਗੱਲ ਰੱਖਣੀ ਹੁੰਦੀ ਹੈ। ਪਰ
ਅੱਜ ਉਹ ਵੀ ਬੋਲ ਰਹੇ ਨੇ ਜਿਹੜੇ ਪਰਸੋਂ ਤੱਕ ਤੂੰਬੀ ਕੋਈ ਹੋਰ ਕੋਈ ਸਾਜ਼ ਚੱਲਦਾ ਸੀ, ਅੱਜ ਨਵਾਂ ਸਾਜ਼ ਚੱਲਦਾ ਹੈ। ਔਰ ਮੈਨੂੰ ਇੱਕ ਗੱਲ ਦਾ ਹੋਰ ਅਫਸੋਸ ਹੈ ਵੀ 25 ਤਰੀਕ ਨੂੰ ਪੰਜਾਬ ਦੇ ਕਿਸਾਨ ਪੰਜਾਬ ਬੰਦ ਕਰਨ ਜਾ ਰਹੇ ਨੇ। ਇਹ ਪੰਜਾਬ ਨੂੰ ਚਲਾਉਣਾ ਚਾਹੁੰਦੇ ਨੇ। ਇਹਨਾਂ ਨੇ ਆਪਦੇ ਕਾਡਰ ਨੂੰ ਇੱਕ ਇਹ ਦਿੱਤਾ ਵੀ 3 ਘੰਟੇ ਦਾ ਆਪਾਂ ਜਾਮ ਲਾਉਣਾ, 3 ਘੰਟੇ ਦਾ ਚੱਕਾ ਜਾਮ ਕਰਨਾ, ਸਾਰਾ ਦਿਨ ਪੰਜਾਬ ਬੰਦ ਨਹੀਂ ਕਰਨਾ। ਇਸ ਕਰਕੇ ਇਹ ਜਿਹੜੀਆਂ ਗੱਲਾਂ ਨੇ ਇੱਥੋਂ ਸਪਸ਼ਟ ਹੋ ਜਾਂਦਾ ਕੌਣ ਕਿਸਾਨ ਹਿੱਤੂ ਹੈ ਤੇ ਕੌਣ ਕਿਸਾਨਾਂ ਦੇ ਵਾਸਤੇ ਝੋਰਾ ਕਰਦਾ ਹੈ। ਇਸ ਕਰਕੇ ਅੱਜ ਚਾਹੇ ਉਹ ਪੋਲੀਟੀਕਲ ਪਾਰਟੀ ਕਾਂਗਰਸ ਹੈ, ਚਾਹੇ ਉਹ ਆਮ ਆਦਮੀ ਹੈ, ਚਾਹੇ ਅਕਾਲੀ ਦਲ ਹੈ, ਚਾਹੇ ਕੋਈ ਅਕਾਲੀ ਦਲ ਹੋਰ ਨਵਾਂ ਬਣਿਆ ਹੋਵੇ, ਚਾਹੇ ਸਾਡੇ ਕਾਮਰੇਡ ਭਾਈ, ਹੁਣ ਸਾਰਿਆਂ ਦਾ ਇਹ ਚਾਹੀਦਾ ਤਹਈਆ ਕਰਕੇ ਅਸੀਂ ਆਪਣਾ ਪੰਜਾਬ ਨੂੰ ਬਚਾ ਲਈਏ। ਇਹ ਕਿਸਾਨੀ ਨਹੀਂ ਅਸੀਂ ਬਚਾਉਣ ਦੀ ਗੱਲ ਕਰਦੇ, ਅਸੀਂ ਪੰਜਾਬ ਨੂੰ ਬਚਾ ਲਈਏ। ਬਚ ਜਾਂਗੇ ਤਾਂ ਰੋਟੀ ਖਾ ਲਾਂਗੇ, ਤੇ ਨਹੀਂ ਜੋ 2006 'ਚ ਇਹ ਕਾਨੂੰਨ ਲਾਗੂ ਕਰਕੇ ਬਿਹਾਰ ਦਾ ਹੋਇਆ ਉਹੀ ਸਾਡਾ ਹੋਣਾ। ਉਹ ਸਾਡੇ ਆ ਕੇ ਇੱਥੇ ਲੇਬਰ ਕਰਨ ਜਾਂਦੇ, ਫਿਰ ਅਸੀਂ ਕਿਤੇ ਹੋਰ ਲੇਬਰ ਕਰਨ ਜਾਇਆ ਕਰਾਂਗੇ। ਬਿਲਕੁਲ ਕਿਸਾਨਾਂ ਦਾ ਮੁੱਦਾ ਗੰਭੀਰ ਹੈ। ਸਾਨੂੰ ਜਿਹੜਾ ਹੈਗਾ ਆਪਸੀ ਜਿਹੜਾ ਲੜਾਈ ਛੱਡ ਕੇ ਕਿਸਾਨਾਂ ਦੇ ਮੁੱਦੇ ਤੇ ਗੱਲ ਕਰਨੀ ਚਾਹੀਦੀ ਹੈ ਕਿ ਕਿਵੇਂ ਕਿਸਾਨਾਂ ਨੂੰ ਬਚਾਇਆ ਜਾਣਾ ਚਾਹੀਦਾ। ਸੁਖਦੇਵ ਜੀ, ਇੱਕ ਆਰੋਪ ਇਹ ਵੀ ਲੱਗ ਰਿਹਾ ਕਿ ਹਾਈ ਪਾਵਰ ਜਿਹੜੀ ਕਮੇਟੀ ਬਣੀ ਸੀ ਇਸ ਆਰਡੀਨੈਂਸਾਂ ਨੂੰ ਪਾਸ ਕਰਨ ਦੇ ਲਈ, ਉਹਦੇ 'ਚ ਮੁੱਖ ਮੰਤਰੀ ਜੀ ਸੀਗੇ ਸ਼ਾਮਲ, ਉਸ ਤੋਂ ਬਾਅਦ ਮਨਪ੍ਰੀਤ ਬਾਦਲ ਵੀ ਸ਼ਾਮਲ ਹੋਏ ਆ। ਕਿਵੇਂ ਦੇਖਦੇ ਹੋ? ਉਹ ਕਹਿੰਦੇ ਪਹਿਲਾਂ ਸਹਿਮਤੀ ਦਿੱਤੀ ਗਈ ਆ। ਮੈਂ ਗੱਲ ਉਹੀ ਕਹਿਣਾ, ਉਹ ਸਾਰੀਆਂ ਚਿੱਠੀਆਂ ਅਸੀਂ ਜਨਤਕ ਕਰ ਚੁੱਕੇ ਹਾਂ, ਜਨਤਕ ਕਰਤੀਆਂ। ਉਹ ਹਾਈ ਪਾਵਰਡ ਕਮੇਟੀ ਉਸ ਦਿਨ ਉਹ ਨੰਗੀ ਹੋ ਗਈ ਸੀ ਜਦੋਂ ਉਹਨਾਂ ਨੇ ਪੰਜਾਬ ਨੂੰ ਨੁਮਾਇੰਦਾ ਨਹੀਂ ਸੀ ਪਾਇਆ। ਪੰਜਾਬ ਦੇ ਮੁੱਖ ਮੰਤਰੀ ਨੇ ਆਪਣਾ ਪ੍ਰੋਟੈਸਟ ਕੀਤਾ ਤਾਂ ਇੱਕ ਮੀਟਿੰਗ ਕਰਨ ਤੋਂ ਬਾਅਦ ਉਹਨਾਂ ਨੇ ਪੰਜਾਬ ਦਾ ਨੁਮਾਇੰਦਾ ਪਾਇਆ, ਤਾਂ ਦੂਜੇ ਇੱਕ ਬੰਬੇ ਦੇ ਵਿੱਚ ਮੀਟਿੰਗ ਹੋਈ ਜਿਹਦੇ ਵਿੱਚ ਕਿ ਮਨਪ੍ਰੀਤ ਬਾਦਲ ਨੇ ਉਹ ਮੀਟਿੰਗ ਅਟੈਂਡ ਕੀਤੀ। ਔਰ ਉਹਦੇ ਵਿੱਚ ਏਜੰਡਾ ਸੀ, ਅਸੀਂ ਤੁਹਾਨੂੰ ਜਨਤਕ ਕੀਤਾ, ਜੇ ਕਹੋਗੇ ਤੁਹਾਨੂੰ ਵੀ ਕਾਪੀਆਂ ਮੁਹੱਈਆ ਕਰਾ ਦਾਂਗੇ, ਮੇਰੀਆਂ ਦੂਜੀਆਂ ਪਾਰਟੀਆਂ ਦੇ ਸੱਜਣਾਂ ਕੋਲ ਹੈਗੀਆਂ, ਜੇ ਉਹਨਾਂ ਨੂੰ ਨਹੀਂ ਹੋਈਆਂ ਜਨਤਕ ਤੌਰ ਤੇ ਜਨਤਕ ਕਰਾ ਦਾਂਗੇ। ਉਹਦੇ ਵਿੱਚ ਇਹ ਸੀ ਵੀ 5 ਗੱਲਾਂ ਕੀਆਂ ਵੀ ਕਿਸਾਨਾਂ ਦੀ ਆਮਦਨ ਵੱਧ ਕਿਵੇਂ ਸਕਦੀ ਹੈ। ਉਹਦੇ ਵਿੱਚ 5 ਗੱਲਾਂ ਮਨਪ੍ਰੀਤ ਬਾਦਲ ਨੇ ਰੱਖੀਆਂ ਸੀ। ਤੀਜੀ ਜਿਹੜੀ ਮੀਟਿੰਗ ਸੀ ਉਹ ਪੋਲੀਟੀਕਲ ਲੈਵਲ ਤੇ ਨਹੀਂ ਹੋਈ, ਅਫਸਰਾਂ ਦੀ ਸੱਦੀ ਕਾਹਨ ਸਿੰਘ ਪੰਨੂ ਸਾਡੇ ਨੇ ਉਹ ਮੀਟਿੰਗ 'ਚ ਗਏ, ਔਰ ਉਹਦੇ ਵਿੱਚ ਉਹਨਾਂ ਨੇ ਅਫਸਰਾਂ ਦੇ ਵਿੱਚ ਇਹ ਮਤਾ ਲੈ ਕੇ ਕਹਿਤਾ ਵੀ ਇਹ ਤਾਂ ਅਸੀਂ ਲਾਗੂ ਇਹ ਤਾਂ ਅਸੀਂ ਬਿੱਲ ਆਰਡੀਨੈਂਸ ਬਣਾ ਲਏ। ਔਰ ਇਸ ਕਰਕੇ ਕਿਤੇ ਵੀ ਕੰਸਲਟ ਕੀਤਾ ਹੋਵੇ, ਕਿਤੇ ਵੀ ਸਾਈਨ ਹੋਣ, ਕਿਤੇ ਮੀਟਿੰਗਾਂ ਦੇ ਮਿੰਟਸ ਹੁੰਦੇ ਆ, ਜਦੋਂ ਇਦਾਂ ਦੀਆਂ ਕੋਈ ਮੀਟਿੰਗਾਂ ਹੁੰਦੀਆਂ ਉਹਦੇ ਮਿੰਟਸ ਹੁੰਦੇ ਆ, ਜਨਤਕ ਕਰ ਦੇਣ। ਮੈਂ ਇੱਥੇ ਕਾਂਗਰਸ ਦਾ ਬੁਲਾਰਾ ਇਹ ਗੱਲ ਦੀ ਜ਼ਿੰਮੇਵਾਰੀ ਨਾਲ ਕਹਿਣਾ, ਮੈਂ ਇਹਨਾਂ ਦੇ ਭਰੀ ਪੰਚਾਇਤ ਇਸੇ ਪਿੰਡ 'ਚ ਆ ਕੇ ਅਕਾਲੀ ਦਲ ਜੁਆਇਨ ਕਰੂੰਗਾ ਜੇ ਇਹ ਗੱਲ ਜਨਤਕ ਹੋ ਕੇ ਸਹੀ ਹੋਵੇ ਤਾਂ। ਬਿਲਕੁਲ ਜੀ, ਇੱਥੇ ਕਾਮਰੇਡ ਰਘੁਨਾਥ ਸਿੰਘ ਜੀ ਖੜੇ ਆ। ਕਾਮਰੇਡ ਸਾਹਿਬ, ਤਿੰਨੋਂ ਪਾਰਟੀਆਂ ਦੀ ਤੁਸੀਂ ਗੱਲਬਾਤ ਸੁਣੀ ਹੈ, ਤੁਸੀਂ ਵੀ ਕਿਸਾਨਾਂ ਦੇ ਸੰਘਰਸ਼ ਦੇ ਵਿੱਚ ਨਾਲ ਚੱਲ ਰਹੇ ਹੋ। ਕਿਵੇਂ ਦੇਖਦੇ ਹੋ ਤਿੰਨੋਂ ਪਾਰਟੀਆਂ ਕਿੰਨੀਆਂ ਹਿਤੈਸ਼ੀ ਹੈ ਕਿਸਾਨਾਂ ਦੇ ਲਈ, ਕੀ ਕਰ ਰਹੀਆਂ ਨੇ? ਮੈਂ ਪਹਿਲਾਂ ਤਾਂ ਸਭ ਤੋਂ ਇਹ ਬੇਨਤੀ ਕਰਾਂਗਾ ਕਿ ਮੋਦੀ ਸਰਕਾਰ ਜਦੋਂ ਦੀ ਸੱਤਾ 'ਚ ਆਈ ਹੈ, ਇਸ ਵੱਲੋਂ ਜਿੰਨੇ ਵੀ ਕਦਮ ਚੁੱਕੇ ਗਏ ਮਜ਼ਦੂਰਾਂ ਦੇ ਖਿਲਾਫ, ਕਿਸਾਨਾਂ ਦੇ ਖਿਲਾਫ, ਮੁਲਾਜ਼ਮਾਂ ਦੇ ਖਿਲਾਫ, ਆਮ ਜਨਤਾ ਦੇ ਖਿਲਾਫ ਚੁੱਕੇ ਗਏ। ਹੁਣ ਕਰੋਨਾ ਆ ਗਿਆ ਤੇ ਕਰੋਨਾ ਦੀ ਆੜ ਵਿੱਚ ਤਾਂ ਇਸ ਨੇ ਧੜਾ ਧੜ ਕਾਲੇ ਕਾਨੂੰਨ ਬਣਾਉਣੇ ਸ਼ੁਰੂ ਕਰਤੇ, ਕਿਸਾਨਾਂ ਤੇ ਹਮਲੇ ਸ਼ੁਰੂ ਕਰਤੇ, ਮਜ਼ਦੂਰਾਂ ਤੇ ਹਮਲੇ ਸ਼ੁਰੂ ਕਰਤੇ। ਮੈਂ ਇਹ ਪੁੱਛਣਾ ਚਾਹਨਾ ਬੀਜੇਪੀ ਸਰਕਾਰ ਤੋਂ ਵੀ, ਅਕਾਲੀ ਪਾਰਟੀ ਤੋਂ ਵੀ, ਕਿ ਕਿਸਾਨਾਂ ਨੇ ਕਦੇ ਮੰਗ ਕੀਤੀ ਸੀ ਨਾ ਤਿੰਨਾਂ ਕਾਨੂੰਨਾਂ ਦੀ? ਕਿਸਾਨਾਂ ਨੇ ਮੰਗ ਕੀਤੀ ਸੀ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਲਈ। ਉਹ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਨਾ ਕਾਂਗਰਸ ਵੇਲੇ ਲਾਗੂ ਹੋਈਆਂ, ਨਾ ਅਕਾਲੀ ਬੀਜੇਪੀ ਵੇਲੇ ਲਾਗੂ ਹੋਈਆਂ। ਇਹਦਾ ਜਵਾਬ ਦੇਣਾ ਪਏਗਾ ਅਕਾਲੀ ਬੀਜੇਪੀ ਦੇ ਆਗੂਆਂ ਨੂੰ ਕਿ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਾਉਣ ਲਈ ਕੀ ਕੀਤਾ। ਜਿਹੜੀ ਕਿਸਾਨਾਂ ਦੀ ਮੰਗ ਸੀ, ਜਿਹੜੀ ਕਿਸਾਨਾਂ ਦੀ ਮੰਗ ਨਹੀਂ ਸੀ, ਉਹ ਕਾਨੂੰਨ ਕਰੋਨਾ ਦੀ ਆੜ ਵਿੱਚ ਪਹਿਲੀ ਵਾਰੀ ਹੋਇਆ ਕਿ ਰਾਜ ਸਭਾ 'ਚ ਰੌਲਾ ਪਵਾ ਕੇ ਧੱਕੇ ਨਾਲ ਹੀ ਬਿਨਾਂ ਬਹੁਮਤ ਤੋਂ ਇਹਨਾਂ ਕਾਨੂੰਨਾਂ ਨੂੰ ਪਾਸ ਕਰ ਦਿੱਤਾ ਗਿਆ। ਇਹ ਸਾਡੇ ਦੇਸ਼ ਦੇ ਕਿਸਾਨਾਂ 'ਤੇ ਵੀ ਹਮਲਾ, ਫੈਡਰਲਿਜ਼ਮ 'ਤੇ ਵੀ ਹਮਲਾ, ਔਰ ਇਹ ਸਾਡੀ ਜਮਹੂਰੀਅਤ ਉੱਤੇ ਵੀ ਹਮਲਾ, ਸਾਡੀ ਸੰਸਦੀ ਕਾਰਜ ਪ੍ਰਣਾਲੀ ਉੱਤੇ ਵੀ ਹਮਲਾ। ਮੈਂ ਇਹ ਕਹਿਣਾ ਚਾਹਨਾ, ਜਿਹੜੀ ਸਾਥੀਆਂ ਨੇ ਗੱਲ ਕੀਤੀ ਹੈ, ਹਰਸਿਮਰਤ ਕੌਰ ਬਾਦਲ ਜੀ ਨੇ ਅਸਤੀਫਾ ਦਿੱਤਾ, ਪਰ ਮੈਂ ਇਹ ਕਹਿਣਾ ਚਾਹਨਾ ਚਾਹੇ ਕਾਂਗਰਸ ਪਾਰਟੀ ਪਰ ਕੋਈ ਦੋਸ਼ ਲਾਉਂਦਾ ਹੋਵੇ, ਚਾਹੇ ਅਕਾਲੀ ਪਾਰਟੀ ਪਰ ਕੋਈ ਦੋਸ਼ ਲਾਉਂਦਾ ਹੋਵੇ, ਇਹ ਹੁਣ ਲੁੱਕ ਕੇ ਨਹੀਂ ਰਹਿ ਹੋਣਾ ਕਿਸੇ ਤੋਂ ਵੀ, ਕਿਉਂਕਿ ਲਕੀਰ ਖਿੱਚੀ ਜਾਣੀ। ਇੱਕ ਪਾਸੇ ਕਿਸਾਨਾਂ ਪੱਖੀ ਹੋਣਗੇ, ਜੇ ਕਿਸਾਨਾਂ ਪੱਖੀ ਹੋਣਗੇ ਤਾਂ ਜੇਲ੍ਹਾਂ ਭਰਨ ਲਈ ਤਿਆਰ ਹੋ ਜਾਣਗੇ। ਇਹ ਜਿਹੜੇ ਕਾਨੂੰਨ ਹੈ, ਜਿੱਦਾਂ ਮਰਾਰਜੀ ਦੇਸਾਈ ਦੀ ਸਰਕਾਰ ਵੇਲੇ ਇੰਡਸਟਰੀਅਲ ਰਿਲੇਸ਼ਨ ਬਿੱਲ ਰੱਦੀ ਦੀ ਟੋਕਰੀ 'ਚ ਸਿੱਟ ਦਿੱਤਾ ਸੀ ਲੋਕਾਂ ਨੇ, ਐਦਾਂ ਹੀ ਪੰਜਾਬ ਦੇ ਲੋਕ, ਦੇਸ਼ ਦੇ ਲੋਕ ਮੋਦੀ ਵੱਲੋਂ ਪਾਸ ਕੀਤੇ ਇਹਨਾਂ ਤਿੰਨਾਂ ਹੀ ਕਾਨੂੰਨਾਂ ਨੂੰ ਰੱਦੀ ਦੀ ਟੋਕਰੀ 'ਚ ਸੁੱਟ ਦੇਣਗੇ।
ਜੇਕਰ ਫਿਰ ਕੋਈ ਅੰਦਰ ਖਾਤੇ ਨੇੜਤਾ ਰੱਖੇਗਾ ਦਿਖਾਵੇ ਦੇ ਤੌਰ ਤੇ ਕਿਸਾਨਾਂ ਦੇ ਨਾਲ ਹੋਵੇਗਾ, ਉਹ ਪਹਿਚਾਣਿਆ ਜਾਣਾ ਹੁਣ ਲੁੱਕ ਕੇ ਕੋਈ ਨਹੀਂ ਰਹਿ ਸਕਦਾ। ਮੈਂ ਇਹ ਕਹਿਣਾ ਚਾਹਨਾ ਆਖਿਰ ਦੇ ਵਿੱਚ ਛੋਟੀ ਜਿਹੀ ਗੱਲ, ਜਿਹੜਾ ਅਕਾਲੀ ਦਲ ਹੈ ਇਸ ਦਾ ਇਤਿਹਾਸ ਤਾਂ ਬੜਾ ਸ਼ਾਨਾ ਮੱਤਾ ਹੈ, ਪਰ ਅੱਜ ਬੜੀ ਦੁੱਖ ਦੀ ਗੱਲ ਹੈ ਜਿਹੜਾ ਅਕਾਲੀ ਦਲ ਜਮਹੂਰੀਅਤ ਦੀ ਰਾਖੀ ਲਈ ਖੜਦਾ ਸੀ, ਜਿਹੜਾ ਅਕਾਲੀ ਦਲ ਫੈਡਰਲਿਜ਼ਮ ਦੀ ਰਾਖੀ ਲਈ ਖੜਦਾ ਸੀ, ਸੈਕੂਲਰਿਜ਼ਮ ਦੀ ਰਾਖੀ ਲਈ ਖੜਦਾ ਸੀ, ਅੱਜ ਉਹ ਅਕਾਲੀ ਦਲ ਉਸ ਪਾਰਟੀ ਦਾ ਭਾਈਵਾਲ ਬਣਿਆ ਰਿਹਾ ਜਿਹਨੇ ਹਿੰਦੁਸਤਾਨ ਦੇ ਵਿੱਚ ਫਿਰਕੂ ਫਾਸ਼ੀਵਾਦ ਆਰੰਭ ਕਰ ਦਿੱਤਾ, ਜਿਸ ਨੇ ਫੈਡਰਲਿਜ਼ਮ ਦੇ ਉੱਪਰ ਅਟੈਕ ਕਰ ਦਿੱਤਾ, ਜਿਸ ਨੇ ਧਰਮ ਨਿਰਪੱਖਤਾ ਉੱਤੇ ਅਟੈਕ ਕਰ ਦਿੱਤਾ। ਸਾਡੀ ਤਾਂ ਇਹੀ ਬੇਨਤੀ ਹੈ ਕਿ ਅਕਾਲੀ ਦਲ ਬਾਦਲ ਆਪਣੀਆਂ ਪੁਰਾਣੀਆਂ ਰਵਾਇਤਾਂ ਦੇ ਮੁਤਾਬਕ ਜਿੰਨੀ ਛੇਤੀ ਭਾਜਪਾ ਨਾਲੋਂ ਲਕੀਰ ਖਿੱਚ ਕੇ ਐਨਡੀਏ ਨਾਲੋਂ ਲਕੀਰ ਖਿੱਚ ਕੇ ਪਾਸੇ ਹੋ ਕੇ ਲੜੇਗਾ, ਉਨਾ ਹੀ ਅਕਾਲੀ ਦਲ ਨੂੰ ਫਾਇਦਾ ਹੋਏਗਾ। ਜੇ ਫਿਰ ਮਿੱਸੀਆਂ ਪਕਾਣੀਆਂ ਤਾਂ ਫਿਰ ਅਕਾਲੀ ਦਲ ਨੂੰ ਫਾਇਦਾ ਨਹੀਂ ਹੋਏਗਾ, ਨਾ ਉਧਰ ਜੋਗੇ ਰਹਿਣਗੇ ਨਾ ਉਧਰ ਜੋਗੇ। ਬਿਲਕੁਲ ਜੀ। ਹਾਂਜੀ ਗੁੱਗੀ ਜੀ, ਤੁਸੀਂ ਸੁਣਿਆ ਕਾਮਰੇਡ ਸਾਹਿਬ ਨੇ ਕਿਹਾ, ਕੀ ਕਹਿਣਾ ਚਾਹੁੰਦੇ ਹੋ? ਮੈਂ ਕਿਹਾ ਜੀ ਪਹਿਲਾਂ ਤਾਂ ਮੈਂ ਗੱਲ ਕੀਤੀ ਸੀ ਵੀ ਸ਼ਾਇਦ 2 ਪਾਰਟੀਆਂ ਇਕੱਠੀਆਂ ਹੋ ਗਈਆਂ, ਪਰ ਹੁਣ ਮੈਨੂੰ ਲੱਗਦਾ 3 ਹੀ ਹੋ ਗਈਆਂ। ਕਾਰਨ ਇਹ ਆ ਵੀ ਤੁਸੀਂ ਤਿੰਨਾਂ ਦੀਆਂ ਗੱਲਾਂ ਸੁਣੀਆਂ, ਤਿੰਨਾਂ ਨੇ ਅਕਾਲੀ ਦਲ ਬਿਨਾਂ ਕਾਂਗਰਸ ਦਾ ਨਾਂ ਨਹੀਂ ਲਿਆ, ਨੰਬਰ 1। ਨੰਬਰ 2, ਸਾਡੇ ਕਾਂਗਰਸ ਪਾਰਟੀ ਦੇ ਵੀਰ ਮੇਰੇ ਵੱਡੇ ਭਰਾ ਸੁਖਦੇਵ ਸਿੰਘ ਕਹਿ ਰਹੇ ਸੀ ਕਿ ਅਮਰਿੰਦਰ ਸਿੰਘ ਹੋਣੀ ਕਿਸੇ ਮੀਟਿੰਗ 'ਚ ਨਹੀਂ ਗਏ ਹੈਗੇ। ਇਹ ਜਨਤਕ ਹੋ ਚੁੱਕੀ ਗੱਲ ਕਿ ਅਮਰਿੰਦਰ ਸਿੰਘ ਬੰਬੇ ਦੀ ਪਾਰਟੀ 'ਚ ਮਨਪ੍ਰੀਤ ਨਹੀਂ ਗਿਆ, ਅਮਰਿੰਦਰ ਸਿੰਘ ਗਿਆ ਉਸ ਮੀਟਿੰਗ ਦੇ ਵਿੱਚ। ਅਮਰਿੰਦਰ ਸਿੰਘ ਨੇ ਜਾ ਕੇ ਉਸ ਮੀਟਿੰਗ ਹਾਜ਼ਰੀ ਲੱਗੀ, ਜਨਤਕ ਹੋ ਚੁੱਕੀ ਗੱਲ ਇਹ। ਪਰ ਅਮਰਿੰਦਰ ਸਿੰਘ ਨੇ ਕਿ ਉਸ ਮੀਟਿੰਗ ਜਾ ਕੇ ਇਹ ਪਹਿਲਾਂ ਨਹੀਂ ਪੁੱਛਿਆ ਕਿ ਪਹਿਲਾਂ 3 ਮੀਟਿੰਗਾਂ 'ਚ ਹੋਇਆ ਕੀ ਆ। ਮਨਪ੍ਰੀਤ ਮੀਟਿੰਗ 'ਚ ਉਹ ਜਨਤਕ ਹੋ ਚੁੱਕੀ ਹੈ ਕਿ ਮਨਪ੍ਰੀਤ ਨੇ ਸਹਿਮਤੀ ਦਿੱਤੀ ਆ। ਸਿਰਫ ਇੱਕੋ ਬੰਦਾ ਜਿਹੜਾ ਕਾਹਨ ਸਿੰਘ ਪੰਨੂ, ਜਿਹੜਾ ਖੇਤੀਬਾੜੀ ਸੈਕਟਰੀ ਸੀ, ਉਹ ਜਦੋਂ ਮੀਟਿੰਗ ਦੇ ਵਿੱਚ ਗਿਆ, ਉਸ ਬੰਦੇ ਨੇ ਜਾ ਕੇ ਮੀਟਿੰਗ ਦੇ ਜਿਹੜੇ ਇਤਰਾਜ਼ ਲਗਾਏ ਆ, ਉਹਨੇ ਆ ਕੇ ਉਹ ਇਤਰਾਜ਼ ਕੈਪਟਨ ਅਮਰਿੰਦਰ ਸਿੰਘ ਜਿਹੜੇ ਖੇਤੀਬਾੜੀ ਮੰਤਰੀ ਵੀ ਹੈ ਪੰਜਾਬ ਦੇ, ਉਹਨਾਂ ਨੂੰ ਇਤਰਾਜ਼ ਭੇਜੇ। ਪਰ ਮੈਨੂੰ ਕਾਂਗਰਸ ਦੇ ਬੁਲਾਰੇ ਅੱਜ ਤੱਕ ਦਿਖਾ ਦੇਣ ਕਿ ਜਿਹੜੇ ਕਾਹਨ ਸਿੰਘ ਪੰਨੂ ਨੇ ਇਤਰਾਜ਼ ਲਗਾ ਕੇ ਜਿਹੜੇ ਭੇਜਿਆ ਸੀ ਵੀ ਚਿੱਠੀ ਉਹ ਮੋਦੀ ਨੂੰ ਭੇਜਣੀ ਬਣਦੀ, ਕੇਂਦਰ ਸਰਕਾਰ ਨੂੰ ਭੇਜਣੀ, ਅੱਜ ਤੱਕ ਇਹਦੇ ਨੇ ਭੇਜੀ ਇਹਨਾਂ ਨੇ। ਫਿਰ ਦੂਜੀ ਗੱਲ, ਅੱਜ ਇਹ ਸਾਨੂੰ ਕਹਿੰਦੇ ਬੀਜੇਪੀ ਦੇ ਬਾਹਰ ਹੋ ਜਾਓ। ਕਿਆ ਮਹਾਰਾਸ਼ਟਰ ਦੇ ਵਿੱਚ ਸ਼ਿਵ ਸੈਨਾ ਨੂੰ ਸਮਰਥਨ ਕਾਂਗਰਸ ਨੇ ਦਿੱਤਾ ਨਹੀਂ ਹੋਇਆ? ਸ਼ਿਵ ਸੈਨਾ ਨੇ ਸ਼ਰੇਆਮ ਬਿੱਲ ਦੀ ਹਮਾਇਤ ਕੀਤੀ ਆ, ਕੀ ਇਹਨਾਂ ਨੇ ਉਹ ਤੋਂ ਸਮਰਥਨ ਵਾਪਸ ਲੈ ਲਿਆ? ਇਹ ਮੈਨੂੰ ਦੱਸ ਸਕਦੇ ਵੀਰ ਇਹ। ਇਸ ਕਰਕੇ ਵੀਰੋ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ, ਰਾਜਨੀਤੀ ਛੱਡ ਦਿਓ। ਅਸੀਂ ਕਿਸਾਨਾਂ ਦੇ ਨਾਲ ਆ। ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਕਿਸਾਨਾਂ ਦਾ ਹਮਾਇਤੀ ਰਿਹਾ, ਕਿਸਾਨਾਂ ਦੀ ਜਥੇਬੰਦੀ ਆ। ਜੇ ਅੱਜ ਵੀ ਕਿਸਾਨਾਂ ਦੀ ਪੰਜਾਬ 'ਚ ਬਿਜਲੀ ਫਰੀ ਆ, ਮੋਟਰਾਂ ਦੀ, ਸਿਰਫ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਲਾਗੂ ਹੋਈ ਆ। ਅੱਜ ਵੀ ਇਹ ਕਾਂਗਰਸ ਸਰਕਾਰ ਨੇ ਕਦੇ ਲੁਕਵੇਂ ਢੰਗ ਦੇ ਨਾਲ ਖੇਤਾਂ ਦੇ ਮੋਟਰਾਂ ਦੇ ਉੱਤੇ ਆਪਣੇ ਮੀਟਰ ਲਗਾ ਦਿਓ ਤਾਂ ਕਿ ਕਿਸਾਨ ਨੂੰ ਬਿੱਲ ਦੇਣਾ ਪਵੇ। ਹੋਰ ਨੇਕਾਂ ਕਿਸਾਨ ਵਿਰੋਧੀ ਚਾਲਾਂ ਜਿਹੜੀਆਂ ਇਹਨਾਂ ਨੇ ਕੀਤੀਆਂ। ਪਰ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਕਿ ਚੋਰ ਮਚਾਏ ਸ਼ੋਰ ਵਾਲੀ ਗੱਲ ਹੋ ਗਈ। ਕਿਉਂਕਿ ਤੁਸੀਂ ਕਿਹਾ ਕਿ ਅਕਾਲੀ ਦਲ ਜਿਹੜਾ ਹੈਗਾ ਕਿਸਾਨ ਹਿਤੈਸ਼ੀ ਆ। ਪਿੱਛੇ ਬਿਆਨ ਆ ਰਿਹਾ ਸੀ ਬੀਬੀ ਹਰਸਿਮਰਤ ਬਾਦਲ ਦਾ ਮੀਡੀਆ ਦੇ ਉੱਤੇ, ਪ੍ਰਿੰਟ ਮੀਡੀਆ ਦੇ ਵਿੱਚ, ਇਲੈਕਟ੍ਰੋਨਿਕ 'ਚ ਵੀ। ਉਹ ਕਹਿੰਦੇ ਮੈਂ ਬਿੱਲ ਦੇ ਵਿਰੋਧ 'ਚ ਨਹੀਂ ਆ, ਮੈਂ ਕਿਸਾਨਾਂ ਦੇ ਨਾਲ ਆ, ਕਿਸਾਨਾਂ ਦੇ ਬਿੱਲ ਦਾ ਵਿਰੋਧ ਨਹੀਂ ਮੈਂ ਕਰ ਰਹੀ। ਬਿਲਕੁਲ ਜੀ, ਅਸੀਂ ਇਹ ਗੱਲ ਕਹਿੰਦੇ ਆ, ਜਿਹੜੀਆਂ ਮੱਦਾਂ ਬਿੱਲ ਦੇ ਵਿੱਚ ਗਲਤ ਆ ਉਹ ਮੱਦਾਂ ਦੇ ਵਿਰੋਧ ਕਰਦੇ ਆ, ਕਰਦੇ ਰਹਾਂਗੇ। ਤੁਸੀਂ ਗੱਲ ਕਰਦੇ, ਸਾਰੀਆਂ ਪਾਰਟੀਆਂ ਗੱਲ ਕਰਦੀਆਂ, ਤਿੰਨੇ ਬੁਲਾਰਿਆਂ ਨੇ ਗੱਲ ਕੀਤੀ ਆ ਕਿ ਅਕਾਲੀ ਦਲ ਨੇ ਡਰਾਮਾ ਕੀਤਾ। ਮੈਂ ਅੱਜ ਖਵਾਸਪੁਰੇ ਪਿੰਡ 'ਚ ਬਾਬੂ ਕਾਂਸ਼ੀ ਰਾਮ ਦਾ ਪਿੰਡ ਹੈ, ਇਸ ਧਰਤੀ ਤੇ ਖੜ ਕੇ ਕਹਿਣਾ ਕਿ ਇੱਥੋਂ ਦਾ ਸਰਪੰਚ ਕਾਂਗਰਸ ਪਾਰਟੀ ਨਾਲ ਸੰਬੰਧਿਤ ਆ। ਕਿਸੇ ਨੂੰ ਪੁੱਛ ਕੇ ਦੇਖ ਲਓ, ਤੁਸੀਂ ਮੈਨੂੰ ਆਪਣੇ ਸਰਪੰਚ ਤੇ ਇਸਤੀਫਾ ਦਵਾ ਕੇ ਦਿਖਾ ਦਿਓ, ਉਹਦਾ ਮਨਜ਼ੂਰ ਕਰਾ ਕੇ ਦਿਖਾ ਦਿਓ। ਅਗਲੀ ਗੱਲ, ਕਾਂਗਰਸ ਪਾਰਟੀ ਦਾ ਜਿਹੜਾ MLA ਫਤਿਹਗੜ੍ਹ ਸਾਹਿਬ ਤੋਂ ਕੁਲਜੀਤ ਸਿੰਘ ਨਾਗਰਾ, ਉਹਨੇ ਅਸਤੀਫਾ ਦਿੱਤਾ ਸੀ, ਪਹਿਲੇ ਦਿਨ ਕਿਹਾ ਸੀ ਕਿ ਅਸੀਂ ਅਸਤੀਫਾ ਦਿੰਦੇ ਆ। ਅੱਜ ਤੱਕ ਉਹਦਾ ਅਸਤੀਫਾ ਸਪੀਕਰ ਕੋਲ ਨਹੀਂ ਪਹੁੰਚਿਆ। ਜੇ ਸਪੀਕਰ ਕੋਲ ਪਹੁੰਚਿਆ ਤਾਂ ਉਹਦਾ ਮਨਜ਼ੂਰ ਹੋਇਆ। ਮੈਨੂੰ ਦੱਸ ਦਿਓ, ਸਾਡੀ ਪਾਰਟੀ ਦਾ ਜੇ ਬੀਬਾ ਹਰਸਿੰਦਰ ਕੌਰ ਅਸਤੀਫਾ ਦਿੱਤਾ, ਦੂਜੇ ਦਿਨ ਅਸਤੀਫਾ ਮਨਜ਼ੂਰ ਹੋ ਗਿਆ, ਔਰ ਉਹ ਅਸਤੀਫੇ ਦਾ ਮਹਿਕਮਾ ਵੀ ਉਹਦਾ ਜਿਹੜਾ ਕਿਸੇ ਹੋਰ ਦਿੱਤਾ ਗਿਆ। ਅਸੀਂ ਕੋਈ ਡਰਾਮਾ ਨਹੀਂ ਕੀਤਾ, ਕਿਉਂਕਿ ਅਸੀਂ ਡਰਾਮਾ ਨਹੀਂ ਕਰਦੇ। ਅਸੀਂ ਜਿਹੜੇ ਕਿਸਾਨ ਸਾਡੇ ਆਪਣੇ ਆ, ਅਸੀਂ ਕਿਸਾਨਾਂ ਦੀ ਪਾਰਟੀ ਆ, ਅਸੀਂ ਕਿਸਾਨਾਂ ਦੇ ਹਿਤੈਸ਼ੀ ਆ, ਅਸੀਂ ਕਿਸਾਨਾਂ ਨਾਲ ਖੜੇ ਆ। ਕਾਮਰੇਡ ਸਾਹਿਬ ਨੇ ਜੇਲ੍ਹਾਂ ਦੀ ਗੱਲ ਕੀਤੀ, ਅਸੀਂ ਜੇਲ੍ਹਾਂ ਤੋਂ ਨਹੀਂ ਡਰਦੇ। ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਆ, ਜਿੰਨੀਆਂ ਸਭ ਤੋਂ ਵੱਧ ਜੇਲ੍ਹਾਂ ਸ਼੍ਰੋਮਣੀ ਅਕਾਲੀ ਦਲ ਨੇ ਕੱਟੀਆਂ, ਕਿਸੇ ਨੇ ਨਹੀਂ ਕੱਟੀਆਂ। ਕਾਂਗਰਸ ਵਾਲੇ ਵੀਰ ਗੱਲ ਕਰਦੇ ਆ ਕਿ ਕਿਸਾਨ ਹਿਤੈਸ਼ੀ ਆ। ਇਹ ਤੁਸੀਂ ਦੱਸੋ,
1982 ਧਰਮ ਯੁੱਧ ਮੋਰਚਾ ਲੱਗਿਆ ਸੀ। ਧਰਮ ਯੁੱਧ ਮੋਰਚੇ 'ਚ ਆਨੰਦਪੁਰ ਸਾਹਿਬ ਦਾ ਮਤਾ ਸੀ। ਆਨੰਦਪੁਰ ਸਾਹਿਬ ਦੇ ਮਤੇ 'ਚ 5ਵੀਂ ਮਾਦੇ ਸੀ ਕਿ ਪੰਜਾਬ ਹਰੇਕ ਰਾਜ ਦੇ ਕਿਸਾਨ ਨੂੰ ਇਹ ਅਧਿਕਾਰ ਹੋਣਾ ਚਾਹੀਦਾ ਕਿ ਉਹ ਆਪਣੇ ਫਸਲਾਂ ਦੇ ਆਪ ਰੇਟ ਤੈਅ ਕਰੇ। ਉਹਦੀ ਵਿਰੋਧਤਾ ਕਿਹਨੇ ਕੀਤੀ? ਕਿ ਸ਼੍ਰੀਮਤੀ ਇੰਦਰਾ ਗਾਂਧੀ ਉਸ ਵੇਲੇ ਕਾਂ ਦੀ ਪ੍ਰਧਾਨ ਮੰਤਰੀ ਸੀ। ਕਾਂਗਰਸ ਪਾਰਟੀ ਨੇ ਵਿਰੋਧਤਾ ਨਹੀਂ ਕੀਤੀ। ਇਹ ਸਭ ਗੱਲਾਂ ਸਿਰਫ ਜਿਹੜੇ ਹੈਗੇ ਆ ਇਹ ਡਰਾਮੇ ਇਹ ਕਰਦੇ, ਡਰਾਮੇ ਅਸੀਂ ਨਹੀਂ ਕਰਦੇ। ਬਿਲਕੁਲ ਜੀ, ਕੀ ਕਹਿਣਾ ਚਾਹੁੰਦੇ ਜੀ ਇਹਨਾਂ ਦੇ ਆਰੋਪਾਂ ਨੂੰ ਲੈ ਕੇ? ਦੇਖੋ ਗੱਲ ਇੱਕ ਹੈ, ਮੈਂ ਆਰੋਪ ਪਹਿਲਾਂ ਕਿਹਾ ਸੀ ਚਲੋ ਇਹ ਤਾਂ ਆਰੋਪਾਂ ਵਾਲੀ ਹੀ ਗੱਲ ਕਰ ਰਹੇ ਨੇ, ਇਹਨਾਂ ਨੇ ਕਿਸਾਨੀ ਦੀ ਗੱਲ ਆਰੋਪੇ ਚੱਲ ਰਹੇ ਆ ਜੀ, ਬਿਲਕੁਲ। ਇਹਨਾਂ ਨੇ ਗੱਲ ਤਾਂ ਕਿਸਾਨੀ ਦੀ ਕੀਤੀ ਨਹੀਂ, ਨਾ ਹੀ ਕਰਨੀ ਹੈ। ਪਰ ਮੈਂ ਇੱਕ ਮਿੰਟ ਬਾਈ ਜੀ, ਇੱਕ ਮਿੰਟ ਠੰਡਾ ਰੱਖੋ, ਕੀ ਗੱਲ ਖਾਸ ਗੱਲ ਹੈ, ਫੇਰ ਬਾਰੀ ਆ ਜਾਊਗੀ। ਇਹ ਮੁੱਕ ਗਿਆ ਕੰਮ, ਇਹ ਚੱਲੀ ਜਾਣਾ। ਦੂਜੀ ਗੱਲ ਜਿਹੜੀ ਗੱਲ ਇਹ ਬਾਈ ਜੀ ਕਰਦੇ ਆ ਨਾ ਵੀ ਅਨੰਦਪੁਰ ਦਾ ਮਤਾ ਡਿਲੂਟ ਕਿਹਨੇ ਕੀਤਾ, ਮੈਂ ਤਾਂ ਇਹਨਾਂ ਦੇ ਗੱਲ ਨਾਲ ਸਹਿਮਤ ਹਾਂ। ਇਹਨਾਂ ਦੀ ਗੱਲ ਨਾਲ ਸਹਿਮਤੀ ਪ੍ਰਗਟ ਕਰਦਾ ਵੀ ਇਹਨਾਂ ਅਨੰਦਪੁਰ ਦੇ ਮਤੇ 'ਚ ਸੀ। ਅਨੰਦਪੁਰ ਦਾ ਮਤਾ ਡਿਲੂਟ ਕਿਹਨੇ ਕੀਤਾ? ਜਦੋਂ ਜਿਹੜਾ ਕਿਸਾਨੀ ਹੈ ਸਾਡਾ ਸਟੇਟ ਸਬਜੈਕਟ ਹੈ ਤੇ ਸੈਂਟਰ ਉੱਥੇ ਆਰਡੀਨੈਂਸ ਪਾਸ ਕਰਦਾ, ਉਹਨੂੰ ਬੈਠ ਕੇ ਇਹ ਟੀਵੀ ਚੈਨਲਾਂ ਤੇ 5 ਜੂਨ ਨੂੰ ਆਰਡੀਨੈਂਸ ਹੁੰਦਾ, 6 ਜੂਨ ਨੂੰ ਘੰਟਾ ਬੀਬਾ ਹਰਸਿਮਰਤ ਦੀ 2 ਟੀਵੀ ਚੈਨਲਾਂ ਤੇ ਘੰਟੇ ਦੀ ਇੰਟਰਵਿਊ ਚੱਲਦੀ ਹੈ ਵੀ ਇਹ ਆਰਡੀਨੈਂਸ ਤਾਂ ਕਿਸਾਨਾਂ ਨੂੰ ਖੁਸ਼ਹਾਲ ਕਰ ਦੇਣਗੇ, ਇਹਦੀ ਆਹ ਮੱਦ ਵੀ ਠੀਕ ਹੈ। ਹੁਣ ਇਹਨਾਂ ਨੂੰ ਮੱਦਾਂ ਗਲਤ ਲੱਗਣ ਲੱਗੀਆਂ। ਉਸ ਟਾਈਮ ਦੇ ਉੱਤੇ ਉਹ ਜਦੋਂ ਸੰਘੀ ਢਾਂਚੇ ਤੇ ਹਮਲਾ ਹੋਇਆ ਤਾਂ ਇਹਨਾਂ ਨੂੰ ਉਹ ਗੱਲ ਤਕਲੀਫ ਨਹੀਂ ਹੋਈ। ਹੁਣ ਬਿਜਲੀ ਬਿੱਲ 2020 ਆ ਗਿਆ, ਉਦੋਂ ਉਹਦੇ ਵਿੱਚ ਪਾਰਟੀ ਨੇ ਉਦੋਂ ਸੰਘੀ ਢਾਂਚੇ ਤੇ ਹਮਲਾ ਹੋ ਰਿਹਾ, ਉਹਦੀ ਇਹਨਾਂ ਨੂੰ ਤਕਲੀਫ ਨਹੀਂ ਹੋਈ ਕਿਉਂਕਿ ਜਿਹੜਾ ਅਨੰਦਪੁਰ ਦੇ ਮਤੇ ਦੀ ਗੱਲ ਕਰਦੇ ਉਹਨੂੰ ਡਿਲੂਟ ਵੀ ਇਹਨਾਂ ਨੇ ਕੀਤਾ, ਉਹਨੂੰ ਤੋੜਿਆ ਵੀ ਇਹਨਾਂ ਨੇ ਹੈ, ਅਸੀਂ ਨਹੀਂ ਤੋੜਿਆ। ਦੇਖੋ ਗੱਲ ਇੱਕ ਹੈ, ਕਿਸੇ ਪਾਰਟੀ ਦੀ ਮੈਂ ਵੀ ਇੱਕ ਗੱਲ ਕਹਿਣਾ, ਜੇ ਕਿਸੇ ਦਾ ਇਤਿਹਾਸ ਮਾਣ ਮੱਤਾ ਹੋਵੇ ਉਹਨੂੰ ਸਲੂਟ ਕਰਨਾ ਚਾਹੀਦਾ। ਅਕਾਲੀ ਦਲ ਨੇ ਕੁਰਬਾਨੀਆਂ ਦਿੱਤੀਆਂ, ਅਸੀਂ ਨਹੀਂ ਮੁੱਕਰਦੇ। ਪਰ ਜੋ ਅੱਜ ਅਕਾਲੀ ਦਲ 'ਚ ਹੋ ਰਿਹਾ, ਅੱਜ ਹੋ ਕੀ ਰਿਹਾ ਵੀ ਜੇ ਅਸਤੀਫਿਆਂ ਦੀ ਗੱਲ ਕਰਦੇ ਆ, ਅਸਤੀਫੇ ਉਦੋਂ ਆਉਣੇ ਸ਼ੁਰੂ ਹੋਏ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਕੋਠੀ ਮੂਹਰੇ ਸਾਰੇ ਪੰਜਾਬ ਦਾ ਕਿਸਾਨ ਬਹਿ ਗਿਆ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਾ ਕੇ ਬਾਲਾਸਰ ਫਾਰਮ ਬਹਿ ਗਿਆ, ਉਦੋਂ ਜਾ ਕੇ ਅਸਤੀਫੇ ਦੀ ਗੱਲ ਆਈ ਹੈ। ਬਾਲਾਸਰ ਫਾਰਮ ਬੈਠ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਮੈਂ ਉਹਦੇ ਬਜ਼ੁਰਗ ਬੰਦੇ ਦੀ ਗੱਲ ਕਰਨੀ ਨਹੀਂ ਸੀ ਚਾਹੁੰਦਾ, ਪਰ ਜਦੋਂ ਇਹ ਗੱਲਾਂ ਛੇੜਦੇ ਆ ਤਾਂ ਫਿਰ ਕਰਨੀ ਪੈ ਜਾਂਦੀ ਹੈ। ਤੋ ਇਸ ਕਰਕੇ ਅੱਜ ਜਿਹੜੀ ਇਹ ਗੱਲਾਂ ਕਰਦੇ ਵੀ ਉੱਥੇ ਗਏ ਸੀ, ਫਲਾਣੇ ਸੀ, ਢਗਾਣੇ ਸੀ, ਇਹ ਤਾਂ ਸਾਰੀਆਂ ਗੱਲਾਂ ਇਹਨਾਂ ਦੀਆਂ ਬਿਲਕੁਲ ਹੈ। ਹੁਣ ਮੈਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਇੱਕ ਗੱਲ ਤੇ ਹੋਰ ਆਸਾ ਆਉਂਦਾ, ਜਿਹੜਾ ਬਿੱਲ ਜਿਸ ਦਿਨ ਉਹਨਾਂ ਨੇ ਖਿਲਾਫ ਬੋਲਿਆ, ਬਿੱਲ ਕੋਈ ਹੋਰ ਸੀ, ਬੋਲੋ ਕਿਸੇ ਹੋਰ ਬਿੱਲ ਦੇ ਖਿਲਾਫ ਰਹੇ ਸੀ। ਸੁਖਬੀਰ ਸਿੰਘ ਬਾਦਲ ਰਿਕਾਰਡਡ ਗੱਲ ਹੈ, ਬਿੱਲ ਕੋਈ ਹੋਰ ਸੀ ਤਿੰਨਾਂ ਚੋਂ ਇੱਕ, ਪਰ ਉਹ ਬੋਲ ਕਿਸੇ ਹੋਰ ਬਿੱਲ ਦੇ ਖਿਲਾਫ ਰਹੇ ਸੀ। ਇਸ ਕਰਕੇ ਸਮਝ ਜਿਹੜੀ ਹੈਗੀ ਆ ਆਪਾਂ ਨੂੰ ਸਾਰਿਆਂ ਨੂੰ ਆ ਰਹੀ ਹੈ ਵੀ ਇਸ ਹੋ ਕੀ ਰਿਹਾ ਸੂਬੇ ਦੇ ਵਿੱਚ, ਦੇਸ਼ ਦੇ ਵਿੱਚ ਹੋ ਕੀ ਰਿਹਾ। ਬਾਕੀ ਜਦੋਂ ਤਾਂ ਚਾਹੇ ਪਾਰਲੀਮੈਂਟ ਹੋਵੇ, ਜਦੋਂ ਲੰਗਰ ਦੇ GST ਦੀ ਗੱਲ ਆਈ ਨਾ, ਜਦੋਂ ਕਾਂਗਰਸ ਦੇ MP ਲੜੇ, ਹੋਰ ਪਾਰਟੀਆਂ ਦੇ MP ਲੜੇ, ਉਸ ਤੋਂ ਬਾਅਦ ਇਹ ਕਹਿੰਦੇ ਕਰਾ ਕੇ ਕੌਣ ਲਈ ਬੀਬਾ, ਆਹ ਕੰਮ ਸੜਕਾਂ ਕੌਣ ਲਈ ਬੀਬਾ। ਜੇ ਸਾਰਾ ਕੁਝ ਬੀਬਾ ਲਈ ਤਾਂ ਇਹ ਵੀ ਬੀਬਾ ਹੀ ਲਿਆਈ ਆ, ਫਿਰ ਹੋਰ ਕੌਣ ਲੈ ਆਇਆ? ਤੁਸੀਂ ਹੁਣ ਤੱਕ ਉਹਨੂੰ ਜਸਟੀਫਾਈ ਕਰਦੇ। ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਕਹਿੰਦੇ ਸਾਨੂੰ ਤਾਂ ਕਿਸੇ ਨੇ ਕੰਸਲਟ ਹੀ ਨਹੀਂ ਕੀਤਾ, ਸਾਨੂੰ ਪੁੱਛਿਆ ਹੀ ਨਹੀਂ। ਇਸ ਕਰਕੇ ਬਾਕੀ ਗੱਲਾਂ ਤੁਹਾਨੂੰ ਪੁੱਛਦੇ ਰਹੇ, ਇਸ ਗੱਲ ਬਾਰੇ ਤੁਹਾਨੂੰ ਪੁੱਛਿਆ ਨਹੀਂ। ਕਿਆ ਯਾਰ ਬਾਤ ਹੈ, ਕਿੱਥੇ ਜਾਂਦੀ ਹੈ ਗੱਲ? ਇਸ ਕਰਕੇ ਅੱਜ ਇਹ ਬਿੱਲੀ ਥੱਲਿਓਂ ਬਾਹਰ ਆ ਚੁੱਕੀ ਹੈ। ਅਸੀਂ ਜਿੰਨੇ ਮਰਜ਼ੀ ਅਲੰਕਾਰ, ਜਿੰਨੇ ਮਰਜ਼ੀ ਗੱਲਾਂ ਕਰ ਲਈਏ ਜੋੜ ਕੇ, ਇਹ ਗੱਲਾਂ ਦੇ ਨਾਲ ਸੱਚ ਨੇ ਸੱਚ ਰਹਿਣਾ, ਝੂਠ ਨੇ ਝੂਠ ਰਹਿਣਾ। ਜੇ ਅਸੀਂ ਝੂਠ ਬੋਲਾਂਗੇ ਲੋਕਾਂ ਨੇ ਸਾਡਾ ਨਤਾਰਾ ਕਰ ਦੇਣਾ, ਕੋਈ ਹੋਰ ਝੂਠ ਬੋਲੂਗਾ ਉਹਦਾ ਨਤਾਰਾ। ਗੋਗੀ ਸ਼ਾਰਟ ਦੇ ਵਿੱਚ ਮੈਂ ਸ਼ਾਰਟ 'ਚ ਕਾਂਗਰਸ ਦੇ ਬੁਲਾਰੇ ਸੁਖਦੇਵ ਸਿੰਘ ਨੇ ਗੱਲ ਕੀਤੀ ਆ ਜੀ, ਜੇ ਧਰਨਾ ਪਿੰਡ ਬਾਦਲ ਲੱਗਿਆ ਤਾਂ ਬੀਬੀ ਨੇ ਅਸਤੀਫਾ ਦਿੱਤਾ। ਧਰਨਾ ਤਾਂ ਪਟਿਆਲੇ ਅਮਰਿੰਦਰ ਸਿੰਘ ਦੇ ਉੱਥੇ ਵੀ ਲੱਗਿਆ ਹੋਇਆ, ਅਮਰਿੰਦਰ ਸਿੰਘ ਅਸਤੀਫਾ ਕਿਉਂ ਨਹੀਂ ਦਿੱਤਾ ਜੀ? ਇਹਦਾ ਜਵਾਬ ਅਮਰਿੰਦਰ ਸਿੰਘ ਨੇ ਅਸਤੀਫਾ, ਜਦੋਂ ਕਿ ਅਮਰਿੰਦਰ ਸਿੰਘ ਖੁਦ ਹਾਈ ਪਾਵਰ ਕਮੇਟੀ ਦਾ ਮੈਂਬਰ ਸੀਗਾ। ਇੱਥੇ ਤੱਕ ਵੀ ਛੱਡੋ, ਮੈਂ ਇਕੱਲੀ ਕਾਂਗਰਸ ਦੀ ਗੱਲ ਨਹੀਂ ਕਰਦਾ, ਗੱਲ ਭਾਵੇਂ ਕਿਸਾਨੀ ਦੀ, ਪਰ ਗੱਲ ਇੱਥੇ ਅਕਾਲੀ ਦਲ ਨੂੰ ਟਾਰਗੇਟ ਹੋ ਰਿਹਾ, ਕਿਸਾਨੀ ਦੀ ਗੱਲ ਨਹੀਂ ਕੀਤੀ ਜਾ ਰਹੀ। ਹੰਝੂ ਕਹਰੇ ਜਾ ਰਹੇ ਆ, ਡਰਾਮੇ ਕੀਤੇ ਜਾ ਰਹੇ ਆ। ਹੁਣ ਤੁਸੀਂ ਗੱਲ ਕਰਦੇ ਆ ਕਿ ਆਮ ਆਦਮੀ ਪਾਰਟੀ ਦੀ, ਭੈਣ ਜੀ ਇੱਕ ਮਿੰਟ, ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਬਿਲਕੁਲ ਠੀਕ ਆ ਕਿ ਉਹਨੇ ਪਾਰਲੀਮੈਂਟ 'ਚ ਵਿਰੋਧ ਕੀਤਾ, ਪਰ ਜਦੋਂ VOTING ਦੀ ਵਾਰੀ ਆਈ ਭਗਵੰਤ ਮਾਨ ਛੱਡ ਕੇ ਭੱਜ ਗਿਆ। ਕਿਉਂ ਗਿਆ ਭਗਵੰਤ ਮਾਨ? ਤੁਸੀਂ ਮੈਨੂੰ ਕੋਈ ਇੱਕ ਬੰਦਾ ਜਵਾਬ ਦੇ ਸਕਦਾ? ਇਹਨਾਂ ਦਾ ਬੰਦਾ ਜਵਾਬ ਦੇ ਸਕਦਾ? ਅੱਜ ਤੱਕ ਇਹਨਾਂ ਦਾ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ, ਮੁੱਖ ਮੰਤਰੀ ਦਿੱਲੀ, ਇੱਕ ਬਿਆਨ ਵੀ ਉਸ ਬੰਦੇ ਦਾ ਦੱਸ ਦਿਓ ਕਿ ਕਿਸਾਨੀ ਦੇ ਹੱਕ 'ਚ ਆਇਆ ਹੋਵੇ। ਜਿਹੜੀ ਪਾਰਟੀ ਕਹਿੰਦੀ ਅਸੀਂ ਕਿਸਾਨਾਂ ਦੀ ਹਿਤੈਸ਼ੀ ਆ, ਸਿੰਗਲ ਬੰਦਾ ਕਿਸੇ ਪਾਰਟੀ ਦਾ, ਭਾਵੇਂ ਸਰਦਾਰ ਰਣਜੀਤ ਸਿੰਘ ਖੜੇ, ਚਲੋ ਜੇ ਤੁਸੀਂ ਕਹਿੰਦੇ ਅੱਜ ਤਾਂ B ਟੀਮ ਗਿਣਦੇ, ਚਲੋ ਜੇ ਲੱਗ ਵੀ ਗਿਣਦੇ ਆ ਤਾਂ ਇਹ ਵੀ ਦੱਸ ਦੇਣ ਕਿ ਕੇਜਰੀਵਾਲ ਦਾ ਇੱਕ ਵੀ ਬਿਆਨ ਕਿਸਾਨਾਂ ਦੇ ਹੱਕ 'ਚ ਆਇਆ ਕੋਈ?
ਗੋਗੀ ਜੀ ਦੇਖੋ ਤੁਹਾਡੇ ਅਕਾਲੀ ਦਲ ਤੇ ਸਭ ਤੋਂ ਜ਼ਿਆਦਾ ਸਵਾਲ ਇਸ ਕਰਕੇ ਉੱਠ ਰਹੇ ਨੇ ਕਿ ਤੁਹਾਡੀ ਭਾਈਵਾਲ ਪਾਰਟੀ ਵੱਲੋਂ ਜਿਹੜੇ ਬਿੱਲ ਲਿਆਂਦੇ ਗਏ ਆ, ਅਸੀਂ ਤਾਂ ਜੀ ਇਸ ਕਰਕੇ ਰੋਸ ਬਾਹਰ ਆ ਗਏ ਇਸ ਕਰਕੇ ਰੋਸ ਜ਼ਿਆਦਾ ਤੁਹਾਡੀ ਪਾਰਟੀ ਤੇ ਕਿਸਾਨਾਂ ਨੂੰ। ਮੈਂ ਕਿਹਾ ਜੀ- ਤੁਸੀਂ ਕਹਿੰਦੇ ਕਿਸਾਨ ਹਿਤੈਸ਼ੀ ਪਾਰਟੀ ਆ, ਫਿਰ ਕਿਸਾਨਾਂ ਦੇ ਨਾਲ ਕਿਉਂ ਨਹੀਂ ਲੱਗ ਰਹੇ? ਆਪਣਾ ਵੱਖਰਾ ਕਿਉਂ ਤੁਸੀਂ ਸੁਣੋ ਜੀ ਗੱਲ ਜੀ ਵੱਖਰਾ ਮੇਰਾ। ਇੱਕ ਮਿੰਟ ਮੇਰਾ ਸਵਾਲ ਆ ਪਹਿਲਾਂ ਪੂਰਾ ਲੈ ਲਓ। ਹਾਂਜੀ, ਹਾਂਜੀ। ਵੱਖਰਾ ਕਿਉਂ ਧਰਨਾ ਲਗਾਇਆ ਜਾ ਰਿਹਾ? ਕਿਉਂ ਕਿਸਾਨ ਜਥੇਬੰਦੀਆਂ ਨਾਲ ਕਿਉਂ ਨਹੀਂ ਖੜ ਰਹੇ? ਤੁਸੀਂ ਇੱਕ ਗੱਲ ਦੱਸੋ ਜੀ ਸੱਜਣ ਜੀ, ਰੋਪ ਕਿਸਾਨ ਨਹੀਂ ਅਕਾਲੀ ਦਲ ਤੇ ਲਾ ਰਹੇ, ਰੋਪ ਆਪੋਜੀਸ਼ਨ ਪਾਰਟੀਆਂ ਲਗਾ ਰਹੀਆਂ ਜਿਹੜੀਆਂ ਤੁਸੀਂ- ਪਾਰਟੀਆਂ ਨੂੰ ਇਹ ਦਿਖਦਾ ਤੁਸੀਂ ਕਿਸਾਨ- ਇੱਕ ਮਿੰਟ। 2022 ਚ ਅਕਾਲੀ ਦਲ ਨੇ ਆਉਣਾ, ਮੇਰਾ ਇੱਕ ਮਿੰਟ। ਇਹਨਾਂ ਦੇ ਸੁਪਨੇ ਸਾਫ਼ ਹੋਣੇ ਆ, ਇਹ ਰੋਪ ਲਾ ਰਹੇ ਆ ਅਕਾਲੀ ਦਲ ਤੇ। ਕਿਸਾਨ ਕੋਈ ਰੋਪ ਨਹੀਂ ਲਾ ਰਿਹਾ। ਜੇ ਤਾਂ ਤੁਸੀਂ ਮੇਰੀ ਗੱਲ ਨੋਟ ਕਰ ਲਿਓ, ਮੈਂ ਤੁਹਾਨੂੰ ਅੱਜ ਇਹ ਚੈਨਲ ਤੇ ਕਹਿਣਾ, ਇਹ ਸਾਰੀਆਂ ਪਾਰਟੀਆਂ ਦੇ ਬੁਲਾਰੇ ਖੜੇ ਆ, ਮੈਂ ਕੋਈ ਸਰਮਾਏਦਾਰ ਨਹੀਂ ਹੈਗਾ। ਮੈਂ ਦਾਅਵੇ ਨਾਲ ਕਹਿਣਾ ਗੱਲ ਇਹ ਚੀਜ਼ ਦੀ ਆ, ਮੈਂ ਕੋਈ ਸਰਮਾਏਦਾਰ ਨਹੀਂ ਹੈਗਾ। ਚਾਹੇ ਮੈਂ ਕਿਸੇ ਦੇ ਧਾਰੇ ਫੜਾਂ, ਚਾਹੇ ਮੈਂ ਕੋਈ ਆਪਣਾ ਕੋਈ ਗਹਿਣੇ ਚੀਜ਼ ਰੱਖਾਂ, ਮੈਂ 5 ਲੱਖ ਰੁਪਏ ਦੇ ਨਾਲ ਛੱਤ ਲਾਉਣਾ। ਰੋਪੜ ਹਲਕੇ ਦੀ ਮੇਰੇ ਨਾਲ ਜਿਹੜਾ ਮਰਜ਼ੀ ਛੱਤ ਲਾ ਲਵੇ, ਇੱਥੋਂ ਅਕਾਲੀ ਦਲ ਜਿੱਤ ਕੇ ਜਾਊਗਾ, ਜਿਹੜਾ ਮਰਜ਼ੀ ਲਾ ਲਵੇ ਮੇਰੇ ਨਾਲ। ਨਹੀਂ ਇਹ ਤਾਂ ਗੱਲਾਂ ਬਾਅਦ ਦੀ ਗੱਲ ਹੈ ਵੀ ਜਿਹੜੀ ਤੁਹਾਡੀ ਜੇ ਕਿਸਾਨ ਵਿਰੋਧੀ ਹੋਇਆ ਅਸੀਂ ਛੱਤ ਹੀ ਨਾ ਸਿਰ ਤੇ ਅਸੀਂ ਛੱਤ ਲਾਉਣੇ ਆ। ਤੁਸੀਂ ਕਿਸਾਨਾਂ ਦੀ ਡਿਬੇਟਾਂ ਸੁਣੋ, ਜਿਹੜੇ ਧਰਨੇ ਚੱਲ ਰਹੇ ਬਠਿੰਡੇ ਦੇ ਵਿੱਚ, ਪਟਿਆਲੇ ਦੇ ਵਿੱਚ ਚੱਲ ਰਹੇ, ਉੱਤੇ ਬਕਾਇਦਾ ਕਿਸਾਨ ਕਹਿ ਰਹੇ ਆ। ਹਾਂਜੀ ਇੱਕ ਮਿੰਟ ਜੀ ਹੈਲੋ ਇੱਕ ਮਿੰਟ ਜੀ ਗੱਲ ਇਹ ਆ, ਤੁਸੀਂ ਕਹਿੰਦੇ ਵੀ ਜਿਹੜੀਆਂ ਵਿਰੋਧੀ ਪਾਰਟੀਆਂ ਆਰੋਪ ਲਾ ਰਹੀਆਂ, ਤੁਸੀਂ ਜਿਹੜਾ ਪਟਿਆਲੇ ਦਾ ਧਰਨੇ ਤੇ ਦੇਖ ਲਓ ਕਿਸਾਨਾਂ ਦੇ ਜਿਹੜਾ ਵਿਰੋਧ ਕਰ ਰਹੇ ਆ, ਚਾਹੇ ਬਠਿੰਡੇ ਦੇ ਵਿੱਚ ਚੱਲ ਰਿਹਾ, ਉਹਨਾਂ ਦੀ ਜਿਹੜੀ ਗੱਲਬਾਤ ਸੁਣੋ, ਉਹ ਲਗਾਤਾਰ ਵਿਰੋਧ ਕਰ ਰਹੇ, ਸਿਆਸੀ ਪਾਰਟੀਆਂ ਤਿੰਨਾਂ ਦਾ ਕਰ ਰਹੇ ਆ। ਦੇਖੋ ਜੀ ਸੁਣੋ ਮੇਰੀ ਗੱਲ, ਬਹੁਤੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਵੀ ਹੈਗੀਆਂ, ਇਹ ਸੱਚ ਆ, ਚਿੱਟੇ ਦਿਨ ਵਾਂਗੂ ਸੱਚ ਆ ਕਿ ਬਹੁਤੀਆਂ ਸਿਆਸੀ ਪਾਰਟੀਆਂ ਨਾਲ ਜਥੇਬੰਦੀ, ਹਰੇਕ ਜਥੇਬੰਦੀ ਸਿਆਸੀ ਪਾਰਟੀਆਂ ਨਾਲ ਜੁੜੀ ਹੋਈ ਆ। ਜਿਹੜੇ ਆਮ ਕਿਸਾਨ ਆ ਉਹ ਆ ਪਿੰਡਾਂ 'ਚ ਆ ਬੈਠੇ ਆ, ਜਿਹੜੇ ਉੱਥੇ ਜਿਹੜੇ ਧਰਨਿਆਂ 'ਚ ਬੈਠੇ ਉਹ ਆਮ ਕਿਸਾਨ ਆ, ਪਰ ਜਿਹੜੇ ਲੀਡਰ ਆ ਉਹਨਾਂ ਦੀਆਂ ਸਿਆਸੀ ਖੁਦਗਰਜ਼ੀਆਂ ਲਾ ਲਓ, ਉਹਨਾਂ ਦੀ ਕੋਈ ਗੱਲ ਲਾ ਲਓ, ਉਹ ਲੀਡਰਾਂ ਦੀ ਜਥੇਬੰਦੀ ਨਾਲ ਜੁੜੇ ਹੋਏ ਆ। ਪਰ ਜਿਹੜੀ ਗੱਲ ਅਸੀਂ ਕਹਿੰਦੇ ਆ ਕਿ ਅਸੀਂ 25 ਤਰੀਕ ਨੂੰ ਵੀ ਧਰਨਾ ਦੇਣ ਜਾ ਰਹੇ ਆ, ਕਿਸਾਨਾਂ ਦੇ ਹੱਕ ਦੇਣ ਜਾ ਰਹੇ ਆ, ਫਿਰ ਉਦੋਂ ਬਾਅਦ ਸਾਨੂੰ ਜਿੱਥੇ ਤੱਕ ਜਾਣਾ ਪਿਆ ਅਸੀਂ ਜਾਵਾਂਗੇ। ਬਿਲਕੁਲ ਜੀ, ਇਸ ਨੂੰ ਲੈ ਕੇ ਕਿਸਾਨਾਂ ਨਾਲ ਗੱਲ ਕਰ ਲੈਂਦੇ। ਕਿਸਾਨ ਸਾਡੇ ਨਾਲ ਮੌਜੂਦ ਨੇ। ਗੋਗੀ ਜੀ ਨੇ ਕਿਹਾ ਕਿ ਸਿਆਸੀ ਪਾਰਟੀਆਂ ਵਿਰੋਧ ਕਰ ਰਹੀਆਂ, ਕਿਸਾਨ ਵਿਰੋਧ ਨਹੀਂ ਕਰ ਰਹੇ ਅਕਾਲੀ ਦਲ ਦਾ। ਕਿਵੇਂ ਦੇਖਦੇ ਹੋ ਤੁਸੀਂ? ਅਸੀਂ ਤਾਂ ਜਿਹੜੀ ਲੜਾਈ ਆ ਕਿਸਾਨਾਂ ਦੀ, ਅਸੀਂ ਤਾਂ ਕਿਸੇ ਵੱਲ ਨਹੀਂ ਦੇਖਦੇ ਹੈਗੇ, ਕੋਈ ਪਾਰਟੀ ਵੱਲ। ਅਸੀਂ ਤਾਂ ਆਪਣੀ ਲੜਾਈ ਲੜ ਰਹੇ ਹਾਂ ਕਿਸਾਨੀ ਦੀ, ਕਿਸਾਨਾਂ ਵਾਸਤੇ ਇਕੱਠੇ ਹੋ ਕੇ ਸਾਰੇ ਪੰਜਾਬ, ਹਰਿਆਣਾ। ਬਈ ਜੇ ਅਸੀਂ ਇਹ ਲੜਾਈਆਂ 'ਚ ਫਸ ਗਏ ਫਿਰ ਤਾਂ ਅਸੀਂ ਰਹਿ ਗਏ, ਫਿਰ ਤਾਂ ਸਾਡਾ ਜਿਹੜਾ ਉਹ ਫੇਲ ਹੋ ਜਾਣਾ, ਧਰਨੇ ਸਾਡੇ ਫੇਲ ਹੋ ਜਾਣੇ ਆ, ਸਾਤੇ ਨਹੀਂ ਪੁੱਜਣਾ ਦਿੱਲੀ। ਇਸ ਕਰਕੇ ਅਸੀਂ ਮਤਲਬ ਕਿਸੇ ਦਾ ਵਿਰੋਧ ਨਹੀਂ ਕਰਦੇ, ਅਸੀਂ ਕਰਦੇ ਹਾਂ ਭਾਜਪਾ ਦਾ, ਮੋਦੀ ਦਾ ਡਟ ਕੇ ਵਿਰੋਧ ਕਰਦੇ ਹਾਂ ਕਿ ਉਹ ਮੋਦੀ ਬੇਈਮਾਨ ਆ, ਬੇਈਮਾਨ ਨਿਕਲਿਆ ਮੋਦੀ, ਜਿਹਨੇ ਕਿਸਾਨਾਂ ਦੇ ਨਾਲ ਇਹ ਧੋਖਾ ਕਮਾਇਆ, ਉਹ ਬੇਈਮਾਨ ਨਿਕਲਿਆ। ਗਰੀਬਾਂ ਦਾ ਜਿਹੜਾ 2 ਰੁਪਏ ਕਿਲੋ ਵਾਲਾ ਆਟਾ ਉਹ ਬੰਦ ਕਰਨ ਲੱਗਿਆ। ਉਹ ਮਤਲਬ ਕਿਸੇ ਨੂੰ ਵੀ ਜਿੱਦਣ ਦਾ ਉਹ ਬਣਿਆ ਹੈ ਉਹਨਾਂ ਕੋਈ ਚੰਗਾ ਕੰਮ ਨਹੀਂ ਕਰਿਆ। ਜਿਹੜਾ ਤੁਹਾਡਾ ਸਾਰੀਆਂ ਕਿਸਾਨ ਜਥੇਬੰਦੀਆਂ ਦਾ 25 ਤਰੀਕ ਨੂੰ ਧਰਨਾ ਲੱਗਣ ਜਾ ਰਿਹਾ, ਕਿ ਉਹਦੇ 'ਚ ਫੈਸਲਾ ਨਹੀਂ ਹੋਇਆ ਕਿ ਕੋਈ ਵੀ ਸਿਆਸੀ ਪਾਰਟੀ ਅਸੀਂ ਆਪਣੇ ਧਰਨੇ ਵਿੱਚ ਵੜ ਨਹੀਂ ਦੇਣੀ? ਹਾਂ ਹੋਇਆ, ਇਹ ਤਾਂ ਹੀ ਕਹਿੰਦੇ ਨੇ ਅਸੀਂ ਪਾਸੇ ਰਹਿੰਦੇ ਆ, ਬਾਈਕਾਟ ਕੀਤਾ ਸਾਰੀ ਸਿਆਸੀ ਅਸੀਂ ਸਿਆਸੀ ਪਾਰਟੀਆਂ ਵੀ ਅਸੀਂ ਆਪਣੇ ਧਰਨੇ 'ਚ ਨਹੀਂ ਆਉਂਗੀਆਂ, ਸਾਡੇ ਸਿਆਸੀ ਪਾਰਟੀਆਂ। ਬਿਲਕੁਲ ਜੀ, ਕਿਸਾਨਾਂ ਦਾ ਕਹਿਣਾ ਕਿ ਸਿਆਸੀ ਪਾਰਟੀਆਂ ਜਿਹੜੀਆਂ ਉਹਨਾਂ ਨੂੰ ਗੁੰਮਰਾਹ ਕਰ ਰਹੀਆਂ ਤੇ ਇਹਨਾਂ ਨੇ ਬਿਲਕੁਲ ਬਾਈਕਾਟ ਕੀਤਾ 25 ਤਰੀਕ ਨੂੰ ਲੈ ਕੇ। ਆਮ ਆਦਮੀ ਪਾਰਟੀ ਤੇ ਆਰੋਪ ਲਾਇਆ। ਗੋਗੀ ਜੀ ਨੇ ਕੀ ਕਹਿਣਾ ਚਾਹੁੰਦੇ? ਕਹਿੰਦੇ ਕੇਜਰੀਵਾਲ ਬੋਲਿਆ ਨਹੀਂ ਇੱਕ ਵਾਰੀ ਵੀ। ਨਹੀਂ, ਕੇਜਰੀਵਾਲ ਲਗਾਤਾਰ ਬੋਲ ਰਿਹਾ, ਗੋਗੀ ਜੀ ਨੂੰ ਹੁਣ ਸੁਣਦਾ ਨਹੀਂ ਹੈਗਾ, ਕਿਆ ਕਰੇ? ਇਹਨਾਂ ਨੂੰ ਕੱਲਾ ਬਾਦਲ ਹੀ ਸੁਣਦਾ ਹੈ, ਉਹ ਵੀ ਬਾਲਾਸਰ ਫਾਰਮ ਦੇ ਵਿੱਚ ਬੈਠਾ ਹੈ। ਦੂਈ ਗੱਲ ਆ ਜਿਹੜੀ ਕਿਸਾਨਾਂ ਦੀ ਇਹ ਜਿਹੜੀ ਮਾੜੀ ਹਾਲਤ ਆ, ਇਹ ਆਰਡੀਨੈਂਸ ਗੱਲ ਨਹੀਂ ਹੋਈ ਇਕੱਲੇ ਗੱਲ, ਇਹ ਤੋਂ ਪਹਿਲਾਂ ਵੀ ਕਿਸਾਨੀ ਜਿਹੜੀ ਸਾਡੀ ਸਾਰੀ, ਮੈਂ ਵੀ ਇੱਕ ਛੋਟੇ ਕਿਸਾਨ ਦੇ ਨਾਲ ਸੰਬੰਧਤ ਆ, ਪਰਿਵਾਰ ਦੇ ਨਾਲ। ਸਾਡੀ ਕਿਸਾਨੀ ਦਿਨ ਪਰ ਦਿਨ ਨਿੱਘਰਦੀ ਗਈ ਆ। 1995 ਦੇ ਵਿੱਚ ਅੱਜ ਦੋਨੋਂ ਪਾਰਟੀਆਂ ਦੇਖੋ ਦੇਸ਼ ਵਿੱਚ ਰਹੀਆਂ 70 ਸਾਲ ਤੋਂ, ਕਾਂਗਰਸ ਜਾਂ ਅਕਾਲੀ ਦਲ। 1995 ਦੇ ਵਿੱਚ ਸਵਾਮੀਨਾਥਨ ਪ੍ਰੋਫੈਸਰ ਨੇ 1995 ਦੇ ਵਿੱਚ 3 ਰਿਪੋਰਟਾਂ ਉਦੋਂ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਦਿੱਤੀਆਂ। ਉਹਨੇ ਕਿਹਾ ਕਿ ਦੇਸ਼ ਦੀ ਕਿਸਾਨੀ ਨੂੰ ਜੇ ਬਚਾਉਣਾ ਹੈ, ਉਹਦਾ ਇੱਕੋ ਹੀ ਫਾਰਮੂਲਾ ਹੈ, ਜੇ ਕਿਸਾਨ ਦਾ 1 ਕੁਇੰਟਲ ਕਣਕ ਪੈਦਾ ਕਰਨੇ ਤੇ 100 ਰੁਪਇਆ ਖਰਚ ਆਉਂਦਾ ਹੈ ਤਾਂ ਕਣਕ ਦਾ ਮੁੱਲ 2000 ਰੁਪਏ ਰੱਖਿਆ ਜਾਵੇ। 1995 ਦੀ ਗੱਲ ਅੱਜ ਦੀ ਗੱਲ ਨਹੀਂ ਹੈਗੀ। 1995 ਤੋਂ ਬਾਅਦ ਭਾਜਪਾ ਵੀ ਰਾਜ ਕਰ ਗਈ, ਕਾਂਗਰਸ ਵੀ ਰਾਜ ਕਰ ਰਹੀ ਆ, ਅੱਜ ਵੀ ਕਰ ਰਹੇ ਆ। ਮੈਨੂੰ ਇਹ ਦੋਨੋਂ ਪਾਰਟੀਆਂ ਨੂੰ ਤੁਸੀਂ ਸਵਾਲ ਪੁੱਛੋ ਇਹ ਕਿ ਉਹ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਨ ਦੇ ਵਿੱਚ ਇਹਨਾਂ ਦੋਨੋਂ ਪਾਰਟੀਆਂ ਨੂੰ ਕਿਆ ਦਿੱਕਤ ਸੀ? ਜੇ ਉਹ ਕਰੀ ਵੀ ਹੁੰਦੀ ਅੱਜ ਆਹ ਆਰਡੀਨੈਂਸ ਨਾ ਆਉਣੇ ਸੀ, ਨਾ ਕਿਸਾਨ ਨੇ ਰੋਣਾ ਸੀ।
ਕਿਉਂਕਿ ਜਿਹੜੇ ਬੰਦੇ ਨੂੰ 50% ਮਾਰਜਨ ਮਿਲੇ ਉਹ ਨਹੀਂ ਮਰਦਾ ਹੈਗਾ। ਇਹਨਾਂ ਨੇ ਇਹ ਬਸ ਇੱਕੋ ਹੀ ਗੱਲ ਕਰੋ। ਦੂਸਰੀ ਗੱਲ, ਹਰ ਪਾਰਟੀ ਵੋਟਾਂ ਤੋਂ ਪਹਿਲਾਂ ਸਵਾਮੀਨਾਥਨ ਦਾ ਰਾਗ ਅਲਾਪਦੀ ਆ, ਅਸੀਂ ਲਾਗੂ ਕਰਾਂਗੇ, ਅਸੀਂ ਲਾਗੂ ਕਰਾਂਗੇ। ਉਦੋਂ ਬਾਅਦ ਨਾ ਸਵਾਮੀਨਾਥਨ ਦਿਖਦਾ ਹੈ ਨਾ ਉਹ ਪਾਰਟੀ ਦਿਖਦੀ ਆ। ਇਹ ਦੋਨੋਂ ਪਾਰਟੀਆਂ ਦੱਸਣ ਕਿ 1995 ਤੋਂ ਜਦ ਖੁਦ ਕਾਂਗਰਸ ਨੇ ਉਹ ਰਿਪੋਰਟ ਬਣਵਾਈ ਆ, ਫਿਰ ਉਹ ਲਾਗੂ ਕਿਉਂ ਨਹੀਂ ਕਰੀ। ਬਿਲਕੁਲ ਜੀ। ਸੁਖਦੇਵ ਜੀ, ਸੈਂਟਰ ਦੇ ਵਿੱਚ ਸਰਕਾਰ ਰਹੀ ਹੈ ਤੁਹਾਡੀ ਕਾਂਗਰਸ ਦੀ, ਸਵਾਮੀਨਾਥਨ ਰਿਪੋਰਟ ਨੂੰ ਲੈ ਕੇ ਕਿਹਾ ਸੀਗਾ ਲਾਗੂ ਕੀਤੀ ਜਾਣੀ ਹੈ, ਸਵਾਲ ਚੁੱਕ ਰਹੇ ਆ ਕਿਉਂ ਨਹੀਂ ਲਾਗੂ ਕੀਤੀ ਗਈ ਕਿ ਕਿਸਾਨਾਂ ਦੇ ਨਾਲ ਆ ਕਾਂਗਰਸ। ਦੇਖੋ ਗੱਲ ਇਹ ਹੈ, ਜਿਹੜੀ ਵੈਸੇ ਤਾਂ ਅੱਧੀ ਅਧੂਰੀ ਨੌਲੇਜ ਵੀ ਮਾੜੀ ਹੁੰਦੀ ਹੈ ਰਾਜਨੀਤੀ ਦੀ ਸਿਹਤ ਲਈ। 1995 ਵਿੱਚ ਸਰਦਾਰ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਨਹੀਂ ਸੀ ਹੁੰਦੇ, ਇਸ ਕਰਕੇ ਬਾਈ ਜੀ ਨੂੰ ਮੈਂ ਕਰੈਕਟ ਕਰਦੇ ਹਾਂ। ਤੇ ਜਿਹੜੀ ਸਵਾਮੀਨਾਥਨ ਦੀ ਰਿਪੋਰਟ ਹੈ ਉਹ UPA 1 ਦੇ ਟਾਈਮ ਤੇ ਆਈ ਸੀ। ਇਹ 'ਚ ਗੱਲ 'ਚ ਵੀ ਕੋਈ ਰਾਇ ਨਹੀਂ, ਕੋਈ ਸ਼ੱਕ ਨਹੀਂ, ਕੋਈ ਸੁਭਾ ਨਹੀਂ, ਮੈਂ ਮੁੱਕਰਦਾ ਨਹੀਂ। ਉਹ UPA ਦੇ ਟਾਈਮ ਤੇ ਆਈ ਸੀ ਔਰ ਉਹ ਪੂਰੀ ਤਰ੍ਹਾਂ ਲਾਗੂ ਨਹੀਂ ਹੋਈ। ਇਸ ਗੱਲ 'ਚ ਵੀ ਕਹਿਣ 'ਚ ਸਾਨੂੰ ਕੋਈ ਉਹ ਨਹੀਂ। ਅਸੀਂ ਮੰਨਦੇ ਹਾਂ, ਅਸੀਂ ਜੇ ਉਹ ਲਾਗੂ ਨਹੀਂ ਕਰ ਸਕੇ ਤਾਂ ਅਸੀਂ ਉਸ ਨੂੰ ਅਸੀਂ ਆਪਣੀ ਘਾਟ ਮੰਨਦੇ ਹਾਂ, ਅਸੀਂ ਗਲਤੀ ਵੀ ਮੰਨਦੇ ਹਾਂ। ਅਸੀਂ ਲੋਕਾਂ ਵਾਂਗੂ ਪਏ ਨਹੀਂ ਹੈਗੇ ਵੀ ਜੇ ਕੋਈ ਗੱਲ ਹੋਈ ਨਹੀਂ ਤਾਂ ਅਸੀਂ ਉਹਨੂੰ ਮੰਨੀਏ ਨਾ। ਬਾਕੀ ਦੂਜੀ ਗੱਲ, ਮੈਂ ਇੱਕ ਗੱਲ ਇਹ ਕਹਿਣੀ ਚਾਹੂੰਗਾ, ਇੱਥੇ ਉਹੀ ਗੱਲ ਆਪਾਂ ਝੂਠ ਬੋਲ ਕੇ ਗੱਲਾਂ ਨਾਲ ਕੰਮ ਚੱਲਣਾ ਨਹੀਂ। ਅਸੀਂ ਬਾਰ-ਬਾਰ ਕਹੀ ਹੈ ਵੀ ਇਹ 100 ਵਾਰੀ ਇੱਕ ਝੂਠ ਬੋਲ ਕੇ ਸੱਚ ਨੇ ਨਹੀਂ ਬਣ ਜਾਣਾ। ਅਲਟੀਮੇਟਲੀ ਸੱਚ ਨੇ ਸੱਚ ਰਹਿਣਾ ਹੁੰਦਾ। ਇੱਥੇ ਅਸੀਂ ਆਪਣਾ ਸਰਪੰਚ ਸਾਹਿਬ ਤੇ ਲਾ ਦਈਏ, ਉਹਨਾਂ ਨੇ ਰਿਜ਼ਾਈਨ ਨਹੀਂ ਕੀਤਾ, ਉਹ ਤੇ ਨਹੀਂ ਕੀਤਾ। ਇਹ ਬਿਲਕੁਲ ਛੋਟੀਆਂ ਹਰਕਤਾਂ ਨੇ। ਦੇਖੋ ਸਰਪੰਚ ਦਾ ਇੱਕ ਸਾਡੀ ਡੈਮੋਕ੍ਰੇਸੀ ਦਾ ਪਹਿਲੀ ਪੌੜੀ ਹੈ, ਅਸੀਂ ਉਹ ਤੋਂ ਰਿਜ਼ਾਈਨ ਮੰਗਣ ਲੱਗ ਗਏ। ਜੇ ਇੱਥੇ ਪਿੰਡ ਦਾ ਸਰਪੰਚ ਕਾਂਗਰਸੀ ਤਾਂ ਹੁਣ ਆਪਾਂ ਨੂੰ ਉਹ ਤਕਲੀਫ ਹੋਣ ਲੱਗ ਗਈ। ਇਸ ਕਰਕੇ ਇਹਨਾਂ ਗੱਲਾਂ 'ਚੋਂ ਕੁਝ ਨਹੀਂ ਲੱਭਣਾ। ਆਪਾਂ ਸਾਰਥਕ ਤੌਰ ਤੇ ਗੱਲ ਇਹ ਆ ਸਾਰਥਕ ਤੌਰ ਤੇ ਕਿਸਾਨੀ ਮੁੱਦਿਆਂ ਤੇ ਮੈਂ ਜਿਵੇਂ ਅਸੀਂ ਮੰਨਿਆ ਵੀ ਅਸੀਂ ਨਹੀਂ ਲਾਗੂ ਕਰ ਸਕੇ ਪ੍ਰੋਪਰ, ਅਸੀਂ ਮੰਨਦੇ ਹਾਂ ਤੇ ਸਾਨੂੰ ਸਾਰਥਕ ਤੌਰ ਤੇ ਕਿਸਾਨੀ ਨਾਲ ਖੜਨਾ ਚਾਹੀਦਾ। ਮੈਂ ਤੁਹਾਨੂੰ ਪਹਿਲਾਂ ਵੀ ਇੱਕ ਗੱਲ ਕਹੀ ਆ ਵੀ ਜੇ ਇਹ ਗੱਲ ਕਰਦੇ ਆ ਨਾ, ਜੇ ਪਟਿਆਲੇ ਜਿਹੜਾ ਮੋਰਚਾ ਲੱਗਿਆ, ਉਹ ਪਟਿਆਲੇ ਵਾਲਾ ਮੋਰਚਾ ਵੀ ਮੋਦੀ ਦਾ ਹੀ ਰਿਜ਼ਾਈਨ ਮੰਗਦਾ ਹੈ, ਉਹ ਮੋਦੀ ਤੋਂ ਹੀ ਮੰਗਦਾ ਹੈ, ਉਹ ਕੈਪਟਨ ਅਮਰਿੰਦਰ ਸਿੰਘ ਤੋਂ ਨਹੀਂ ਮੰਗਦਾ। ਉਹ ਕੈਪਟਨ ਅਮਰਿੰਦਰ ਸਿੰਘ ਦੇ ਥਰੂ ਕਹਿੰਦਾ ਤੁਸੀਂ ਜਾ ਕੇ ਉੱਥੇ ਪਾਓ। ਔਰ ਕੈਪਟਨ ਅਮਰਿੰਦਰ ਸਿੰਘ ਓਪਨਲੀ ਇਹ ਗੱਲ ਕਹਿ ਚੁੱਕਿਆ ਵੀ ਜੇ ਮੈਂ ਕਿਸਾਨਾਂ ਨਾਲ ਦਿੱਲੀ ਜਾਣਾ ਪਿਆ, ਧਰਨੇ ਤੇ ਜਾਣਾ, ਜਾ ਕੇ ਬੈਠੂੰਗਾ। ਔਰ ਸਾਡੀ ਪੰਜਾਬ ਦੀ ਕਾਂਗਰਸ ਪਾਰਟੀ, ਪਰ ਕੱਲ੍ਹ ਵੀ ਯੂਥ ਕਾਂਗਰਸ ਵਾਲਿਆਂ ਨੇ ਦਿੱਲੀ ਦੇ ਵਿੱਚ ਜਾ ਕੇ ਮੁਜ਼ਾਹਰਾ ਕੀਤਾ। ਪਹਿਲਾਂ ਅੰਬਾਲੇ ਦੇ ਵਿੱਚ ਵੜਨ ਨਹੀਂ ਦਿੱਤਾ, ਉਹ ਵੀ ਟਰੈਕਟਰ ਰੈਲੀ ਕੀਤੀ ਹੈ। ਬਾਕੀ ਤੌਰ ਤੇ ਅਸੀਂ ਮਾਮਲਾ ਭਖਾਇਆ ਪਿਆ ਔਰ 25 ਤਰੀਕ ਨੂੰ ਅਸੀਂ ਆਪਣੇ ਲੈਵਲ ਦੇ ਉੱਤੇ ਕਿਸਾਨਾਂ ਦੀ ਮਦਦ ਕਰਾਂਗੇ। ਅਸੀਂ ਆਪਣੇ ਲੈਵਲ ਤੇ ਕੋਈ ਐਕਸ਼ਨ ਨਹੀਂ ਕਰਾਂਗੇ, ਕਿਸਾਨਾਂ ਦੀ ਮਦਦ ਕਰਾਂਗੇ। ਔਰ ਮੈਂ ਇੱਕ ਗੱਲ ਬੜੀ ਇੱਥੇ ਜ਼ਿੰਮੇਵਾਰੀ ਨਾਲ ਕਹਿਣਾ, ਮੈਂ ਸਲੂਟ ਕਰਦਾ ਜਿਹੜੀ ਆਪਣੀ ਕਿਸਾਨੀਆਂ ਦੀ ਲੀਡਰਸ਼ਿਪ ਨੂੰ। ਜੇ ਇੱਥੇ ਉਹਨਾਂ ਦਾ ਕਿੰਤੂ ਪਰੰਤੂ ਕਰਦਾ ਉਹ ਗਲਤ ਹੈ। ਕੋਈ ਉਹ ਪੋਲੀਟੀਕਲ ਨਹੀਂ, ਉਹ ਆਪਣੀ ਢਿੱਡ ਦੀ ਲੜਾਈ ਲੜ ਰਹੇ ਨੇ। ਜੇ ਹੁਣ ਸਾਨੂੰ ਢਿੱਡ ਦੀ ਲੜਾਈ ਨੂੰ ਪੋਲਿਟਿਕਸ ਕੀ ਮਾੜੀ ਗੱਲ ਹੈ। ਇਹ ਪਹਿਲਾਂ ਵੀ ਅਕਾਲੀ ਦਲ ਉਹਨਾਂ ਨੂੰ ਨਕਸਲੀਏ ਕਹਿੰਦਾ ਸੀ, ਅੱਜ ਫੇਰ ਉਹਨਾਂ ਦਾ ਬੁਲਾਰਾ ਉਹਨਾਂ ਦੇ ਕਿੰਤੂ ਪਰੰਤੂ ਕਰ ਗਿਆ। ਨਹੀਂ, ਉਹ ਲੀਡਰਸ਼ਿਪ ਜਿਹੜੀ ਹੈ ਉਹ ਬੜੀ ਦਲੇਰੀ ਨਾਲ, ਬੜੀ ਨਿਡਰ ਹੋ ਕੇ ਲੜ ਰਹੀ ਹੈ। ਜੇ ਉਹ ਕਿਸੇ ਪੋਲੀਟੀਕਲ ਪਾਰਟੀ ਨੂੰ ਆਪਦੇ ਪਲੇਟਫਾਰਮ ਤੋਂ ਨਹੀਂ ਬੋਲਣ ਦਿੰਦੀ ਤਾਂ ਇਹ 'ਚ ਕੀ ਮਾੜਾ ਹੈ? ਠੀਕ ਹੈ, ਉਹਨਾਂ ਦੀ ਚੰਗੀ ਗੱਲ ਹੈ। ਉਹਨਾਂ ਨੂੰ ਆਪਦੇ ਪਲੇਟਫਾਰਮ ਤੋਂ ਨਹੀਂ ਕਿਸੇ ਪੋਲੀਟੀਕਲ ਪਾਰਟੀ ਨੂੰ ਬੋਲਣ ਦੇਣਾ ਚਾਹੀਦਾ, ਚਾਹੇ ਉਹ ਕਾਂਗਰਸ ਹੈ, ਚਾਹੇ ਅਕਾਲੀ ਦਲ ਹੈ, ਚਾਹੇ ਆਮ ਆਦਮੀ ਹੈ, ਚਾਹੇ ਕਾਂਗਰਸ, ਕਿਸੇ ਨੂੰ ਨਹੀਂ ਬੋਲਣ ਦੇਣਾ ਚਾਹੀਦਾ। ਬਿਲਕੁਲ ਕਿਸਾਨ ਹੁਣ ਸਮਝਦਾਰ ਹੋ ਚੁੱਕੇ, ਉਹਨਾਂ ਨੂੰ ਲੱਗਦਾ ਕਿ ਸਾਡਾ ਯੂਜ਼ ਕੀਤਾ ਗਿਆ ਪਿਛਲੇ ਸਮੇਂ ਦੇ ਵਿੱਚ। ਮੈਂ 1 ਮਿੰਟ ਮੈਂ ਗੱਲ ਕਰਨਾ ਚਾਹੁੰਦਾ। ਗੋਗੀ ਜੀ ਨੇ ਕਿਹਾ ਕਿ ਸਰਪੰਚ ਜਿਹੜਾ ਹੈਗਾ ਅਸਤੀਫਾ ਦੇ ਕੇ ਦਿਖਾਵੇ। ਅਗਰ ਤੁਹਾਡੇ ਅਸਤੀਫੇ ਨਾਲ ਕਿਸਾਨ ਆਰਡੀਨੈਂਸ ਵਾਪਸ ਹੁੰਦੇ ਆ ਤਾਂ ਤੁਸੀਂ ਦੇਣ ਲਈ ਤਿਆਰ ਹੋ? ਮੈਂ ਬਿਲਕੁਲ ਕੱਲ ਨੂੰ ਅਸਤੀਫਾ ਦੇਣ ਨੂੰ ਤਿਆਰ ਆ। ਗੋਗੀ ਜੀ ਨੂੰ ਮੈਂ ਇੱਕ ਸਵਾਲ ਕਰਨਾ ਚਾਹੁੰਦਾ, ਇਹਨਾਂ ਦੇ ਪਰਿਵਾਰਕ ਮੈਂਬਰ ਸਰਪੰਚ ਆ, ਇਹ ਕੱਲ ਨੂੰ ਉਹਨਾਂ ਨੂੰ ਮੇਰੇ ਨਾਲ ਭੇਜਣ, ਮੈਂ ਕੱਲ ਨੂੰ ਹੀ ਅਸਤੀਫਾ ਦੇਣ ਨੂੰ ਤਿਆਰ ਆ। ਇਹ ਵੀ ਅਸਤੀਫਾ ਦੇਵੇ, ਮੈਂ ਵੀ ਤਿਆਰ ਆ। ਤੇ ਇੱਕ ਹੋਰ ਛੋਟੀ ਜੀ ਗੱਲ, 3 ਦਿਨ ਤੋਂ ਤੁਸੀਂ ਆਰਡੀਨੈਂਸ ਦਾ ਵਿਰੋਧ ਕਰਕੇ ਕਿਤੇ ਸੱਚੇ ਨਹੀਂ ਹੋਣ ਲੱਗੇ। ਪਿਛਲੇ 3 ਮਹੀਨੇ ਤੋਂ ਤੁਸੀਂ ਆਰਡੀਨੈਂਸ ਦੇ ਹੱਕ 'ਚ ਨਾਅਰੇ ਮਾਰ ਰਹੇ, ਆਰਡੀਨੈਂਸ ਕਿਸਾਨਾਂ ਦਾ ਹਮਾਇਤੀ ਆ। ਹੁਣ 3 ਦਿਨ ਤੋਂ ਤੁਹਾਨੂੰ ਦੇਖ ਗਿਆ ਸਾਰਾ ਪੰਜਾਬ ਵਿਰੋਧ ਆ, ਹੁਣ ਤੁਸੀਂ ਕਿਸਾਨਾਂ ਦੇ ਆਰਡੀਨੈਂਸ ਦੇ ਖਿਲਾਫ ਹੋ ਗਏ। ਇਹ ਗੱਲਾਂ ਨਹੀਂ ਚੱਲਣੀਆਂ। 3 ਮਹੀਨੇ ਤੋਂ ਜਿਹੜਾ ਹਮਾਇਤੀ ਆ ਆਰਡੀਨੈਂਸ ਦੇ, ਉਹ ਜੇ 3 ਦਿਨ ਤੋਂ ਆਰਡੀਨੈਂਸ ਦਾ ਵਿਰੋਧ ਕਰਨ ਲੱਗੇ ਤਾਂ ਲੋਕ ਭੁੱਲੇ ਨਹੀਂ ਹੈਗੇ। ਬੜੇ ਬਾਦਲ ਸਾਹਿਬ ਨੂੰ ਵੀ ਇਹਨਾਂ ਨੇ ਫੇਸਬੁੱਕ ਤੇ ਲਿਆਂਦਾ ਕਿ ਆਰਡੀਨੈਂਸ ਦੀ ਹਮਾਇਤ ਕਰੋ, ਉਹਨਾਂ ਨੂੰ ਵੀ ਵਰਤੇ। ਬਿਲਕੁਲ ਕਾਮਰੇਡ ਸਾਹਿਬ, ਜਿਵੇਂ ਤਿੰਨੋਂ ਪਾਰਟੀਆਂ ਇੱਕ ਦੂਜੇ ਤੇ ਆਰੋਪ ਲਾ ਰਹੀਆਂ, ਮੁੱਦਾ ਕਿਸਾਨੀ ਨੂੰ ਲੈ ਕੇ, ਕਿਸਾਨੀ ਨੂੰ ਬਚਾਉਣ ਨੂੰ ਲੈ ਕੇ ਆ। ਤਿੰਨੋਂ ਪਾਰਟੀਆਂ ਕਹਿੰਦੀਆਂ ਅਸੀਂ ਕਿਸਾਨੀ ਦੇ ਨਾਲ ਖੜੇ ਆ, ਪਰੰਤੂ ਜਿਹੜੇ ਇੱਕ ਦੂਜੇ ਤੇ ਆਰੋਪ ਲਾਏ ਜਾ ਰਹੇ, ਲੜਾਈ ਇਕੱਠੇ ਕਿਉਂ ਨਹੀਂ ਲੜੀ ਜਾ ਰਹੀ ਲੜਾਈ, ਅਗਰ ਸਾਰੀਆਂ ਕਿਸਾਨਾਂ ਦੇ ਨਾਲ ਖੜੀਆਂ ਪਾਰਟੀਆਂ? ਮੈਂ ਤਾਂ ਪਹਿਲਾਂ ਸਵਾਲ ਅਕਾਲੀ ਦਲ ਨੂੰ ਕਰਨਾ ਚਾਹੁੰਦਾ ਵੀ ਮੈਂ ਤਾਂ ਅਕਾਲੀ ਦਲ ਨੂੰ ਇਹ ਕਿਹਾ ਵੀ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਇਤਿਹਾਸ ਹੈ ਮਾਣਾ ਮੱਤਾ ਹੈ, ਬੜਾ ਸ਼ਾਨ ਗੌਰਵਮਈ ਇਤਿਹਾਸ ਹੈ। ਪਰ ਅੱਜ ਜੋ ਕੁਝ ਅਕਾਲੀ ਦਲ ਕਰ ਰਿਹਾ, ਇਸ ਦੇ ਨਾਲ ਉਹ ਇਤਿਹਾਸ ਦੇ ਤੁਸੀਂ ਕਿਆ ਕਰ ਰਹੇ ਹੋ, ਉਸ ਇਤਿਹਾਸ ਦੇ ਨਾਲ ਇਨਸਾਫ। ਮੈਂ ਕਹਿਣਾ ਚਾਹੁੰਦਾ ਅੱਜ ਸਵਾਲ ਕੱਲਾ ਮੋਦੀ ਦਾ ਨਹੀਂ,
ਅੱਜ ਸਵਾਲ ਹੈ ਕਿ ਤੁਸੀਂ ਕਾਰਪੋਰੇਟ ਘਰਾਣਿਆਂ ਨਾਲ ਖੜਨਾ ਕਿ ਦੇਸ਼ ਦੇ ਕਿਸਾਨਾਂ ਔਰ ਮਜ਼ਦੂਰਾਂ ਨਾਲ ਖੜਨਾ। ਕਿਸਾਨਾਂ ਦੇ ਖਿਲਾਫ ਤਿੰਨੇ ਹੀ ਇਹ ਜਿਹੜੇ ਸੋਧ ਬਿੱਲ ਪਾਸ ਹੋ ਗਏ, ਤਿੰਨੇ ਕਾਨੂੰਨ ਸੰਸਦ ਦੇ ਵਿੱਚ ਧੱਕੇ ਨਾਲ ਪਾਸ ਹੋ ਗਏ, ਔਰ ਹੁਣ ਮਜ਼ਦੂਰਾਂ ਦੇ ਖਿਲਾਫ ਵੀ 3 ਕਾਨੂੰਨ ਆ ਗਏ, ਉਹ ਵੀ ਧੱਕੇ ਨਾਲੇ ਪਾਸ ਹੋ ਜਾਣੇ। ਇਹ ਪਹਿਲੀ ਵਾਰੀ ਹੋਇਆ ਦੇਸ਼ ਦੇ ਇਤਿਹਾਸ ਵਿੱਚ ਕਿ ਮਜ਼ਦੂਰਾਂ ਨਾਲ ਸੰਬੰਧਿਤ ਕਾਨੂੰਨ ਧਨ ਬਿੱਲ ਲਿਆ ਕੇ ਪੇਸ਼ ਕੀਤੇ ਗਏ ਤਾਂ ਕਿ ਰਾਜ ਸਭਾ ਦੇ ਵਿੱਚ ਜੇ ਨਾ ਵੀ ਸਾਡਾ ਬਹੁਮਤ ਹੋਇਆ ਤਾਂ ਇੱਦਾਂ ਹੀ ਧੱਕਾ ਕਰ ਦੇਵਾਂਗੇ। ਇਹ ਧੱਕਾ ਕੀਤਾ ਜਾ ਰਿਹਾ। ਮੈਂ ਕਹਿਣਾ ਚਾਹਨਾ ਸਮਾਂ ਆਉਂਦਾ ਜਾ ਰਿਹਾ, ਚਾਹੇ ਕਾਂਗਰਸ ਹੋਵੇ ਚਾਹੇ ਅਕਾਲੀ ਦਲ ਹੋਵੇ, ਹੁਣ ਦੇਸ਼ ਇੱਕ ਪਾਸੇ ਹੋਏਗਾ, NDA ਇੱਕ ਪਾਸੇ ਹੋਏਗਾ, BJP ਇੱਕ ਪਾਸੇ ਹੋਏਗੀ, ਕਿਸਾਨ ਮਜ਼ਦੂਰ ਸਾਰੇ ਲੋਕ ਇੱਕ ਪਾਸੇ ਹੋਣਗੇ। ਕਿਉਂਕਿ ਹਮਲਾ ਕੇਵਲ ਕਿਸਾਨਾਂ ਤੇ ਨਹੀਂ ਕੀਤਾ, ਹਮਲਾ ਮਜ਼ਦੂਰਾਂ ਤੇ ਵੀ ਕਰ ਦਿੱਤਾ, ਹਮਲਾ ਮੁਲਾਜ਼ਮਾਂ ਉੱਤੇ ਵੀ ਕਰ ਦਿੱਤਾ, ਹਮਲਾ ਦੇਸ਼ ਦੇ ਧਰਮ ਨਿਰਪੱਖ ਢਾਂਚੇ ਤੇ ਵੀ ਕਰ ਦਿੱਤਾ, ਫੈਡਰਲਿਜ਼ਮ ਤੇ ਵੀ ਕਰ ਦਿੱਤਾ। ਆ ਜਿਹੜੀ ਗੱਲ ਕੀਤੀ ਕਿ ਜੀ ਅਸੀਂ ਆ ਸੜਕਾਂ ਲੈ ਜਾਂਦੀਆਂ, ਮੈਂ ਤਾਂ ਪੁੱਛਣਾ ਚਾਹਨਾ ਸਾਰੀਆਂ ਪਾਰਟੀਆਂ ਨੂੰ, ਇਹ ਟੋਲ ਪਲਾਜ਼ੇ ਕੌਣ ਲੈ ਕੇ ਆਏ? ਅਸੀਂ ਕਹਿੰਦੇ ਜੇ ਤੁਸੀਂ ਸੜਕਾਂ ਲੈ ਕੇ ਆਏ ਤਾਂ ਟੋਲ ਪਲਾਜ਼ੇ ਦੀ ਜ਼ਿੰਮੇਵਾਰੀ ਵੀ ਚੱਕੋ। ਥਾਂ ਟੋਲ ਪਲਾਜ਼ੇ ਗੜ ਦਿੱਤੇ, ਕੌਣ ਜ਼ਿੰਮੇਵਾਰ ਹੈ? ਇਹਦਾ ਵੀ ਜਵਾਬ ਲੋਕਾਂ ਨੇ ਮੰਗਣਾ। ਔਰ ਮੈਂ ਤਾਂ ਇਹ ਬੇਨਤੀ ਕਰਨਾ ਚਾਹਨਾ, ਅਕਾਲੀ ਦਲ ਜਿੰਨੀ ਛੇਤੀ BJP ਨਾਲੋਂ ਲਕੀਰ ਖਿੱਚ ਕੇ ਲੜੇਗਾ ਗੇਨ ਕਰੇਗਾ। ਜੇ BJP ਦੇ ਨਾਲ ਖੜਾ ਰਹੇਗਾ ਜਾਂ ਅੰਦਰ ਖਾਤੇ ਰਲਿਆ ਰਹੇਗਾ, ਭਾਵੇਂ ਕਾਂਗਰਸ ਹੋਵੇ, ਜੇ ਇਹਨਾਂ ਬਿੱਲਾਂ ਦੇ ਨਾਲ ਅੰਦਰ ਖਾਤੇ ਰਲੇ ਰਹੇਗੀ ਤਾਂ ਇਹਨਾਂ ਦੋਹਾਂ ਨੂੰ ਹੀ ਪੰਜਾਬ ਦੇ ਲੋਕ ਸਾਫ਼ ਕਰ ਦੇਣਗੇ, ਛੱਡਣਗੇ ਨਹੀਂ। ਬਿਲਕੁਲ ਜੀ, ਕਿਸਾਨ ਰੁਪਿੰਦਰ ਸਿੰਘ ਰੂਪਾ ਨਾਲ ਗੱਲ ਕਰਨੇ। ਰੁਪਿੰਦਰ ਜੀ, ਆਰੋਪ ਲੱਗ ਰਿਹਾ ਕਿ ਸਿਆਸੀ ਪਾਰਟੀਆਂ ਵੋਟ ਬੈਂਕ ਨੂੰ ਦੇਖਦੇ ਹੋਏ, ਕਿਸਾਨਾਂ ਦੇ ਨੂੰ ਦੇਖਦੇ ਹੋਏ ਹੁਣ ਸਾਰੀਆਂ ਤੈਚੀ ਅਖਬਾਰੀਆਂ ਵੀ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ। ਜਦੋਂ 1 ਸਾਲ ਪਹਿਲਾਂ ਇਸ ਬਿੱਲ ਦਾ ਖਰੜਾ ਤਿਆਰ ਹੋਇਆ ਸੀਗਾ, ਉਦੋਂ ਕੋਈ ਨਹੀਂ ਬੋਲਿਆ, ਕਿਸਾਨਾਂ ਨੂੰ ਜਾਗਰੂਕ ਨਹੀਂ ਕੀਤਾ ਗਿਆ ਕਿ ਬਿੱਲ ਇਹ ਤੁਹਾਡੇ ਖਿਲਾਫ ਆ ਰਿਹਾ, ਸੜਕਾਂ ਤੇ ਆ ਜਾਓ। ਹੁਣ ਜਦੋਂ ਬਿੱਲ ਪਾਸ ਹੋ ਗਿਆ ਤਾਂ ਸਾਰੀਆਂ ਪਾਰਟੀਆਂ ਆ ਕੇ ਕਿਸਾਨਾਂ ਦੇ ਧਰਨਿਆਂ ਦੇ ਵਿੱਚ ਸ਼ਾਮਲ ਹੋਣ ਦੀ ਗੱਲ ਕਰ ਰਹੀਆਂ। ਕਿਵੇਂ ਦੇਖਦੇ ਹੋ, ਕਿਸਾਨ ਲਗਾਤਾਰ ਇਹਦਾ ਵਿਰੋਧ ਕਰ ਰਹੇ? ਹਾਂ, ਬਿਲਕੁਲ ਧੱਕੇ ਨਾਲੇ ਸਾਡੇ ਧਰਨਿਆਂ ਵਿੱਚ ਘੁੱਸਦੇ ਆ ਕੇ। ਕੋਈ ਆ, ਚਾਹੇ ਕਾਂਗਰਸੀ ਆ, ਚਾਹੇ ਅਕਾਲੀ ਆ, ਚਾਹੇ ਆਮ ਆਦਮੀ ਪਾਰਟੀ ਆ। ਮੈਂ ਤਾਂ ਇੱਕ ਹੱਥ ਬੰਨ੍ਹ ਕੇ ਬੇਨਤੀ ਕਰਦਾ ਇਹਨਾਂ ਨੂੰ ਵੀ ਇਹ ਜਿਹੜੀ ਦੁੱਖ ਦੀ ਘੜੀ ਆ ਬਹੁਤ ਤਕੜੀ ਪਈ ਵੀ ਆ, ਸਾਰੇ ਪੰਜਾਬ ਪਰੇ ਪਈ ਵੀ ਆ, ਕੋਈ ਇਕੱਲੇ ਜ਼ਿਮੀਂਦਾਰ ਪਰ ਨਹੀਂ ਹੈਗੀ। ਇਹ ਮਤਲਬ ਹਰੇਕ ਵਰਗ ਨੂੰ, ਦੁਕਾਨਦਾਰ, ਕਰਿਆਨੇ ਵਾਲਾ ਕਿ ਵੀ ਹੈਗਾ ਸੰਸਾਰ, ਉਹ ਜ਼ਿਮੀਂਦਾਰ ਤੇ ਸ਼ੁਰੂ ਹੁੰਦਾ ਹੈ, ਜ਼ਿਮੀਂਦਾਰ ਕੋਲੇ ਮੁੱਕਦਾ ਹੈ। ਮੈਂ ਤਾਂ ਇਹ ਕਹਿਣਾ ਵੀ ਮਦਦ ਜਿਹੜੀ ਕਰਨੀ ਆ ਸਾਫ਼ ਹੋ ਕੇ ਕਰੋ, ਇੱਕ ਪੱਖ ਹੋ ਕੇ ਕਰੋ, ਮਤਲਬ ਕਿਸੇ ਨੂੰ ਭੜਕਾਓ ਨਾ, ਕਿਸੇ ਨੂੰ ਕੁਛ ਨਾ ਕਰੋ, ਲੜਾਈ ਲੜੋ, ਆ ਕੇ ਸਾਫ਼ ਹੋ ਕੇ ਲੜੋ, ਜਿਹਦਾ ਪਤਾ ਲੱਗੇ ਵੀ ਹਾਂ ਪਾਰਟੀਆਂ ਲੜਾਈ ਲੜਦੀਆਂ। ਅੱਬਲ ਮਾ ਤਾਂ ਸਾਰਿਆਂ ਨੂੰ ਇਹ ਦੁੱਖ ਦੀ ਘੜੀ 'ਚ ਤਾਂ ਇਕੱਠੇ ਹੋ ਕੇ ਲੜਨਾ ਚਾਹੀਦਾ ਕਿਸਾਨਾਂ ਦੇ ਨਾਲ। ਬਿਲਕੁਲ ਜੀ, ਰੁਪਿੰਦਰ ਸਿੰਘ ਦਾ ਸਵਾਲ ਵਧੀਆ। ਤਿੰਨੇ ਪਾਰਟੀਆਂ ਨੂੰ ਮੇਰਾ ਸਵਾਲ ਹੈ ਕਿ ਜਦੋਂ ਆਪਾਂ ਲੜ ਰਹੇ ਆ ਕਿਸਾਨਾਂ ਦੇ ਹੱਕ ਦੇ ਲਈ, ਆਪਾਂ ਫਿਰ ਆਪਸ ਦੀ ਲੜਾਈ ਕਿਉਂ ਲੜ ਰਹੇ ਆ? ਕਿਉਂ ਕਿਸਾਨਾਂ ਦੇ ਨਾਲ ਇਕੱਠੇ ਹੋ ਕੇ ਲੜ ਨਹੀਂ ਰਹੇ? ਆਪਣੇ ਆਪਣੇ ਧਰਨੇ ਲਗਾ ਰਹੇ ਆ, ਕੋਈ ਟਰੈਕਟਰ ਰੈਲੀ ਕਰ ਰਿਹਾ, ਕੋਈ ਮੋਟਰਸਾਈਕਲ ਰੈਲੀ ਕਰ ਰਿਹਾ, ਕਿਸਾਨਾਂ ਦੇ ਨਾਲ ਕਿਉਂ ਨਹੀਂ ਖੜਿਆ ਜਾ ਰਿਹਾ? ਇਹ ਮੈਂ ਪੁੱਛਣਾ ਚਾਹੁੰਦਾ ਤਿੰਨੋਂ ਪਾਰਟੀਆਂ ਦੇ ਨੁਮਾਇੰਦਿਆਂ ਨੂੰ। ਹਾਂਜੀ, ਦੇਖੋ, ਮੈਂ ਪੂਰੀ ਇਮਾਨਦਾਰੀ ਦੇ ਨਾਲ ਇਹਨਾਂ ਦੀ ਗੱਲ ਸਹਿਮਤ ਆ। ਅੱਜ ਕਿਸਾਨ ਧੁਰ ਅੰਦਰੋਂ ਟੁੱਟਿਆ ਹੋਇਆ ਹੈ। ਦੁਖੀ ਬੰਦੇ ਦੇ ਜਾ ਕੇ ਕੋਈ ਬੰਦਾ ਆਪਣਾ ਫਾਇਦਾ ਉਠਾਵੇ, ਇਹ ਤੋਂ ਵੱਡਾ ਦੁਨੀਆ 'ਚ ਕੋਈ ਪਾਪ ਨਹੀਂ ਹੈਗਾ। ਮੈਂ ਪੂਰੀ ਜ਼ਿੰਮੇਵਾਰੀ ਦੇ ਨਾਲ ਆਮ ਆਦਮੀ ਪਾਰਟੀ ਵੱਲੋਂ, ਰੋਪੜ ਦੀ ਇਕਾਈ ਵੱਲੋਂ ਇਹ ਇੱਥੇ ਹੱਥ ਬੰਨ੍ਹ ਕੇ ਬੇਨਤੀ ਕਰਦਾ ਹੈ ਕਿ ਸਾਡੀ ਪਾਰਟੀ 1 ਇੰਚ ਰਾਜਨੀਤੀ ਇਸ ਮੁੱਦੇ ਤੇ ਨਹੀਂ ਕਰੇਗੀ। ਕਿਸਾਨ ਜਥੇਬੰਦੀ ਜਦੋਂ ਵੀ ਕੋਈ ਡਿਊਟੀ ਸਾਡੀ ਲਾਏਗੀ, ਭਾਵੇਂ ਦਰੀਆਂ ਵਿਛਾਉਣ ਦੀ ਲਾਵੇ, ਭਾਵੇਂ ਪਾਣੀ ਪਿਲਾਉਣ ਦੀ ਲਾਵੇ, ਅਸੀਂ ਉੱਥੇ ਇੱਥੋਂ ਤੱਕ ਕਿ ਆਪਣੀ ਪਾਰਟੀ ਦਾ ਨਾਂ ਤੱਕ ਨਹੀਂ ਲਾਉਂਗੇ, ਸਿਰਫ ਸੇਵਾ ਕਰੂੰਗੇ। ਕਿਉਂਕਿ ਜੇ ਕਿਸਾਨੀ ਖਤਮ ਹੋ ਗਈ ਤਾਂ ਸਭ ਕੁਝ ਖਤਮ ਹੋ ਜਾਣਾ ਹੈਗਾ। ਬਿਲਕੁਲ ਜੀ। ਹਾਂਜੀ, ਸੁਖਦੇਵ ਜੀ, ਤੁਹਾਡਾ ਕੀ ਕਹਿਣਾ? ਮੈਂ ਤਾਂ ਆਲਰੇਡੀ ਕਹਿ ਚੁੱਕਿਆ ਜੀ, 25 ਤਰੀਕ ਦਾ ਜਿਹੜਾ ਇਹਨਾਂ ਦਾ ਪੰਜਾਬ ਬੰਦ ਦਾ ਸੱਦਾ ਹੈ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਆਲਰੇਡੀ ਫੈਸਲਾ ਕਰ ਚੁੱਕੀ ਹੈ। ਅਸੀਂ ਕਿਸੇ ਸਟੇਜ ਤੇ ਨਹੀਂ ਜਾਵਾਂਗੇ, ਕੋਈ ਆਪਦੇ ਪਾਰਟੀ ਦਾ ਨਾਮ ਨਹੀਂ ਲਵਾਂਗੇ। ਅਸੀਂ ਆਪਣੇ ਕਾਡਰ ਨੂੰ ਕਿਹਾ ਹੋਇਆ ਵੀ ਵੱਧ ਚੜ੍ਹ ਕੇ ਉਹਦੇ 'ਚ ਹਿੱਸਾ ਪਾਓ ਤੇ ਇਹਨੂੰ ਵੱਧ ਚੜ੍ਹ ਕੇ 25 ਤਰੀਕ ਦਾ ਕਿਸਾਨ ਬੰਦ ਦਾ ਜਿਹੜਾ ਪੰਜਾਬ ਬੰਦ ਦਾ 25 ਤਰੀਕ ਦਾ ਪ੍ਰੋਗਰਾਮ, ਉਹਨੂੰ ਕਾਮਯਾਬ ਕਰੋ। ਅਸੀਂ ਉਹਦੇ ਤੇ ਕੋਈ ਸਿਆਸੀ ਗੱਲ ਨਹੀਂ ਕਰਨੀ, ਕਿਸੇ ਨੇ ਆਪਦਾ ਨਾਂ ਨਹੀਂ ਲੈਣਾ, ਕਿਸੇ ਨੇ ਉੱਥੇ ਹੋਰ ਨਹੀਂ ਕਰਨਾ। ਸਾਡਾ ਕਾਡਰ ਸਾਰਾ ਪਹੁੰਚੂਗਾ ਸਾਰੇ ਪ੍ਰੋਗਰਾਮ। ਹਾਂਜੀ, ਗੋਗੀ, ਤੁਹਾਡਾ ਕੀ ਰੁਖ ਹੈ? ਇਹ ਕਾਂਗਰਸ ਪਾਰਟੀ ਦਾ ਕਹਿਣੀ ਔਰ ਕਥਨੀ 'ਚ ਫਰਕ ਆ ਜੀ। ਜੋ 25 ਤਰੀਕ ਨੂੰ ਦੇਖਿਆ ਜਾਊਗਾ ਨਾ, ਤੁਸੀਂ ਦੱਸੋ ਅੱਜ ਦਾ। ਪਹਿਲਾਂ ਸੁਣੋ, ਹਮੇਸ਼ਾ ਪਾਸਟ ਨੂੰ ਦੇਖ ਕੇ ਚੱਲਿਆ ਜਾਂਦਾ ਕਿ ਪਾਸਟ ਕੀ ਆ ਕਿਸੇ ਦਾ। 14/8/2017 ਨੂੰ ਆ ਮੇਰੇ ਕੋਲ ਚਿੱਠੀ ਪਈ ਹੈ ਜੀ, ਕੋਈ ਵੀ ਕਿਸਾਨ ਵੀਰ ਦੇਖ ਸਕਦਾ। ਜਿਹੜੇ ਬਿੱਲ ਦੀ ਅੱਜ ਵਿਰੋਧ ਕੀਤਾ ਜਾ ਰਿਹਾ,
14/8/2017 ਨੂੰ ਪੰਜਾਬ ਵਿਧਾਨ ਸਭਾ 'ਚ ਕਾਂਗਰਸ ਪਾਰਟੀ ਨੇ ਬਿੱਲ ਪਾਸ ਕੀਤਾ ਹੋਇਆ ਕਿ ਕੋਈ ਵੀ APMC ਜਿਹੜੀਆਂ ਮੰਡੀਆਂ ਹੈਗੀਆਂ ਇਹਨਾਂ ਦੀ ਪੈਰਲਲ ਮੰਡੀ ਚਲਾਉਣ ਦੀ ਇਜਾਜ਼ਤ 2017 'ਚ ਪੰਜਾਬ ਸਰਕਾਰ ਨੇ ਦਿੱਤੀ ਵੀ ਕੋਈ ਵੀ ਦੇਖ ਸਕਦਾ। ਆਹ ਪਾਸ ਕੀਤਾ ਮੇਰੇ 2014/8/2017 ਦਾ ਪੰਜਾਬ ਵਿਧਾਨ ਸਭਾ 'ਚ। ਅਗਲੀ ਗੱਲ, ਇਹਨਾਂ ਦਾ ਚੋਣ ਮੈਨੀਫੈਸਟੋ ਕੱਢ ਲਓ 2017 ਦਾ, 2019 ਦਾ ਕੱਢ ਲਓ। ਉਹਦੇ 'ਚ ਵੀ ਕਾਂਗਰਸ ਪਾਰਟੀ ਨੇ ਵਾਅਦਾ ਕੀਤਾ ਵੀ ਅਸੀਂ ਇਹਨਾਂ ਦੇ ਬਰਾਬਰੇ ਕਰਕੇ ਦੇਵਾਂਗੇ। ਇਹ ਮਗਰਮੱਛ ਦੇ ਹੰਝੂ ਸਿੱਟਦੇ ਆ। ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਅਸੀਂ ਮੁੱਖ ਮੰਤਰੀ ਪੰਜਾਬ ਦਾ ਫਰਜ਼ ਬਣਦਾ ਕਿ ਹਰੇਕ ਪਾਰਟੀ ਨੂੰ ਨਾਲ ਲੈ ਕੇ ਚੱਲੇ। ਜੇ ਕਿਸਾਨ ਹਿਤੈਸ਼ੀ ਆ, ਗੱਲ ਸੁਣੋ ਜੀ, ਮੈਂ ਅੱਜ ਇਸ ਸਟੇਜ ਤੇ ਕਹਿਣਾ ਕਿ ਪਿਛਲੇ ਸਮੇਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਵਰਚੁਅਲ ਮੀਟਿੰਗ ਬੁਲਾਈ ਸੀਗੀ ਮੋਬਾਈਲਾਂ ਦੇ ਆਪਣੇ ਕੰਪਿਊਟਰ ਦੇ ਉੱਤੇ। ਉਦੋਂ ਵੀ ਸਾਡੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਸਾਹਿਬ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ, ਜਿੱਥੇ ਕਿਤੇ ਕਿਸਾਨਾਂ ਦੇ ਹੱਕ ਲਈ ਸਾਨੂੰ ਲੈ ਕੇ ਜਾਣ ਦੀ ਲੋੜ ਆ ਅਸੀਂ ਤੁਹਾਡੇ ਨਾਲ ਚੱਲਾਂਗੇ। ਪਰ ਅਮਰਿੰਦਰ ਸਿੰਘ ਨੇ ਅੱਜ ਤੱਕ ਕਿਸੇ ਵੀ ਪਾਰਟੀ ਨੂੰ, ਭਾਵੇਂ ਆਮ ਆਦਮੀ ਪਾਰਟੀ ਆ, ਭਾਵੇਂ CPI ਆ, ਭਾਵੇਂ CPM ਆ, ਭਾਵੇਂ BSP ਆ, ਭਾਵੇਂ ਕੋਈ ਡੈਮੋਕ੍ਰੈਟਿਕ ਆ, ਕੋਈ ਹੋਰ ਵੀ ਹੈਗਾ, ਅੱਜ ਤੱਕ ਅਮਰਿੰਦਰ ਸਿੰਘ ਨੇ ਕਿਸੇ ਪਾਰਟੀ ਨੂੰ ਨਾਲ ਲੈ ਕੇ ਦਿੱਲੀ ਜਾਣ ਦੀ ਗੱਲ ਨਹੀਂ ਕੀਤੀ। ਫਿਰ ਇੱਥੇ ਗੱਲਾਂ ਹੁੰਦੀਆਂ ਅਸੀਂ ਜਿਹੜੇ ਹੈਗੇ ਸਾਰੇ ਉਹ ਸਾਂਝੇ, ਇਸ ਕਰਕੇ ਬਿਲਕੁਲ ਸਾਂਝੇ ਨਹੀਂ ਹੈਗੇ। ਅਸੀਂ ਅਸਤੀਫਾ ਦਿੱਤਾ, ਅਸੀਂ ਅਸਤੀਫਾ ਦੇ ਕੇ ਸਾਬਤ ਕੀਤਾ। ਅੱਜ ਅਮਰਿੰਦਰ ਸਿੰਘ ਅਸਤੀਫਾ ਦੇ ਦੇਵੇ, ਅਮਰਿੰਦਰ ਸਿੰਘ ਸਾਡੇ ਕਿਸਾਨ ਬਣ ਕੇ ਚੱਲੇ ਨਾ, ਅਸੀਂ ਸਾਰੇ ਨਾਲ ਤਿਆਰ ਹਾਂ ਇਸ ਗੱਲ ਗੋਗੀ ਤੇ। ਜੀ ਸਵਾਲ ਇਹ ਆ, ਅਮਰਿੰਦਰ ਸਿੰਘ ਕਿਸਾਨਾਂ ਦੀ ਲੜਾਈ ਜਿਹੜੀ ਲੜ ਰਹੀਆਂ ਜਥੇਬੰਦੀਆਂ ਉਹਨਾਂ ਦੀ ਗੱਲ ਕੀਤੀ ਆਪਾਂ। ਸਵਾਲ ਇਹ ਸੀਗਾ ਵੀ ਕੀ ਕਿਸਾਨਾਂ ਦੇ ਨਾਲ ਤੁਸੀਂ ਬਿਨਾਂ ਕਿਸੇ ਸਵਾਰਥ ਤੋਂ ਖੜਨ ਲਈ ਤਿਆਰ ਹੋ, ਬਿਨਾਂ ਆਪਣੀ ਤੁਸੀਂ ਅਕਾਲੀ ਦਲ ਦਾ ਅਲੱਗ ਬਿਨਾਂ ਸਵਾਰਥ ਤੇ ਸਾਡੀ ਤਾਂ ਪਾਰਟੀ ਉਹ ਕਿਸਾਨਾਂ ਦੀ ਪਾਰਟੀ ਇਸ ਕਰਕੇ ਨਹੀਂ ਜਿਹੜਾ 25 ਤਰੀਕ ਦਾ ਧਰਨਾ ਤੁਸੀਂ ਅੱਡ ਲਾ ਰਹੇ ਹੋ, ਕੀ ਕਿਸਾਨਾਂ 'ਚ ਸ਼ਾਮਲ ਹੋਣ ਲਈ ਤਿਆਰ ਹੋ ਬਿਨਾਂ ਆਪਣੇ ਕਿਸੇ ਲੋਗੋ ਦੇ, ਕਿਸੇ ਮਾਟੋ ਦੇ? ਦੇਖੋ ਜੀ, ਅੱਜ ਵੀ ਗੱਲ ਕਹਿੰਦੇ ਆ ਕਿ ਇਹ ਪਾਰਟੀ ਨੇ ਫੈਸਲਾ ਕੀਤਾ। ਜਦੋਂ ਇਹਨਾਂ ਦੀਆਂ ਕਿਸਾਨ ਜਥੇਬੰਦੀਆਂ ਨੇ ਇਹ ਗੱਲ ਕਹਿ ਦਿੱਤੀ ਕਿ ਸਾਡੇ 'ਚ ਕੋਈ ਸਿਆਸੀ ਆਦਮੀ ਨਾ ਆਵੇ, ਅਸੀਂ ਕਿਸਾਨਾਂ ਦੇ ਹਿਤੈਸ਼ੀ ਹੋਣ ਦੇ ਨਾਤੇ, ਸਾਡੀ ਪਾਰਟੀ ਕਿਸਾਨਾਂ ਦੀ ਪਾਰਟੀ ਹੋਣ ਦੇ ਨਾਤੇ ਸਾਡਾ ਫਰਜ਼ ਬਣਦਾ ਸੀ ਕਿ ਅਸੀਂ ਵੀ ਇਹ ਧਰਨੇ ਸ਼ਾਮਲ ਹੋਈਏ। ਅਸੀਂ ਲੱਗ ਰੱਖ ਲੈ, ਗੱਲ ਤਾਂ ਅਸੀਂ ਕਿਸਾਨੀ ਦੀ ਕਰਨੀ ਨਾ ਉੱਥੇ। ਕਿਉਂਕਿ ਜੀ ਤੁਹਾਡੀ ਗੱਲ ਇੱਕ ਮਿੰਟ ਕਿਸਾਨੀ ਦੀ ਕਰਨੀ ਹੈ, ਲੋਕਾਂ ਦੀ ਗੱਲ ਕਰਨੀ ਉੱਥੇ। ਕਿਸਾਨਾਂ ਨੂੰ ਕਿਉਂ ਕਹਿਣੀ ਪਈ ਇਹ ਗੱਲ? ਕਿਉਂਕਿ ਤੁਸੀਂ ਵਿਸ਼ਵਾਸ ਤੁਹਾਡੇ ਤੋਂ ਉੱਠ ਚੁੱਕਿਆ, ਇਸ ਕਰਕੇ ਕਿਹਾ ਕਿਸਾਨਾਂ ਨੇ ਕਿ ਸਿਆਸੀ ਪਾਰਟੀ ਨਹੀਂ। ਕਿਸਾਨਾਂ ਨੂੰ ਕੋਈ ਵਿਸ਼ਵਾਸ ਨਹੀਂ ਉੱਠਿਆ ਹੈਗਾ। ਕਿਉਂ ਉਹਨਾਂ ਨੇ ਮਨਾ ਕੀਤਾ? ਦੱਸੂਗਾ ਕਿ ਕਿਉਂ ਮਨਾ ਕੀਤਾ ਨਹੀਂ ਹੈਗਾ। ਇਹ ਸਮੇਂ ਨੇ ਸਿੱਧ ਕਰ ਦੇਣਾ। ਸਿਰਫ ਜਿਹੜਾ ਹੈਗਾ ਸੋਨੂੰ ਵੀ ਪਤਾ, ਸਾਰਿਆਂ ਨੂੰ ਪਤਾ ਕਿ ਸਿਆਸੀ ਪਾਰਟੀਆਂ ਕਿਸ ਗੱਲ ਤੇ ਲੜਾਈ ਲੜਦੀਆਂ। ਸਮੇਂ ਨੇ ਆਉਣਾ, ਤੁਹਾਡੇ ਸਾਹਮਣੇ ਕੱਲੀ ਗੱਲ ਕਲੀਅਰ ਹੋ ਜਾਣੀ। ਅਸੀਂ ਬਾਰ-ਬਾਰ ਕਹਿੰਦੇ ਆ ਕਿ ਅਮਰਿੰਦਰ ਸਿੰਘ ਸਾਨੂੰ ਜਿੱਥੇ ਲੈ ਕੇ ਜਾਊਗਾ ਸ਼੍ਰੋਮਣੀ ਅਕਾਲੀ ਦਲ ਨੂੰ, ਉਹ ਪੰਜਾਬ ਦਾ ਮੁੱਖ ਮੰਤਰੀ, ਉਹਦੀ ਡਿਊਟੀ ਬਣਦੀ ਆ। ਅਸੀਂ ਉਹਨਾਂ ਦੇ ਨਾਲ ਹਰੇਕ ਜਗ੍ਹਾ, ਭਾਵੇਂ ਜੇਲ੍ਹ ਪਰ ਅੰਦੋਲਨ ਚਲਾ ਲਵੇ, ਭਾਵੇਂ ਪ੍ਰਧਾਨ ਮੰਤਰੀ ਮਿਲਣ ਦੀ ਗੱਲ ਕਰ ਲਵੇ, ਭਾਵੇਂ ਦਿੱਲੀ ਧਰਨਾ ਦੇ, ਸ਼੍ਰੋਮਣੀ ਅਕਾਲੀ ਦਲ ਉਹਦੇ ਨਾਲ ਜਾਊਗਾ ਜੀ। ਗੋਗੀ ਜੀ ਆਪਾਂ ਉਹੀ ਗੱਲ ਕਰ ਰਹੇ, ਤੁਸੀਂ ਸਵਾਲ ਦਾ ਜਵਾਬ ਦੇ ਦਿਓ ਕਿ ਕਿਉਂ ਕਿਸਾਨ ਮਨਾ ਕਰ ਰਹੇ ਸਿਆਸੀ ਪਾਰਟੀਆਂ ਨੂੰ ਆਪਣੇ ਧਰਨੇ ਵਿੱਚ ਆਉਣ ਤੋਂ? ਇਹ ਜਿਹੜੇ ਜਵਾਬ ਆ ਇਹ ਕਿਸਾਨਾਂ ਦੇ ਜਿਹੜੇ ਹੈਗੇ ਮੁੱਖ ਲੀਡਰ ਜਿਹੜੇ ਹੈਗੇ ਜੀ, ਕਿਸਾਨਾਂ ਦੇ ਮੁੱਖ ਲੀਡਰ ਨੇ ਕਿਹਾ ਵਿਸ਼ਵਾਸਘਾਤ ਕੀਤਾ ਸਾਰੀਆਂ ਪਾਰਟੀਆਂ ਸਾਡੇ ਨਾਲ। ਅਸੀਂ ਕੋਈ ਵਿਸ਼ਵਾਸਘਾਤ ਨਹੀਂ ਕੀਤਾ ਜੀ, ਸਾਰੀਆਂ ਪਾਰਟੀਆਂ ਨੇ। ਮੈਂ ਕਿਹਾ ਜੀ ਅਸੀਂ ਕੋਈ, ਸਾਨੂੰ ਬਾਕੀ ਪਾਰਟੀ ਨੇ ਕੀਤਾ ਹੋਊਗਾ, ਵਿਸ਼ਵਾਸ ਨਹੀਂ ਕੀਤਾ। ਅਸੀਂ ਤਾਂ 3.5 ਸਾਲ ਜਦੋਂ ਸਰਕਾਰ 'ਚ ਮੰਤਰੀ ਦੇ ਰਹਿੰਦੇ ਸੀਗੇ, ਉਦੋਂ 3.5 ਸਾਲ ਮੰਤਰੀ ਛੱਡ ਕੇ ਆ ਗਿਆ, ਕੋਈ ਪੰਚ ਨਹੀਂ ਛੱਡਦਾ। ਮੈਂ ਸਰਪੰਚ ਸਾਹਿਬ ਤੁਹਾਡੀ ਉਦਾਹਰਨ ਦਿੱਤੀ ਆ, ਜਿਹੜੀ ਤੁਸੀਂ ਗੱਲ ਕੀਤੀ ਹੈ ਨਾ, ਮੇਰੀ ਡਾਟਰ ਇਨ ਲਾ ਮੇਰੀ ਸਰਪੰਚ ਆ। ਮੈਂ ਅੱਜ ਤੁਹਾਨੂੰ ਪਿੰਡ ਦੱਸਣਾ ਚਾਹੁੰਦਾ ਕਿ ਕੱਲ ਅਸੀਂ ਪੂਰੀ ਪੰਚਾਇਤ ਬੁਲਾ ਕੇ ਪਿੰਡ ਦੀ, ਅਸੀਂ ਕਿਸਾਨਾਂ ਦੇ ਹੱਕ 'ਚ ਮੋਦੀ ਦੇ ਖਿਲਾਫ ਮਤਾ ਅਸੀਂ ਪਹਿਲਾਂ ਹੀ ਪਾ ਦਿੱਤਾ। ਪੰਜਾਬ ਦੀ ਪਹਿਲੀ ਪੰਚਾਇਤ ਹੋਊਗੀ ਜਿਹੜੀ ਘਨੌਲੀ ਪੰਚਾਇਤ ਹੈ, ਜਿਹਨੇ ਕਿਸਾਨਾਂ ਦੇ ਹੱਕ 'ਚ ਮਤਾ ਪਾਇਆ। ਕਿਸੇ ਪੰਚਾਇਤ ਨੇ ਅੱਜ ਤੱਕ ਮਤਾ ਨਹੀਂ ਪਾਏਗਾ। ਉਦੋਂ ਬਾਅਦ ਸਾਡਾ ਮਤਾ ਜਦੋਂ ਅਸੀਂ ਫੇਸਬੁੱਕ ਤੇ ਪਾਇਆ, ਉਦੋਂ ਬਾਅਦ ਮਤੇ ਪੈਣੇ ਸ਼ੁਰੂ ਹੋਏ ਆ, ਕਿਉਂਕਿ ਅਪੀਲ ਆਈ ਸੀ ਬਈ ਜਿਹੜੀ ਛੋਟੀ ਇਕਾਈ ਆ, ਇੱਥੋਂ ਜੇ ਮਤੇ ਪੈਣੇ ਸ਼ੁਰੂ ਹੋਣਗੇ ਤਾਂ ਇਹਦਾ ਫਾਇਦਾ ਹੋਊਗਾ। ਕੁਝ ਵਕੀਲ ਸੱਜਣ, ਅਸੀਂ ਸਭ ਤੋਂ ਪਹਿਲਾਂ ਆਪਣਾ ਫਰਜ਼ ਸਮਝਦੇ ਹੋਏ, ਕਿਉਂਕਿ ਅਕਾਲੀ ਦਲ ਦੇ ਵਰਕਰ ਵੀ ਆ, ਕਿਸਾਨ ਵੀ ਆ, ਕਿਸਾਨੀ ਨਾਲ ਜੁੜੇ ਹੋਏ ਆ, ਪੇਂਡੂ ਲੋਕ ਆ, ਅਸੀਂ ਆਪਣਾ ਫਰਜ਼ ਸਮਝਦੇ ਸਭ ਤੋਂ ਪਹਿਲਾਂ ਆਪਣੀ ਪੰਚਾਇਤ 'ਚ ਅਸੀਂ ਮਤਾ ਪਾਇਆ ਜੀ। ਬਿਲਕੁਲ ਹੀ ਅਕਾਲੀ ਦਲ ਤੋਂ ਗੁਰਿੰਦਰ ਸਿੰਘ ਗੋਗੀ ਦਾ ਕਹਿਣਾ ਕਿ ਆਪਣਾ ਅਲੱਗ ਧਰਨਾ ਲਾਣਗੇ, ਇਹ ਕਿਸਾਨਾਂ ਦੇ ਵਿੱਚ ਨਹੀਂ ਜਾਣਗੇ, ਕਿਉਂਕਿ ਕਿਸਾਨਾਂ ਨੇ ਮਨਾ ਕੀਤਾ ਹੈ ਕਿਸੇ ਵੀ ਸਿਆਸੀ ਪਾਰਟੀ ਨੂੰ ਆਪਣੇ ਵਿੱਚ ਸ਼ਾਮਲ ਹੋਣ ਲਈ। ਪਰੰਤੂ ਕਾਂਗਰਸ ਨੇ ਕਿਹਾ ਕਿ ਅਸੀਂ ਸਾਥ ਦੇਵਾਂਗੇ ਬਿਨਾਂ ਕਿਸੇ ਆਪਣੇ ਬੈਨਰ ਤੋਂ, ਬਿਨਾਂ ਕਿਸੇ ਮਾਟੋ ਤੋਂ। ਆਮ ਆਦਮੀ ਪਾਰਟੀ ਨੇ ਕੀ ਕਹਿਣਾ ਚਾਹੁੰਦੇ ਸਰ? ਇਹ ਚਿੱਠੀ ਦਾ ਹੀ ਜਵਾਬ ਦੇਣਾ। ਜੇ ਚਿੱਠੀ ਹੋਣਾ ਨਾ, ਆ 2013 ਦੀ, ਇੱਕ ਮਿੰਟ ਨਾ ਜੀ, ਨਾ 2013 ਦੀ, ਉਹ 2000 ਇਹ ਪਾਸ ਹੋ ਗਿਆ ਕਾਨੂੰਨ ਆ ਤੁਹਾਡਾ। ਉਹ ਵੀਰੇ, ਆ 2013 ਦੀ ਚਿੱਠੀ
ਮੇਰੇ ਕੋਲ ਵੀ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ। ਮੇਰੀ ਗੱਲ ਤੋਂ ਮੈਂ ਚਿੱਠੀਆਂ ਓ ਯਾਰ ਗੋਗੀ, ਉਹ ਤੂੰ ਚਿੱਠੀਆਂ ਦਿਖਾਏ ਆ, ਮੈਂ ਤੈਨੂੰ ਬੋਲਿਆ ਤਾਂ ਨਹੀਂ। ਮੈਨੂੰ ਫੋਨ ਬੋਲ ਤਾਂ ਲੈਣ ਦੇ। ਇੱਕ ਮਿੰਟ ਜੀ ਤੁਸੀਂ ਉਹਨਾਂ ਨੂੰ ਬੋਲਣ ਦਾ ਇੰਨਾ ਨਹੀਂ ਭੜਕੀਦਾ ਹੁੰਦਾ। ਮੈਂ ਚਿੱਠੀ ਆ ਦਿਖਾਤੀ, ਠੀਕ ਹੈ, ਚਿੱਠੀ ਦਿਖਾਈ ਹੋਗੀ, ਚਿੱਠੀ ਤੇ ਰੁਕ ਜਾਓ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਵੇਲੇ ਦੀ ਚਿੱਠੀ ਇਹਨਾਂ ਜਿਹੜਾ ਵਿਧਾਨ ਸਭਾ 'ਚ ਮਤਾ ਲੈ ਕੇ ਆਂਦਾ ਸੀ। ਦੂਜੀ ਗੱਲ ਮੈਂ ਇੱਕ ਗੱਲ ਕਹਿਣੀ ਚਾਹੂੰਗਾ, ਜਿਹੜੀ ਆ 2017 ਦੇ ਮਤੇ ਦੀ ਗੱਲ ਕਰ ਰਹੇ ਆ, ਇਹ ਗੱਲ ਦੋ ਮਿਆਰੀ ਹੈ। ਜੇ 2017 ਦੇ ਵਿੱਚ ਸਰਦਾਰ ਕੈਪਟਨ ਅਮਰਿੰਦਰ ਸਿੰਘ ਨੇ ਵੇਲੇ ਪਾਸ ਕਰ ਹੀ ਦਿੱਤਾ, ਫਿਰ ਮੋਦੀ ਨੂੰ ਲਿਆਉਣ ਦੀ ਕੀ ਲੋੜ ਪੈ ਗਈ? ਇਹ ਜਿਹੜੇ 2017 ਦੇ ਜਿਹੜੀ ਵੀਰੇ ਤੁਸੀਂ ਗੱਲ ਤਾਂ ਸੁਣ ਲਓ। ਜਿਹੜੇ 2017 ਤੁਸੀਂ ਹੁਣ ਸੁਣਨੀ ਨਹੀਂ ਨਾ, ਤੁਹਾਨੂੰ ਤੱਕ ਸੁਣਨਾ ਨਹੀਂ ਚਾਹੁੰਦੇ। 2017 ਦੇ ਵਿੱਚ ਜੋ ਕੀਤਾ ਸੀਗਾ, ਉਹਦੇ ਵਿੱਚ ਨਾ ਤਾਂ ਕਿਤੇ ਮੰਡੀਆਂ ਖਤਮ ਹੋਈਆਂ, ਨਾ ਕਿਤੇ ਜੇ ਕੋਈ ਪ੍ਰਾਈਵੇਟ ਮੰਡੀ ਬਣਾਉਣੀ ਆ ਉੱਤੇ ਟੈਕਸ ਮਾਫ ਹੋਇਆ, ਨਾ ਕਿਤੇ ਉਸ ਦੇ ਉੱਤੇ ਉਹਨੂੰ ਲਾਇਸੈਂਸ ਮਾਫ ਹੋਇਆ। ਇਹਦੇ ਤਾਂ ਸਾਰਾ ਕੁਝ ਹੀ ਮਾਫ ਹੈ। ਨਾ ਹੀ ਅਸੀਂ ਕਿਸੇ ਨੂੰ ਇਹ ਕੀਤਾ ਵੀ ਜਿੰਨਾ ਮਰਜ਼ੀ ਸਟੋਰ ਕਰ ਲਓ। ਉਹਦੇ ਵਿੱਚ ਤਾਂ ਸਿਰਫ ਔਰ 3 ਫਸਲਾਂ ਉਸ ਐਕਟ ਤੋਂ ਬਾਹਰ ਰੱਖੀਆਂ, ਝੋਨਾ, ਕਣਕ, ਨਰਮਾ ਤੇ ਕਪਾਹ। ਉਹ 4 ਫਸਲਾਂ ਬਾਹਰ ਰੱਖੀਆਂ। ਉਹ ਸਿਰਫ ਸੀਗਾ ਵੀ ਜੇ ਕੋਈ, ਜਿਵੇਂ ਹੁਣ ਸਾਡੇ ਲੋਕ ਕਿੰਨੂ ਵੇਚਦੇ ਆ, ਜਾ ਕੇ ਬੰਗਲੌਰ ਵਿਕਦਾ ਕਿੰਨੂ, ਉਹ ਸਭ ਤੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਸਭ ਤੋਂ ਵੱਧ ਕਿੰਨੂ ਪੰਜਾਬ 'ਚੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਜਾਂਦਾ। ਦੂਜਾ ਸੁਨੀਲ ਜਾਖੜ ਦਾ ਜਾਂਦਾ ਦੂਜੇ ਨੰਬਰ ਤੇ। ਮੈਂ ਇਹ ਵੀ ਕੱਥ ਦਿੰਦਾ, ਦੂਜਾ ਸਾਡੇ ਪ੍ਰਧਾਨ ਦਾ ਜਾਂਦਾ। ਤੁਹਾਨੂੰ ਭੇਜੇ ਕਦੀ ਕਿੰਨੂ ਆਏ? ਤੇ ਇਸ ਕਰਕੇ ਉਹ ਉਹਨਾਂ ਫਸਲਾਂ ਵਾਸਤੇ ਸੀਗਾ। ਇਸ ਕਰਕੇ ਇਹਨੂੰ ਗੁੰਮਰਾਹ ਕਰਦੇ ਆ। ਤੀਜੀ ਗੱਲ, 2017 ਦੇ ਵਿੱਚ ਇਹ ਵਿਧਾਨ ਸਭਾ 'ਚ ਬੈਠੇ ਸੀ। ਇਹ ਵਿਧਾਨ ਸਭਾ ਦੀਆਂ ਪ੍ਰੋਸੀਡਿੰਗਸ ਦੱਸ ਦੇਣ ਕਿੱਥੇ ਇਹਨਾਂ ਨੇ ਇਹਨਾਂ ਬਿੱਲਾਂ ਦਾ ਵਿਰੋਧ ਕੀਤਾ। ਤੁਹਾਡੇ ਅਕਾਲੀ ਦਲ ਦੇ ਪਰਮਜੀਤ ਸਿੰਘ ਸਿੰਧਵਾ ਜਿਹੜੇ ਸਕੱਤਰ ਸੁਖਬੀਰ ਬਾਦਲ ਦੇ, ਉਹਨਾਂ ਨੇ ਅਸਤੀਫਾ ਦਿੱਤਾ ਤੇ ਉਹਨਾਂ ਨੇ ਗੱਲ ਲਿਖੀ ਹੈ ਇਹਦੇ ਵਿੱਚ ਵੀ ਸੁਖਬੀਰ ਬਾਦਲ ਜੀ ਜਿਹੜਾ ਕਿਸਾਨ ਵਿਰੋਧੀ ਬਿੱਲ ਆ ਉਹਦੇ ਹੱਕ ਸੀਗੇ, ਇਸ ਕਰਕੇ ਮੈਂ ਮਜਬੂਰੀ ਕਰਕੇ ਅਸਤੀਫਾ ਦੇ ਰਿਹਾ। ਇਹ ਕਿਸਾਨਾਂ ਦੇ ਨਾਲ ਨਹੀਂ ਖੜੇ ਹੈਗੇ। ਤੇ ਗੁਰੂ ਗ੍ਰੰਥ ਸਾਹਿਬ ਦੇ ਕਈ ਉਹਨਾਂ ਨੇ ਜਿਹੜੀ ਬੇਅਦਬੀ ਦੇ ਮੁੱਦੇ ਚੱਕੇ ਆ, ਡੇਰੇਵਾਦ ਦਾ ਸਾਥ ਦੇਣ ਦੀ ਗੱਲ ਕੀਤੀ ਆ। ਤੁਸੀਂ ਪੜ੍ਹੀ ਹੋਣੀ, ਕਾਫੀ ਲੰਬੀ ਚੌੜੀ ਚਿੱਠੀ ਆ, ਕੀ ਕਹਿਣਾ ਚਾਹੁੰਦੇ ਉਹਦੇ ਬਾਰੇ? ਮੈਂ ਕਿਹਾ ਜੀ ਤੁਸੀਂ ਇਹ ਗੱਲ ਦੱਸੋ, ਪਰਮਜੀਤ ਸਿੰਘ ਸਿੱਧਵਾਂ ਦਾ ਅਸਤੀਫਾ ਕੱਲ੍ਹ ਆਇਆ ਜੀ, ਕੱਲ੍ਹ ਆਇਆ ਅਸਤੀਫਾ। ਪਰ ਜੇ ਉਹਨੂੰ ਲੱਗਦਾ ਸੀ ਕਿ ਸੁਖਬੀਰ ਬਾਦਲ ਕਿਸਾਨੀ ਇਹ ਬਿੱਲ ਦੇ ਹੱਕ 'ਚ ਆ, ਤਾਂ ਉਹ 15 ਦਿਨ ਪਹਿਲਾਂ ਅਸਤੀਫਾ ਕਿਉਂ ਨਹੀਂ ਦਿੱਤਾ? ਉਹਨੇ ਕੱਲ ਅਸਤੀਫਾ ਕਿਉਂ ਦਿੱਤਾ? ਉਹਦੀ ਕਿਸੇ ਪਹਿਲਾਂ ਕਿਉਂ ਚੁੱਪ ਰਿਹਾ? ਉਹਦੇ ਸੁਖਬੀਰ ਜਦ ਦੇਖਿਆ ਕਿ ਉਹਦੀ ਜਿਹੜੀਆਂ ਗੱਲਾਂ ਉਹ ਕਹਿੰਦਾ ਸੀਗਾ, ਪਾਰਟੀ ਨੇ ਉਹ ਗੱਲਾਂ ਦੇ ਉੱਤੇ ਜਦੋਂ ਦੁਨੀ ਮਤਭੇਦ ਹੋ ਜਾਂਦੇ, ਬੰਦਾ ਇਲਜ਼ਾਮ ਇਹ ਲਾਉਂਦਾ, ਹੋਰ ਕੁਝ ਨਹੀਂ ਕਰਦਾ ਹੈਗਾ। ਉਹਨੇ ਟੋਟਲੀ ਇਲਜ਼ਾਮ ਲਾਇਆ। ਸੱਚੀ ਅਸੀਂ ਤਾਂ ਗੱਲ ਮੰਨਦੇ ਕਿ ਜਦੋਂ ਕਿਸਾਨ ਸੜਕਾਂ ਦੇ ਉਤਰਿਆ, ਜਦੋਂ ਸਾਡੇ ਬਦੋਸ਼ ਜਿਹੜਾ ਲੱਗਦਾ, ਤਾਂ ਉਦੋਂ ਪਰਮਜੀਤ ਸਿੱਧਵਾਂ ਅਸਤੀਫਾ ਦੇ ਕੇ ਕਿਉਂ ਨਹੀਂ ਕਿਸਾਨਾਂ ਨਾਲ ਚਲੇ ਗਿਆ ਜੀ? ਉਹ ਸਿੱਧਵਾਂ ਦੀ ਗੱਲ ਕਰਦੇ, ਉਸ ਤੋਂ ਪਹਿਲਾਂ ਜਿਹੜਾ ਸੀਨੀਅਰ, ਉਸ ਤੋਂ ਪਹਿਲਾਂ ਸੀਨੀਅਰ ਲੀਡਰ ਵਿਸ਼ਵਾਸ ਦਵਾਇਆ ਗਿਆ ਸੀ ਗੋਗੀ ਜੀ ਉਸ ਤੋਂ ਪਹਿਲਾਂ ਜਿਹੜੇ ਸੀਨੀਅਰ ਅਕਾਲੀ ਲੀਡਰ, ਜਿਹੜੇ ਸੀਨੀਅਰ ਟਕਸਾਲੀ, ਉਹ ਛੱਡ ਕੇ ਗਿਆ। ਉਹ ਕਿਉਂ ਛੱਡ ਕੇ ਗਏ? ਨਹੀਂ, ਹੁਣ ਤੁਸੀਂ ਜਿਹੜੀ ਹੈਗੀ ਆ ਪਾਰਟੀ ਤੁਸੀਂ ਕਿਸਾਨੀ ਦਾ ਨਹੀਂ, ਫਿਰ ਇਹ ਛੱਡ ਕੇ ਜਾਣ ਦਾ ਜਿਹੜਾ ਹੈਗਾ ਕਿਸੇ ਦਾ ਪਾਰਟੀ ਦਾ ਹੈਗਾ ਐਦਾਂ ਦਾ। ਮੈਂ ਤੁਹਾਨੂੰ ਮੈਂ ਜਵਾਬ ਦਿੰਦਾ ਜੀ। ਖੈਰਾ ਆਮ ਆਦਮੀ ਪਾਰਟੀ ਛੱਡ ਕੇ ਚਲੇ ਗਿਆ। ਮੈਂ ਉਹ ਗੱਲ ਲੱਗਿਆ ਕਰਨ ਜੀ। ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਦੂਲੋਂ ਸ਼ਰੇਆਮ ਪਾਰਲੀਮੈਂਟ 'ਚ ਵੀ ਬੋਲ ਰਹੇ ਆ, ਰੋਜ਼ ਅਖਬਾਰਾਂ 'ਚ ਇਹਨਾਂ ਦੇ ਖਿਲਾਫ ਬੋਲ ਰਹੇ ਆ। ਐਦਾਂ ਦਾ ਇਹ ਪਾਰਟੀਆਂ ਦੇ ਅੰਦਰੂਨੀ ਤੌਰ ਤੇ ਖਿੱਚੋਤਾਣ ਚੱਲਦੀ ਰਹਿੰਦੀ। ਇਹਦਾ ਕੋਈ ਬਹੁਤਾ ਫਰਕ ਨਹੀਂ ਹੈਗਾ, ਨਾ ਇਹਦੇ ਗੱਲ ਕੋਈ ਸਾਨੂੰ ਮਸਲਾ ਬਣਾਉਣਾ ਚਾਹੀਦਾ। ਹਰੇਕ ਪਾਰਟੀ 'ਚ ਹੈਗਾ। CPI CPM ਪਹਿਲਾਂ ਇੱਕ ਸੀਗੀ, ਨਹੀਂ ਵਿਚਾਰ ਮਿਲੇ 2 ਬਣ ਗਈਆਂ। ਇਹ ਤਾਂ ਬਣਦੀਆਂ ਰਹਿੰਦੀਆਂ, ਇਹਦੀ ਕੋਈ ਐਡੀ ਗੱਲ ਨਹੀਂ ਹੈਗੀ। ਸਾਡੇ ਨਾਲ ਕਾਨੂੰਨੀ ਜਿਹੜੀ ਹੈਗੀ ਇਸ ਨੁਕਤੇ ਤੇ ਗੱਲ ਕਰਨ ਲਈ ਮੌਜੂਦ ਨੇ ਕਮਲ ਸੈਣੀ ਜੀ, ਐਡਵੋਕੇਟ ਕਮਲ ਸੈਣੀ ਜੀ। ਗੱਲ ਕਰਦੇ ਆ ਕਮਲ ਸੈਣੀ ਜੀ, ਤੁਸੀਂ ਜਿਹੜੇ ਹੈਗੇ ਖੇਤੀ ਆਰਡੀਨੈਂਸ ਤੇ ਪੜ੍ਹਿਆ ਇਹਨੂੰ ਪੂਰਾ, ਕੀ ਲੱਗਦਾ ਹੈ ਇਹਨੂੰ ਕਿਵੇਂ ਜਿਹੜਾ ਹੈਗਾ ਵਾਪਸ ਕਰਵਾਇਆ ਜਾ ਸਕਦਾ, ਇਹਨੂੰ ਕੈਂਸਲ ਕਰਵਾਇਆ ਜਾ ਸਕਦਾ ਕਾਨੂੰਨੀ ਤੌਰ ਤੇ? ਦੇਖੋ ਜੀ, ਸਭ ਤੋਂ ਪਹਿਲਾਂ ਮੈਂ ਇਹ ਗੱਲ ਕਹਿਣੀ ਚਾਹੁੰਦਾ ਹਾਂ ਵੀ ਸਾਹਿਬ ਕਾਸ਼ੀ ਰਾਮ ਜੀ ਨੇ ਜਦੋਂ BSP ਪਾਰਟੀ ਬਣਾਈ ਸੀ, ਉਦੋਂ ਉਹਨਾਂ ਨੇ ਕਹਿ ਦਿੱਤਾ ਸੀ ਵੀ ਪੰਜਾਬ ਔਰ ਹਰਿਆਣੇ ਦੀ ਰਾਜਨੀਤੀ ਦੇ ਵਿੱਚ ਐਸਾ ਕੋਈ ਮਰਦ ਨਹੀਂ ਜਿਹੜਾ ਕੇਂਦਰ ਸਰਕਾਰ ਦੀ ਧੌਣ ਤੇ ਗੋਡਾ ਰੱਖ ਕੇ ਕਿਸਾਨੀ ਦੀ ਗੱਲ ਮਨਵਾ ਸਕੇ। ਸੋ ਅੱਜ ਗੱਲ ਬਹੁਤ ਲੰਮੇ ਸਮੇਂ ਬਾਅਦ ਇਹ ਸਾਬਿਤ ਹੋ ਗਈ ਹੈ ਵੀ ਪੰਜਾਬ ਔਰ ਹਰਿਆਣੇ ਦੇ ਵਿੱਚ, ਚਾਹੇ ਉਹ BJP ਸੀ, ਚਾਹੇ ਅਕਾਲੀ ਦਲ ਸੀ, ਚਾਹੇ ਆਮ ਆਦਮੀ ਪਾਰਟੀ ਹੈ, ਚਾਹੇ ਕਾਂਗਰਸ ਹੈ, 35 ਮੈਂਬਰ ਇਹਨਾਂ ਦੇ ਰਾਜ ਸਭਾ ਔਰ ਪਾਰਲੀਮੈਂਟ ਦੇ ਸੀ। 35 ਦੇ 35 ਇਕਜੁੱਟਤਾ ਨਹੀਂ ਦਿਖਾ ਸਕੇ। ਦੋਹੇ ਸਟੇਟਾਂ ਜਿਹੜੀਆਂ ਸੀ ਇਹ ਜ਼ਿਆਦਾ ਪ੍ਰਭਾਵਿਤ ਹੋਈਆਂ ਨੇ ਕਿਉਂਕਿ ਮਿਨੀਮਮ ਸਪੋਰਟ ਪ੍ਰਾਈਸ ਹੈ ਇੱਥੇ ਹੀ ਐਗਜ਼ਿਸਟ ਕਰਦੀ ਹੈ। ਸਭ ਤੋਂ ਵਧੀਆ ਢਾਂਚਾ ਮੰਡੀਕਰਨ ਬੋਰਡ ਦਾ ਪੰਜਾਬ ਔਰ ਹਰਿਆਣੇ ਦੇ ਵਿੱਚ ਹੈ। ਦੂਸਰੀ ਗੱਲ ਹੈ, ਜੇ ਅਸੀਂ BJP ਨੂੰ ਦੇਖੀਏ, ਉਹਨਾਂ ਨੇ ਇਹ ਬਿੱਲ ਜਿਹੜਾ ਹੈ, ਜਿਹੜੀਆਂ ਅਦਰ ਪਾਰਟੀਜ਼ ਵੀ ਹੈਗੀਆਂ ਨੇ ਉਹਨਾਂ ਦੇ ਨਾਲ ਕੰਸਲਟ ਕਰਕੇ ਬਣਾਇਆ। ਹਰ ਇੱਕ ਜਿਹੜੀ ਪਾਰਟੀ ਸੀਗੀ
ਚਾਹੇ ਉਹ ਸਟੇਟ ਲੈਵਲ ਦੀ ਪਾਰਟੀ ਸੀਗੀ, ਚਾਹੇ ਨੈਸ਼ਨਲ ਲੈਵਲ ਦੀ ਪਾਰਟੀ ਸੀਗੀ, ਉਹ ਟੋਟਲ ਫੇਲੀਅਰ ਰਹੀ ਹੈ। ਉਹ ਇੰਨਾ ਡਰਿਆ ਹੋਇਆ ਵਿਪਕਸ਼ ਹੈਗਾ ਇਸ ਦੇਸ਼ ਦੇ ਵਿੱਚ ਇਸ ਸਮੇਂ ਵੀ ਉਹ ਕੋਈ ਵੀ ਸਵਾਲ ਸੜਕ ਦੇ ਉੱਤੇ ਮੋਦੀ ਸਰਕਾਰ ਦੇ ਖਿਲਾਫ ਨਹੀਂ ਕਰਨਾ ਚਾਹੁੰਦਾ। ਸੋ ਜਿੰਨਾ ਚਿਰ ਅਸੀਂ ਇਹਨੂੰ ਕਾਨੂੰਨੀ ਪੱਖ ਦੇ ਵਿੱਚ ਦੇਖਦੇ ਹਾਂ, ਸਾਡੇ ਕੋਲ ਇਸ ਸਮੇਂ ਸਿਰਫ ਇੱਕੋ ਹੀ ਰਾਹ ਜਿਹੜਾ ਕਾਨੂੰਨੀ ਪੱਖ ਦਾ ਰਹਿ ਜਾਂਦਾ ਹੈ ਵੀ ਅਸੀਂ ਇਹਦੇ ਖਿਲਾਫ ਸੁਪਰੀਮ ਕੋਰਟ ਦੇ ਵਿੱਚ ਇੱਕ ਰਿਟ ਪਟੀਸ਼ਨ ਫਾਈਲ ਕਰ ਸਕਦੇ ਹਾਂ। ਸੰਘੀ ਢਾਂਚੇ ਦੇ ਉੱਤੇ ਜਿਹੜਾ ਇਹ ਹਮਲਾ ਹੈਗਾ ਉਸ ਆਧਾਰ ਤੇ ਜਿਹੜੀ ਇਹਦੀ ਰਿਟ ਪਟੀਸ਼ਨ ਆ ਫਾਈਲ ਹੋ ਕੇ ਬਣ ਸਕਦੀ ਹੈ। ਬਾਕੀ ਖੇਤੀਬਾੜੀ ਹੈ ਜਿਹੜਾ ਉਹ ਟੋਟਲੀ ਸਬਜੈਕਟ ਜਿਹੜਾ ਸਟੇਟ ਦਾ ਸਬਜੈਕਟ ਹੈਗਾ। ਅਗਰ ਖੇਤੀਬਾੜੀ ਦੇ ਵਿੱਚ ਸੰਘੀ ਢਾਂਚੇ ਦੇ ਉੱਤੇ ਸਿੱਧਾ ਹਮਲਾ ਹੁੰਦਾ ਹੈ ਤਾਂ ਉਸ ਗੱਲ ਨੂੰ ਸੁਪਰੀਮ ਕੋਰਟ ਲਿਜਾ ਸਕਦੀ ਹੈ। ਸੁਪਰੀਮ ਕੋਰਟ ਜਿਹੜੀ ਆ ਉਹ ਪਾਵਰ ਰੱਖਦੀ ਹੈ ਵੀ ਇਹਦੇ ਵਿੱਚ ਕੁਛ ਨਾ ਕੁਛ ਜਿਹੜੀਆਂ ਜ਼ਰੂਰੀ ਅਮੈਂਡਮੈਂਟਸ ਆ ਸਕਦੀਆਂ ਨੇ। ਦੂਸਰੀ ਗੱਲ ਹੈ, ਜਦੋਂ ਰਾਸ਼ਟਰਪਤੀ ਦੇ ਕੋਲ ਦੋਨਾਂ ਸਦਨਾਂ ਤੋਂ ਬਿੱਲ ਪਾਸ ਹੋ ਕੇ ਚਲੇ ਜਾਂਦਾ ਹੈ ਤਾਂ ਰਾਸ਼ਟਰਪਤੀ ਜੀ ਜੋ ਅੱਜ ਦੇ ਹਾਲਾਤ ਦੇ ਵਿੱਚ ਅਸੀਂ ਦੇਖਿਆ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਪ੍ਰੋਸੀਜਰਲ ਸਿਸਟਮ ਹੈਗਾ, ਇੱਕ ਪ੍ਰੋਟੋਕੋਲ ਸੈਟਅਪ ਹੋਇਆ ਵਾ ਹੈਗਾ, ਉਹ ਕੋਈ ਵੀ ਬਿੱਲ ਅਸੀਂ ਪਿਛਲੇ ਲਗਭਗ 25-30 ਸਾਲਾਂ ਤੋਂ ਰਾਜਨੀਤੀ ਨੂੰ ਨੇੜੇ ਤੇ ਦੇਖਿਆ ਹੈਗਾ, ਕੋਈ ਵੀ ਬਿੱਲ ਰਾਸ਼ਟਰਪਤੀ ਸਾਹਿਬ ਨੇ ਵਾਪਸ ਪਾਰਲੀਮੈਂਟ ਦੇ ਵਿੱਚ ਨਹੀਂ ਭੇਜਿਆ। ਜੋ ਇਹ ਪ੍ਰੈਕਟੀਕਲ ਪ੍ਰੋਸੀਜਰ ਹੈ, ਜਿੰਨਾ ਕੁ ਅਸੀਂ ਇਸ ਦੇਸ਼ ਦੀ ਰਾਜਨੀਤੀ ਨੂੰ ਜਾਣਦੇ ਹਾਂ, ਇਸ ਦੇਸ਼ ਦੇ ਅੰਦਰ ਦਬਾਅ ਦੀ ਰਾਜਨੀਤੀ ਨੂੰ ਜਾਣਦੇ ਹਾਂ, ਬਹੁ ਗਿਣਤੀ ਦੀ ਰਾਜਨੀਤੀ ਨੂੰ ਜਾਣਦੇ ਹਾਂ, ਇਸ ਬਿੱਲ ਦੇ ਉੱਤੇ ਰਾਸ਼ਟਰਪਤੀ ਨੇ ਸਾਈਨ ਜਿਹੜੇ ਉਹ ਕਰ ਦੇਣੇ ਆ। ਮਤਲਬ ਤੈਅ ਆ ਇਹ ਜਿਹੜੇ ਆਰਡੀਨੈਂਸ ਲਾਗੂ ਹੋਣੇ ਹੀ ਹੋਣੇ ਆ। ਇਹ ਆਰਡੀਨੈਂਸ ਲਾਗੂ ਹੋਣੇ ਹੀ ਹੋਣੇ ਆ। ਉਸ ਤੋਂ ਬਾਅਦ ਜਿਹੜੀ ਆ ਅਗਰ ਸਾਡੇ ਕੋਲ ਇੱਕੋ ਹੀ ਹੋਪ ਹੈਗੀ ਹੈ, ਉਹ ਸਿਰਫ ਤੇ ਸਿਰਫ ਸੁਪਰੀਮ ਕੋਰਟ ਹੈਗੀ ਆ। ਅਗਰ ਸੁਪਰੀਮ ਕੋਰਟ ਦੇ ਵਿੱਚ ਅਸੀਂ ਇਸ ਲੜਾਈ ਨੂੰ ਹਰ ਪਹਿਲੂ ਨੂੰ ਲਿਜਾ ਕੇ ਰੱਖਾਂਗੇ, ਲੋਕਾਂ ਦਾ ਆਕਰੋਸ਼ ਵੀ ਲਿਜਾ ਕੇ ਰੱਖਾਂਗੇ, ਲੋਕਾਂ ਦੇ ਨੁਮਾਇੰਦੇ ਵੀ ਜਾਣਗੇ, ਔਰ ਸਭ ਤੋਂ ਅਹਿਮ ਗੱਲ ਸਾਡੀਆਂ ਜਿਹੜੀਆਂ ਗ੍ਰਾਮ ਸਭਾਵਾਂ ਹੁੰਦੀਆਂ ਨੇ, ਗ੍ਰਾਮ ਪੰਚਾਇਤ ਨਹੀਂ ਗ੍ਰਾਮ ਸਭਾਵਾਂ, ਸਭ ਤੋਂ ਜ਼ਿਆਦਾ ਇੰਪੋਰਟੈਂਟ ਅਗਰ ਇਸ ਦੇਸ਼ ਦੀ ਡੈਮੋਕ੍ਰੇਸੀ ਦੇ ਵਿੱਚ ਹੈ ਗ੍ਰਾਮ ਸਭਾ। ਗ੍ਰਾਮ ਸਭਾ ਤੋਂ ਮਤਲਬ ਸਾਰੇ ਉਸ ਇਲਾਕੇ ਦੇ ਵੋਟਰ, ਅਗਰ ਉਹ ਜਨਰਲ ਮੀਟਿੰਗ ਕਰਕੇ ਪੰਜਾਬ ਦੀ ਗੌਰਮੈਂਟ ਨੂੰ ਚਾਹੀਦਾ ਹੈ ਵੀ ਇਸ ਸਮੇਂ ਜਿਹੜੀ ਇਹਨਾਂ ਨੇ ਬੰਦਿਸ਼ ਲਾਈ ਹੋਈ ਹੈ, ਗ੍ਰਾਮ ਸਭਾ ਦੀ ਮੀਟਿੰਗ ਕਰਨ ਤੋਂ ਰੋਕ ਲਾਈ ਹੋਈ ਹੈ, ਉਸ ਰੋਕ ਨੂੰ ਹਟਾ ਦੇਣ ਔਰ ਪੰਚਾਇਤਾਂ ਨੂੰ ਡਾਇਰੈਕਸ਼ਨ ਦੇਣ ਕਿ ਲਗਭਗ ਤੁਸੀਂ ਸਾਰੇ ਜਿਹੜੀਆਂ ਪੰਚਾਇਤਾਂ ਹੈਗੀਆਂ ਗ੍ਰਾਮ ਸਭਾ ਦੀ ਮੀਟਿੰਗ ਕਰਕੇ ਇਹ ਤਿੰਨੇ ਆਰਡੀਨੈਂਸ ਦੇ ਖਿਲਾਫ ਜੋ ਸੋਧ ਹੋਣੀ ਹੈ ਉਸ ਸੋਧ ਨੂੰ ਲੈ ਕੇ ਆਉਣ। ਜੇਕਰ ਇਹ ਉਹ ਸੋਧ ਨੂੰ ਲੈ ਕੇ ਆਉਂਦੀਆਂ ਨੇ, ਉਸ ਪਟੀਸ਼ਨ ਦਾ ਉਹ ਹਿੱਸਾ ਬਣਨ, ਤਾਂ ਜਾ ਕੇ ਜਿਹੜੀ ਸੁਪਰੀਮ ਕੋਰਟ ਹੈ ਕਿਤੇ ਨਾ ਕਿਤੇ ਕੋਗਨੀਜੈਂਸ ਕਿਸਾਨੀ ਦੇ ਹੱਕ ਦੇ ਵਿੱਚ ਲਏਗੀ। ਅਦਰਵਾਈਜ਼ ਇਸ ਤੋਂ ਸਿਵਾਏ ਸਾਡੇ ਕੋਲ ਕੋਈ ਵੀ ਨੁਕਤਾਚੀਨੀ, ਕੋਈ ਵੀ ਜਿਹੜੀ ਵਾਦ ਵਿਵਾਦ ਦੀ ਗੱਲ ਕਰਨੀ ਆ, ਆਰੋਪ ਪ੍ਰਤੀ ਆਰੋਪ ਲਾਉਣੇ ਆ, ਇਹ ਬੇਫਜ਼ੂਲ ਹੈ। ਜਿਵੇਂ ਮੋਦੀ ਸਰਕਾਰ ਪੂਰੀ ਪਾਵਰ ਦੇ ਵਿੱਚ ਹੈ, ਕੀ ਲੱਗਦਾ ਸੁਪਰੀਮ ਕੋਰਟ ਤੋਂ ਇਨਸਾਫ ਮਿਲੂਗਾ, ਕਿਸਾਨਾਂ ਨੂੰ ਮਿਲ ਸਕਦਾ? ਦੇਖੋ, ਪਿਛਲੇ ਸਮੇਂ ਦੇ ਵਿੱਚ ਦੇਖਿਆ ਅਸੀਂ, ਅਰੁਣਾਚਲ ਪ੍ਰਦੇਸ਼ ਦੇ ਵਿੱਚ ਵੀ ਹੋਇਆ ਤੇ ਉੱਤਰਾਖੰਡ ਦੇ ਵਿੱਚ ਵੀ ਹੋਇਆ, ਸਰਕਾਰਾਂ ਦੀ ਰੱਦੋ ਬਦਲ ਹੋਣ ਲੱਗੀ ਸੀ। ਇਸੇ ਤਰ੍ਹਾਂ ਰਾਜਸਥਾਨ ਦੇ ਵਿੱਚ ਵੀ ਹੋਇਆ, ਮੱਧ ਪ੍ਰਦੇਸ਼ ਦੇ ਵਿੱਚ ਤਾਂ ਸਰਕਾਰ ਬਦਲ ਗਈ। ਅਗਰ ਗਾਰਡੀਅਨ ਬਣ ਕੇ ਕੋਈ ਖੜਿਆ ਹੈਗਾ ਤਾਂ ਉਹ ਸਿਰਫ ਸਾਡੀ ਨਿਆਇਕ ਪ੍ਰਣਾਲੀ ਖੜੀ ਹੈ। ਅੱਜ ਵੀ ਅਸੀਂ ਦੇਖਦੇ ਹਾਂ ਵੀ ਜਦੋਂ ਲੋਕਤੰਤਰ ਬਹੁਤ ਸੰਖਿਆ ਦੇ ਹੱਥ ਦੇ ਵਿੱਚ ਆ ਜਾਂਦਾ ਹੈ, ਅਸੀਂ ਇੱਕ ਸਿੰਪਲ ਐਗਜ਼ਾਮਪਲ ਲੈਂਦੇ ਹਾਂ, ਅਗਰ 51 ਬੰਦੇ ਇੱਕ ਤਰਫ ਨੇ, ਚਾਹੇ ਉਹ ਨਲਾਇਕ ਨੇ, 49 ਚਾਹੇ ਉਹ ਪੁਰਸਕਾਰ ਵਿਜੇਤਾ ਨੇ, ਭਾਵੇਂ ਉਹ ਫਸਟ ਕਲਾਸ ਡਿਵੀਜ਼ਨ ਦੇ ਨੇ, ਇੱਕ ਪਾਸੇ ਨੇ, ਤਾਂ ਲੋਕਤੰਤਰ ਦੇ ਵਿੱਚ ਸੰਖਿਆ ਦੀ ਗੱਲ ਹੁੰਦੀ ਹੈ। ਅਗਰ ਇਸ ਸੰਖਿਆ ਬਲ ਨੂੰ ਬਚਾਉਣ ਤੋਂ ਲਈ ਲੋਕਤੰਤਰ ਦੀ ਅਸਲੀ ਜਿਹੜੀ ਮਿਆਦ ਹੈਗੀ ਆ ਉਹ ਲੋਕਾਂ ਦੇ ਵਿੱਚ ਜਮਹੂਰੀਅਤ ਰੱਖਣੀ ਆ, ਤਾਂ ਸੁਪਰੀਮ ਕੋਰਟ ਨੂੰ ਬਹੁਤ ਵੱਡੇ ਪੱਧਰ ਤੇ ਇਸ ਮਾਮਲੇ ਦੇ ਵਿੱਚ ਹਸਤਕਸ਼ੇਪ ਕਰਨਾ ਪਊਗਾ। ਔਰ ਖਾਸ ਕਰ ਅਗਰ ਜਿਸ ਤਰ੍ਹਾਂ ਇਹ ਕਹਿੰਦੇ ਆ ਵੀ ਸ਼੍ਰੋਮਣੀ ਅਕਾਲੀ ਦਲ ਔਰ ਕਾਂਗਰਸ, ਆਮ ਆਦਮੀ ਪਾਰਟੀ, ਬੀਜੇਪੀ, ਹਰਿਆਣੇ ਦੇ ਵਿੱਚ ਜੇਜੇਪੀ ਔਰ ਚੁਟਾਲਿਆਂ ਦੀ ਪਾਰਟੀ, ਇਹ ਸਾਰੀਆਂ ਕਿਸਾਨੀ ਦਾ ਪੱਖ ਪੂਰਦੀਆਂ ਨੇ। ਅਗਰ 35 ਦੇ 35 ਰਾਜ ਸਭਾ ਮੈਂਬਰ ਔਰ ਲੋਕ ਸਭਾ ਮੈਂਬਰ ਉਸ ਗੱਲ ਦੀ ਨੁਮਾਇੰਦਗੀ ਕਰਨ ਸੁਪਰੀਮ ਕੋਰਟ ਦੇ ਵਿੱਚ ਜਾ ਕੇ, ਔਰ ਸਾਰੀਆਂ 12,600 ਪੰਚਾਇਤਾਂ ਪੰਜਾਬ ਦੀਆਂ ਤੇ ਲਗਭਗ 10,500 ਪੰਚਾਇਤ ਜਿਹੜੀ ਆ ਹਰਿਆਣੇ ਦੀ ਹੈ, ਉਹ ਗ੍ਰਾਮ ਸਭਾ ਦਾ ਰੈਜੂਲੇਸ਼ਨ ਪਾ ਕੇ ਦਵੇ, ਉਸ ਪਟੀਸ਼ਨ ਦਾ ਹਿੱਸਾ ਬਣਨ, ਤਾਂ ਇਸ ਵਿੱਚ ਕੋਈ ਦੋ ਰਾਏ ਨਹੀਂ, ਕੋਈ ਨਾ ਕੋਈ ਜਿਹੜੀ ਜੁਡੀਸ਼ਰੀ ਹੈਗੀ ਹੈ ਉਹ ਇਸ ਬਿੱਲ ਦੇ ਉੱਤੇ ਅਮੈਂਡਮੈਂਟ ਦੇ ਲਈ ਐਕਸ਼ਨ ਲੈ ਸਕਦੀ। ਜਿਹੜੇ ਬੀਜੇਪੀ ਦੇ ਰਾਜ ਸਭਾ ਮੈਂਬਰ ਆ, ਐਮਪੀ ਹੈਗੇ ਬੀਜੇਪੀ ਦੇ, ਉਹ ਕਿਉਂ ਇਹਦੇ ਪੱਖ ਦੇ ਵਿੱਚ ਕਰਨਗੇ? ਦੇਖੋ, ਬਹੁਤ ਬੜੀ ਸਪਸ਼ਟ ਗੱਲ ਹੈ। ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਵੀ ਕਾਸ਼ੀ ਰਾਮ ਜੀ ਨੇ ਬਹੁਤ ਸਪਸ਼ਟ ਗੱਲ ਕਹੀ ਸੀ ਵੀ ਦਿੱਲੀ ਦੇ ਵਿੱਚ ਪੰਜਾਬ ਔਰ ਹਰਿਆਣੇ ਤੋਂ ਕੋਈ ਐਸਾ ਲੀਡਰ ਨਹੀਂ ਜਿਹੜਾ ਦਿੱਲੀ ਦੀ ਧੌਣ ਤੇ ਗੋਡਾ ਰੱਖ ਕੇ ਕਦੇ ਨਾ ਕਦੇ ਆਪਣੇ ਜ਼ਰੂਰਤ ਦੀ ਗੱਲ ਮਨਵਾ ਸਕੇ। ਤੁਸੀਂ ਸ਼ੁਰੂ ਤੋਂ ਲੈ ਕੇ ਦੇਖ ਲਓ, ਜਦੋਂ ਪੰਜਾਬ ਦੀ ਵੰਡ ਹੋਈ ਹੈ ਤਾਂ ਪੰਜਾਬ ਦੀ ਵੰਡ ਹੋਈ ਹੈ, ਅਗਰ ਸਟੇਟ ਬਣੀ ਹੈ ਤਾਂ ਪੰਜਾਬ ਨੂੰ ਕੱਟ ਕੇ ਹੀ ਬਣਾਇਆ ਗਿਆ ਹੈਗਾ। ਇਸ ਤਰ੍ਹਾਂ ਪੰਜਾਬ ਦੇ ਵਿੱਚ ਕੋਈ ਲੀਡਰ ਨਹੀਂ ਹੈ, ਇਹ ਸਿਰਫ ਤੇ ਸਿਰਫ
ਮੌਕਾ ਪ੍ਰਸਤ ਲੀਡਰ ਨੇ ਜਿਨ੍ਹਾਂ ਨੇ ਇੱਕ ਦੂਸਰੇ ਦੀ ਫੇਲੀਅਰ ਦੇ ਸਿਸਟਮ ਤੇ ਰਾਜਨੀਤੀ ਕਰੀ ਹੈ। ਦਿੱਲੀ ਦੇ ਵਿੱਚ ਅਗਰ ਜਾ ਕੇ ਆਪਣੀ ਕਿਸੇ ਨੇ ਈਨ ਮਨਵਾਉਣੀ ਹੈ ਤਾਂ ਉਹਨੂੰ ਆਪਣੀ ਨਿੱਜੀ ਸਿਆਸਤ ਛੱਡ ਕੇ, ਪਰਿਵਾਰਵਾਰ ਦੀ ਸਿਆਸਤ ਛੱਡ ਕੇ ਸਿਰਫ ਤੇ ਸਿਰਫ ਹੱਕਾਂ ਦੀ ਲੜਾਈ ਦੇ ਲਈ ਜਾਗਰੂਕ ਹੋਣਾ ਪਏਗਾ। ਔਰ ਅਸੀਂ ਇਹ ਦੇਖ ਲਿਆ ਵੀ ਸਾਰੇ ਦਾ ਸਾਰਾ ਸਿਸਟਮ, ਚਾਹੇ ਉਹ ਅਕਾਲੀ ਦਲ ਸੀਗਾ, ਚਾਹੇ ਉਹ ਆਮ ਆਦਮੀ ਪਾਰਟੀ ਹੈ, ਚਾਹੇ ਉਹ ਕਾਂਗਰਸੀ ਹੈਗੇ ਨੇ, ਚਾਹੇ ਉਹ CPIM ਹੈਗੇ ਆ, ਇਹ ਸਾਰੇ ਦੇ ਸਾਰੇ ਫੇਲੀਅਰ ਰਹੇ ਨੇ। ਇਹ ਇੰਨਾ ਡਰੇ ਹੋਏ ਨੇ ਮੋਦੀ ਸਰਕਾਰ ਤੋਂ ਵੀ ਇਹ ਵਿਧਾਨ ਸਭਾ ਔਰ ਸੁਪਰੀਮ ਅਸੀਂ ਪਾਰਲੀਮੈਂਟ ਦੇ ਵਿੱਚ ਕਹਿੰਦੇ ਆ, ਜਦੋਂ ਵੀ ਕਿਤੇ ਗੱਲ ਆਉਂਦੀ ਹੈ ਉੱਥੇ ਇਹ ਆਪਣਾ ਸਮਾਂ ਨਹੀਂ ਦਿੰਦੇ। ਅੱਜ ਦੇ ਹਾਲਾਤ ਦੇ ਵਿੱਚ ਅਗਰ ਅਸੀਂ ਦੇਖੀਏ, ਦੇਸ਼ ਦੇ ਸਭ ਤੋਂ ਵੱਡਾ ਸਾਡਾ ਰੋਲ ਕਿਸਾਨੀ ਦਾ ਰੋਲ ਹੈਗਾ। ਕਿਸਾਨੀ ਦੇ ਰੋਲ ਦੇ ਵਿੱਚ ਅੱਜ ਅਗਰ ਅਸੀਂ ਜਿਹਨੂੰ ਵਿਪਕਸ਼ ਮੰਨਦੇ ਹਾਂ, ਵਿਪਕਸ਼ ਦੀ ਪਾਰਟੀ ਮੰਨਦੇ ਹਾਂ, ਉਹ ਤਾਂ ਸੰਸਦ ਵਿੱਚ ਹਾਜ਼ਰ ਨਹੀਂ ਹੈ। ਅਸੀਂ ਕਿਸ ਗੱਲ ਤੋਂ ਆਸ ਰੱਖਦੇ ਹਾਂ ਵੀ ਜਿਹੜਾ ਵਿਅਕਤੀ ਦੇਸ਼ ਦੇ ਵਿੱਚ ਬਦਲ ਦੇਣ ਦੀ ਇੱਛਾ ਰੱਖਦਾ ਹੈ, ਬਦਲ ਦੇਣ ਦੀ ਗੱਲ ਕਰਦਾ ਹੈ, ਉਹ ਤਾਂ ਸੰਸਦ ਦੇ ਵਿੱਚ ਹਾਜ਼ਰ ਨਹੀਂ ਹੈ। ਤਾਂ ਵਿਪਕਸ਼ ਜਿਹੜਾ ਹੈ ਉਹ ਬਿਲਕੁਲ ਖਤਮ ਹੋ ਚੁੱਕਿਆ ਹੈ। ਖੇਤਰੀ ਪਾਰਟੀਆਂ, ਚਾਹੇ ਅਸੀਂ ਸਮਾਜਵਾਦੀ ਪਾਰਟੀ ਲੈ ਲਈਏ, ਤ੍ਰਿਣਮੂਲ ਕਾਂਗਰਸ ਲੈ ਲਈਏ, ਸ਼ਿਵ ਸੈਨਾ ਲੈ ਲਈਏ, ਉਹਨਾਂ ਦੀ ਸੋਚ ਸਿਰਫ ਤੇ ਸਿਰਫ ਆਪਣੇ ਖੇਤਰਵਾਦ ਤੱਕ ਸੀਮਿਤ ਹੈ। ਜਿਹੜਾ ਦੇਸ਼ ਦਾ ਸੰਘੀ ਢਾਂਚਾ ਹੈ ਉਹਨੂੰ ਬਚਾਉਣ ਦੇ ਲਈ ਇਹਨਾਂ ਦੇ ਵਿੱਚ ਕੋਈ ਐਸਾ ਲੀਡਰ ਨਹੀਂ ਹੈ ਜਿਹੜਾ ਦੇਸ਼ ਦੇ ਸੰਘੀ ਢਾਂਚੇ ਨੂੰ ਬਚਾਉਣ ਦੇ ਲਈ ਅੱਗੇ ਆ ਕੇ ਮੋਦੀ ਸਰਕਾਰ ਦੇ ਖਿਲਾਫ ਲੜਾਈ ਲੜ ਸਕੇ। ਕਿਸਾਨ ਯੂਨੀਅਨ ਵੱਲੋਂ ਅਪੀਲ ਕੀਤੀ ਗਈ ਹੈ ਸਮੂਹ ਲੋਕਾਂ ਨੂੰ ਤੇ ਰਾਜਨੀਤਿਕ ਪਾਰਟੀਆਂ ਨੂੰ ਕਿ ਜਿਹੜਾ ਹੈਗਾ ਆਪਣਾ ਸਿਆਸੀ ਲਾਹਾ ਲੈਣ ਤੋਂ ਪਿੱਛੇ ਹਟ ਕੇ ਕਿਸਾਨ ਬਣ ਕੇ ਧਰਨੇ ਦੇ ਵਿੱਚ ਉਹਨਾਂ ਦਾ ਸਾਥ ਦਿੱਤਾ ਜਾਵੇ। ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਸਾਡੇ ਧਰਨੇ ਦੇ ਵਿੱਚ ਆਇਆ ਜਾਵੇ ਤਾਂ ਕਿ ਕਿਸਾਨੀ ਦੀ ਇਹ ਜੋ ਜੰਗ ਲੜੀ ਜਾ ਰਹੀ ਹੈ ਕੇਂਦਰ ਦੇ ਖਿਲਾਫ ਆਰਡੀਨੈਂਸਾਂ ਨੂੰ ਲੈ ਕੇ, ਉਹ ਜਿੱਤ ਸਕੇ। ਹੁਣ ਦੇਖਣਾ ਹੋਵੇਗਾ 25 ਤਰੀਕ ਦੇ ਜੋ ਕਿਸਾਨ ਯੂਨੀਅਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਉਸ ਦਾ ਕੇਂਦਰ ਸਰਕਾਰ ਤੇ ਕੀ ਅਸਰ ਹੋਣ ਵਾਲਾ ਹੈ, ਕਿਉਂਕਿ ਐਡਵੋਕੇਟ ਕਮਲ ਸੈਣੀ ਜੀ ਨੇ ਪਹਿਲਾਂ ਹੀ ਕਹਿਤਾ ਕਿ ਜੋ ਆਰਡੀਨੈਂਸ ਭੇਜੇ ਗਏ ਨੇ ਰਾਸ਼ਟਰਪਤੀ ਦੇ ਕੋਲ ਉਹ ਤੈਅ ਹੈ ਕਿ ਉਹ ਪਾਸ ਹੋਣੇ ਆ, ਕਿ ਰਾਸ਼ਟਰਪਤੀ ਵੱਲੋਂ ਮਨਜ਼ੂਰੀ ਦੇਣੀ ਹੀ ਦੇਣੀ ਹੈ। ਅਗਰ ਆਰਡੀਨੈਂਸ ਪਾਸ ਹੋ ਜਾਂਦੇ ਆ ਤਾਂ ਇਸ ਦੇ ਵਿੱਚ ਸਿਆਸੀ ਪਾਰਟੀਆਂ ਦੀ ਹਾਰ ਤਾਂ ਹੈ ਹੀ ਹੈ, ਕਿਸਾਨਾਂ ਨਾਲ ਵੀ ਬਹੁਤ ਵੱਡਾ ਧੱਕਾ ਹੋਵੇਗਾ। ਹੁਣ ਦੇਖਣਾ ਹੋਵੇਗਾ ਕਿ ਇਸ ਧੱਕੇ ਦੇ ਖਿਲਾਫ ਕਦੋਂ ਤੱਕ ਸਿਆਸੀ ਪਾਰਟੀਆਂ ਤੇ ਕਿਸਾਨ ਲੜਾਈ ਲੜਨਗੇ ਆਪਣੇ ਹੱਕਾਂ ਦੇ ਲਈ। ਆਕਾਸ਼ ਮਾਹੀ ਦੇ ਨਾਲ ਸੱਜਣ ਸਿੰਘ ਸੈਣੀ, ਪੰਜਾਬੀ ਲੋਕ ਚੈਨਲ, ਰੂਪਨਗਰ।